निर्मल निम्मा लंगा दा नॉवल है जात को जात। कांड 10वां। बसंत सिंह अचानक मर गया हार्ट अटैक नाल। कई महीने बीमार रहा, बड़ी संभाल सेवा की दमू ने। वो सोचती ਇਹਦਾ ਕੀ कसूर आ, ਕਿਸੇ ਦਾ ਮੁੰਡਾ ਨਿਕਲ ਆਏ ਖੋਟਾ ਖੁਸਰਾ ਨਾਮਰਦ। ਕੀ ਦੋਸ਼ ਮਾਪਿਆਂ ਦਾ, ਜਿਹਨੂੰ ਮੈਂ ਦਿਲੋਂ ਚਾਹਿਆ, ਜਿਹਦਾ ਮੁੰਡਾ ਵੀ ਜੰਮਿਆ ਕੁਆਰੀ ਨੇ। ਜਦੋਂ ਉਹੀ ਨਾ ਮਿਲਿਆ, ਮੇਰੇ ਕਰਮ ਮਾੜੇ। ਹੁਣ ਤਾਂ ਗੱਲ ਆ ਜੂਨ ਭੋਗਣ ਵਾਲੀ। ਵੱਡਾ ਸਹਾਰਾ ਜਾਂਦਾ ਰਿਹਾ ਦਮੂ ਦਾ। ਬਿੰਦਰ ਬੜਾ ਖੁਸ਼, ਧੌਣ ਤੋਂ ਗੰਡਾਸਾ ਚੁੱਕਿਆ ਗਿਆ ਸਮਝਦਾ। ਸਾਰੀ ਜਾਇਦਾਦ ਦਾ ਬਣ ਗਿਆ ਮਾਲਕ। ਮਾੜਾ ਮੋਟਾ ਡਰ ਵੀ ਜਾਂਦਾ ਰਿਹਾ। ਚਾਰੇ ਪਾਸੇ ਵਹਿਵਾਗਾਂ ਹੋ ਗਈਆਂ। ਪਹਿਲਾਂ ਹੱਥ ਲਾਇਆ ਪਿਓ ਦੇ ਬੈਂਕ ਬੈਲੈਂਸ ਨੂੰ, ਟੱਪ ਗਿਆ ਹੁਣ ਲੱਠੋਂ। ਨੋਟ ਉਡਾਉਂਦਾ ਤੂੜੀ ਵਾਂਗ। ਦਮੂ ਬਥੇਰਾ ਸਮਝਾਉਂਦੀ, ਲੜਾਈ ਝਗੜੇ ਤੋਂ ਹੇਠਾਂ ਸਿਰ ਖਪਾਉਂਦੀ, ਪਰ ਕੋਈ ਮੱਤ ਉਹਦੀ ਸਮਝ ਨਾ ਆਉਂਦੀ। ਕਰੜੀ ਮਿਹਨਤ ਨਾਲ ਕਮਾਇਆ ਪਿਓ ਦਾ ਪੈਸਾ 6 ਮਹੀਨੇ 'ਚ ਜਾੜਤਾ ਮੁੰਡੇ ਨੇ। ਖਾਊ ਯਾਰ ਆ ਜਾਂਦੇ ਤੜਕੇ ਹੀ, ਬੁੱਕ ਭੁੱਖੀ ਖਾ ਕੇ ਚਾਹ ਪੀਂਦੇ, ਫਿਰ ਡੇਰਾ ਜਾ ਲਾਉਂਦੇ ਠੇਕੇ ਤੇ। ਪੀਣ ਵਾਲੇ 5 ਹੁੰਦੇ, ਕਦੇ 10 ਵੀ। ਬਿੰਦਰ ਨੂੰ ਆਖਦੇ ਪਿੰਡ ਦਾ ਫਾਨੇ ਖਾਂ ਸਰਦਾਰ, ਵੱਡੇ ਦਿਲ ਗੁਰਦੇ ਵਾਲਾ ਬਖਤਾਵਰ ਜੱਟ। ਨਿੱਤ ਦਾ ਕਰਮ ਬਣ ਗਿਆ ਬਿੰਦਰ ਲਈ। ਬੇਗਾਨੇ ਮੁੰਡਿਆਂ ਦਾ ਆਸਰਾ ਭਾਲਦਾ। ਉਹ ਬੇਸੁਰਤ ਹੁੰਦਾ ਜਦੋਂ ਕੋਈ ਲੈ ਜਾਂਦਾ ਨਵੀਂ ਜੁੱਤੀ, ਕਦੇ ਪੱਗ ਕਦੇ ਲੋਈ। ਪੈਸੇ ਤਾਂ ਹਮੇਸ਼ਾ ਗੁੰਮ ਹੁੰਦੇ ਜੇਬ 'ਚੋਂ। ਬੈਂਕ ਦਾ ਪੈਸਾ ਖਤਮ ਹੋਇਆ। ਬਿੰਦਰ ਨੇ ਲਾ ਲਿਆ ਹੱਥ ਜ਼ਮੀਨ ਨੂੰ। ਪਹਿਲਾਂ ਕੀਤਾ ਗਹਿਣੇ 1 ਕਿੱਲਾ 10 ਲੱਖ ਦਾ। ਜ਼ਮੀਨਾਂ ਦੇ ਰੇਟ ਚੜੇ ਹੋਏ ਅਸਮਾਨੀ। ਵਿਦੇਸ਼ੀ ਗਏ ਲੋਕ ਕਰੀ ਜਾਂਦੇ ਮਹਿੰਗੀ। ਮਾੜਾ ਬੰਜਰ ਕਿੱਲਾ ਵੀ ਵਿਕਦਾ 35-40 ਲੱਖ ਦਾ। ਹੁਣ ਦਮੋ ਰਤਕ ਸੰਭਲੀ, ਆਪਣੇ ਭਵਿੱਖ ਨੂੰ ਸਾਹਮਣੇ ਵੇਖਦੀ ਟੁੱਟੇ ਹੋਏ ਸੁਪਨੇ ਵਾਂਗ, ਕੀਚਰਾਂ ਹੋਏ ਕੱਚ ਵਾਂਗ। ਉਹਦੇ ਖਮੀਰ 'ਚ ਹੁੰਦੀ ਨਹੀਂ ਹੇਰਾ ਫੇਰੀ ਕਰਨੀ, ਧੋਖਾ ਫਰੇਬ ਕਰਨਾ। ਪਰ ਹਾਲਾਤਾਂ ਮਜਬੂਰ ਕੀਤਾ। ਬੇਵੱਸ ਹੋ ਕੇ ਚੱਬਣਾ ਪਿਆ ਇਹ ਹੱਕ ਵੀ। ਸਤਰਕ ਹੋ ਗਈ ਉੱਜੜਦੀ ਵੇਖ ਕੇ ਜਾਇਦਾਦ। ਬਚਾਉਣਾ ਅਧਿਕਾਰ ਸਮਝਦੀ ਆਪਣਾ। ਖਿਆਲ ਕਰਦੀ ਰਿਹਾ ਨਾ ਕੁਛ ਪੱਲੇ ਗੁਜ਼ਾਰਾ ਕਿਵੇਂ ਹੋ, ਇਹ ਤਾਂ ਕਰ ਨਹੀਂ ਸਕਦਾ ਕੋਈ ਕੰਮ। ਅਗਲੇ ਸਾਲ ਹੀ ਬਿੰਦੇ ਨੇ ਗਹਿਣੇ ਕੀਤਾ ਕਿੱਲਾ ਕਰਤਾ ਬੈ। ਦਮੋ ਨੂੰ ਹੋਸ਼ ਭੁੱਲ ਗਈ, ਸਖਤੇ 'ਚ ਆ ਗਈ। ਟੁੱਟਦਾ ਲੱਗਾ ਆਲਣਾ। ਅਖੀਰ ਵਰਤਿਆ ਉਹ ਜਾਦੂ ਪਿਆਰ ਦਾ। ਮਿੱਠੀ ਪਿਆਰੀ ਬਣ ਕੇ 10 ਲੱਖ ਰੁਪਇਆ ਬੈਂਕ 'ਚ ਜਮ੍ਹਾਂ ਕਰਵਾ ਲਿਆ ਆਪਣੇ ਨਾਂ। ਦਲੀਲ ਦਿੱਤੀ, ਮੇਰੇ ਕੋਲ ਪਏ ਬਚੇ ਰਹਿਣਗੇ, ਜਦੋਂ ਪਊ ਲੋੜ ਤੈਨੂੰ ਲੈ ਲਵੀਂ, ਮੈਂ ਕਿਤੇ ਦੌੜ ਥੋੜਾ ਚੱਲੀ ਆਂ। ਦਮੋ ਫੇਰ ਵਰਤਣ ਲੱਗੀ ਹੋਰ ਵੀ ਦਾ ਪੇਚ। 25-10 ਦਿਨ ਹੀ ਲੈ ਲੈਂਦੀ। 1000-1200, ਕਦੇ ਸੂਟ ਦਾ ਬਹਾਨਾ, ਕਦੇ ਜੁੱਤੀ ਦਾ, ਕਦੇ ਬਿਜਲੀ ਦਾ ਬਿੱਲ, ਕਦੇ ਗੈਸ ਦਾ, ਕਦੇ ਰਸੋਈ ਦਾ ਸਮਾਨ। ਖਰਚੇ ਸ਼ਰੀਕੇ 'ਚੋਂ ਘੱਟ ਹੀ ਆਉਂਦਾ ਕੋਈ ਤੀਵੀਂ ਮਰਦ ਬਿੰਦਰ ਦੇ ਘਰ। ਚਾਚੀ ਰਤਨੀ ਮੋਹ ਕਰਦੀ ਦਮੋ ਨਾਲ, ਚਿਰਾਂ ਤੋਂ ਸਮਝਾਉਂਦੀ ਆ ਰਹੀ ਦਮੋ ਨੂੰ। ਔਰਤ ਤਾਂ ਹੁੰਦੀ ਹੈ ਜ਼ਰਖੇਜ਼ ਜ਼ਮੀਨ ਵਾਂਗ, ਕਦੇ ਗਲਿਆ ਸੜਿਆ ਬੀਜ ਵੀ ਉੱਗਿਆ ਧਰਤੀ 'ਚ। ਛੱਡ ਪਰੇ ਬਿੰਦੇ ਅਮਲੀ ਨੂੰ, ਖਾ ਲਈ ਉਹਦੀ ਸ਼ਕਤੀ ਨਸ਼ਿਆਂ ਨੇ। ਚਾਚੀ ਇਹ ਵੀ ਕਹਿ, ਦਮੋ ਪੁੱਤ, ਮਨ 'ਚ ਮਰਿਆ ਬੰਦਾ ਹੁੰਦਾ ਕਬਰ ਵਾਂਗ, ਤੇ ਕਬਰ ਦੇ ਸਰਾਣੇ ਖਲੋ ਕੇ ਕਿਵੇਂ ਕੱਟੇਂਗੀ ਐਡੀ ਜ਼ਿੰਦਗੀ। ਅਜੇ ਤਾਂ ਹੋਈ ਨੂੰ ਤੂੰ 20 ਦੀ ਵੀ। ਤੇ ਫਿਰ ਹੌਲੀ ਜਿਹੀ ਆਖਦੀ, ਸਾਡੇ ਸਮਿਆਂ 'ਚ ਚਲਾਕ ਰੰਨਾਂ ਘਰੇ ਸਾਰ ਲੈਂਦੀਆਂ ਰਹੀਆਂ, ਦਿਓਰਾਂ ਜੇਠਾਂ ਨਾਲ ਹੀ। ਨਾ ਮਰਦ ਖਸਮਾਂ ਨੂੰ ਲੱਗਦਾ ਨਾ ਪਤਾ, ਕੋਈ ਨਿਸ਼ਾਨੀ ਥੋੜਾ ਹੁੰਦੀ ਹੈ ਕਿਹਦਾ ਤੁਖਮ ਹੈ। ਮੇਰੀ ਮਨ, ਤੂੰ ਮਿਲ ਦੇਸ ਰਾਜ ਦੀ ਕੁੜੀ ਸ਼ਬਨਮ ਨੂੰ, ਨਰਸ ਏ ਸਰਕਾਰੀ ਹਸਪਤਾਲ 'ਚ। ਪੁੱਤਰ ਦੁੱਖ ਹੁੰਦਾ ਤੇਰੀ ਵੇਖ ਕੇ ਜਵਾਨੀ ਤੇ ਹੁਸਨ। ਬਿੰਦਾ ਤਾਂ ਜਾੜ ਦੂ ਤੈਨੂੰ ਵੀ ਜ਼ਮੀਨ ਵਾਂਗ, ਤੇ ਔਲਾਦ ਬਗੈਰ ਤੀਵੀਂ ਦੀ ਕੀ ਜ਼ਿੰਦਗੀ। ਚਾਚੀ ਰਤਨੀ ਸੱਚੇ ਦਿਲੋਂ ਹਮਦਰਦੀ ਕਰਦੀ। ਦਮੋ ਨੂੰ ਆ ਜਾਂਦਾ ਸੁੱਚਾ ਯਾਦ, ਜੇ ਕਿਤੇ ਹੁਣ ਮਿਲ ਜੇ ਜਾਣ ਨਾ ਦਿਆਂ ਕਦੇ ਵੀ। ਸ਼ਾਇਦ ਲੱਭਦਾ ਟੋਲਦਾ ਕਿਤੇ ਆਈ ਪੁੱਜੇ ਇੱਥੇ। ਉਹਨੇ ਤਾਂ ਵਿਆਹ ਕਰਨਾ ਮੰਨ ਲਿਆ ਸੀ ਮੇਰੇ ਨਾਲ, ਮੇਰਾ ਪਿਓ ਕੰਜਰ ਨਾ ਮੰਨਿਆ। ਸੋਚਾਂ ਨਾਲ ਖੁਰ ਜਾਂਦੀਆਂ ਰਾਤਾਂ ਲੰਮੀਆਂ। ਬਿੰਦਰ ਨਾਲ ਕੋਠੀ ਆਉਂਦੇ ਜਵਾਨ ਮੁੰਡੇ, ਸੋਹਣੀ ਰੰਨ ਵਾਲੇ ਅਮਲੀ ਤੇ ਬਦਸੂਰਤ ਆਦਮੀ ਦੇ। ਬਥੇਰੇ ਬਣ ਜਾਂਦੇ ਯਾਰ ਦੋਸਤ। ਬਹੁਤੇ ਆਉਂਦੇ ਹੀ ਝਾਕਾ ਲੈਣ ਦਮੋ ਦਾ। ਉਹ ਹਰ ਅੱਖ ਪਛਾਣਦੀ, ਤਾੜਦੀ। ਕਈ ਰੁੱਖੀ ਪੁੱਛ ਵੀ ਚੁੱਕੇ। ਉਹ ਨੇੜੇ ਨਾ ਫਟਕਣ ਦਿੰਦੀ ਕਿਸੇ ਨੂੰ। ਦਮੋ ਖੁਦ ਗੁਜ਼ਰ ਚੁੱਕੀ ਇਹਨਾਂ ਰਾਹਾਂ ਤੋਂ, ਚੇਤਨ ਹੁੰਦੀ ਐਸੇ ਸਬੰਧਾਂ ਦੇ ਬਦਨਾਮ ਨਤੀਜਿਆਂ ਤੋਂ। ਇਹ ਵੀ ਨਹੀਂ ਕਿ ਉਹ ਕਦੇ ਡੋਲੀ ਨਾ ਹੋਵੇ। ਬਿੰਦੇ ਦਾ ਖਾਸ ਯਾਰ ਹੁੰਦਾ ਗੋਰਾ ਗੁਰਦੀਪ ਲੰਬੜਾਂ ਦਾ। ਅਕਸਰ ਘਰ ਆਉਂਦਾ ਰਹਿੰਦਾ। ਮੁਹਾਂਦਰਾ ਨਿਰਾਪੁਰਾ ਸੁੱਚੇ ਵਰਗਾ। ਕਈ ਵਾਰ ਸੋਚਦੀ ਉਸ ਬਾਰੇ, ਜਿਵੇਂ ਚਾਹੁੰਦੀ ਹੋਵੇ ਗੋਰੇ ਨੂੰ। ਅੱਜੀ ਪੰਜੀ ਨੇੜੇ ਵੀ ਹੁੰਦੀ, ਪਰ ਗੋਰਾ ਤਾਂ ਵੇਖਦਾ ਨਾ ਕਦੇ, ਉੱਚੀ ਅੱਖ ਕਰਕੇ ਵੀ। ਦਮੋ ਨੇ ਕਈ ਵਾਰ ਤਾੜਿਆ। ਉਹ ਝਾਕਦਾ ਬੜੀ ਨੀਝ ਨਾਲ, ਪਰ ਚੋਰੀ। ਦਮੋ ਦੀ ਜਵਾਨੀ ਹੁੰਦੀ ਤਰਲੋ ਮੱਛੀ। ਬੱਚੇ ਨਾਲੋਂ ਵੀ ਵੱਡੀ ਲੋੜ ਉਹਨੂੰ ਮਰਦ ਦੀ, ਜੋ ਭੰਨ ਤੋੜ ਕੱਢ ਦੇਵੇ ਸਾਰੀ ਅੱਗ ਸਰੀਰ 'ਚੋਂ, ਨਿੰਬੂ ਵਾਂਗ ਨਿਚੋੜ ਕੇ। ਕਰਨ ਲਈ ਵਸੇਬਾ ਇਸ ਘਰ 'ਚ ਬੱਚਾ ਵੀ ਬਹੁਤ ਜ਼ਰੂਰੀ, ਪਰ ਹਾਣੀ ਬਗੈਰ ਬੱਚਾ ਪੈਦਾ ਹੋਵੇ ਤਾਂ ਕਿੰਝ ਹੋਵੇ। ਅਥਰੂ ਆ ਗਏ ਨੈਣਾਂ 'ਚ।
ਕਈ ਵਾਰ ਗਹਿਰਾ ਸੋਚਦੀ, ਕੋਈ ਵੀ ਔਰਤ ਮਾਂ, ਭੈਣ, ਪਤਨੀ ਨਹੀਂ ਹੁੰਦੀ, ਬਸ ਉਹ ਮਾਦਾ ਹੁੰਦੀ ਹੈ। ਮਜਬੂਰ ਕੀਤਾ ਜਾਂਦਾ ਹੈ ਉਹਨੂੰ ਰੂਪ ਵਟਾਉਣ ਲਈ। ਇਹ ਜ਼ਬਰ ਕਰਦਾ ਆ ਰਿਹਾ ਮਰਦ ਯੁੱਗਾਂ ਯੁਗਾਂਤਰਾਂ ਤੋਂ। ਚਲਿੱਤਰ ਕਰਦਾ ਹੈ ਮਰਦ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ। ਮਾਂ, ਭੈਣ, ਪਤਨੀ ਬਣੇ ਬਗੈਰ ਵੀ ਕਰ ਸਕਦੀ ਹੈ ਬੱਚੇ ਪੈਦਾ ਔਰਤ। ਹੋ ਸਕਦਾ ਹੈ ਦੁਨੀਆ ਦਾ ਵਾਧਾ ਹੋਇਆ ਹੋਵੇ ਸਕੇ ਭੈਣ ਭਰਾ ਦੇ ਜਿਨਸੀ ਸੰਬੰਧਾਂ ਤੋਂ, ਮਾਂ ਪੁੱਤਰ, ਪਿਓ ਧੀ ਜਾਂ ਭੈਣ ਭਰਾ ਦੇ ਸਰੀਰਕ ਸੰਬੰਧਾਂ ਬਗੈਰ ਹੁੰਦਾ ਨਾ ਹੋਵੇ ਚਾਰਾ ਕੋਈ ਜਿਨਸ ਨੂੰ ਅੱਗੇ ਤੋਰਨ ਲਈ। ਦਮੋਂ ਸੋਚਦੀ ਤਾਂ ਸੋਚਦੀ ਚਲੀ ਜਾਂਦੀ ਫਿਲਾਸਫਰਾਂ ਵਾਂਗ। ਉਹਨੇ ਮਨ ਬਣਾ ਲਿਆ ਸ਼ਬਨਮ ਨੂੰ ਮਿਲਣ ਦਾ। ਐਤਵਾਰ ਦਾ ਦਿਨ, ਸਿਆਲ ਆਉਂਦਾ ਛਾਲਾ ਮਾਰਦਾ। ਨਹਾ ਕੇ ਦਮੋਂ ਨੇ ਪਾਇਆ ਨਵਾਂ ਸੂਟ, ਢਿੱਲੀ ਜਿਹੀ ਗੁੱਤ ਕੀਤੀ, ਗਜ਼ ਲੰਮੇ ਸਿਆਹ ਵਾਲਾਂ ਦੀ, ਰੇਸ਼ਮੀ ਪਰਾਂਦਾ ਮੇਲਦਾ, ਸੱਪ ਵਾਂਗ ਮੁੱਠੀ ਭਰ ਲੱਕ ਤੇ। ਬਾਹਰਲੇ ਗੇਟ ਨੂੰ ਮਾਰਿਆ ਜੰਦਰਾ, ਕਾਹਲੀ ਨਾਲ ਵੜ ਗਈ ਗਲੀ 'ਚ। ਆਸੇ ਪਾਸੇ ਵੇਖ ਕੇ ਘਰ ਹੁੰਦਾ ਉਸ ਵੇਖਿਆ। ਸ਼ਬਨਮ ਮਿਲ ਪਈ ਘਰ ਹੀ, ਬੜੇ ਮੋਹ ਤੇ ਪਿਆਰ ਨਾਲ ਮਿਲੀ। ਪਹਿਲਾਂ ਵੀ ਉਹ ਮਿਲੀਆਂ ਹੁੰਦੀਆਂ ਇੱਕ ਦੋ ਵਾਰ, ਪਰ ਓਪਰੇ ਬਗਾਨਿਆਂ ਵਾਂਗ। ਆਪਣੀ ਮੰਮੀ ਨੂੰ ਕਹਿ ਕੇ ਚਾਹ ਵੱਲੋਂ ਕੋਠੇ ਤੇ ਜਾ ਬੈਠੀਆਂ। ਸ਼ੱਬੋ ਨੇ ਪੁੱਛ ਲਿਆ ਬੇਝਿਜਕ ਹੋ ਕੇ ਕਾਰਨ ਆਉਣ ਦਾ। ਹਾਂ ਦੱਸੋ ਭਾਬੀ ਜੀ, ਕਿਵੇਂ ਆਉਣਾ ਹੋਇਆ? ਵੇਖ ਕੇ ਦਮੋਂ ਦਾ ਸੂਰਜ ਵਰਗਾ ਮੁਖੜਾ ਉਹਨੂੰ ਫਿੱਕੀ ਲੱਗੀ ਆਪਣੀ ਸੁੰਦਰਤਾ। ਇੱਕ ਗਰਜ ਆਈਆਂ, ਸਲਾਹ ਕਰਨੀ ਹੈ ਤੇਰੇ ਨਾਲ। ਸ਼ੱਬੋ ਦੀ ਮਾਂ ਚਾਹ ਤੇ ਬਿਸਕਿਟ ਦੇ ਕੇ ਚਲੀ ਗਈ। ਦਮੋਂ ਪਹਿਲਾਂ ਸ਼ਰਮਾਈ, ਆਵਾਜ਼ ਜਿਵੇਂ ਫਸ ਗਈ ਹੋਵੇ ਸੰਗ 'ਚ। ਸ਼ੱਬੋ ਤਾੜ ਗਈ। ਉਹਨੇ ਹੌਸਲਾ ਕੀਤਾ, ਭਾਬੀ ਜੀ ਨਿਸੰਗ ਹੋ ਕੇ ਗੱਲ ਕਰੋ ਮੇਰੇ ਨਾਲ। ਕਾਹਦਾ ਪੜਦਾ ਡਾਕਟਰ ਤੋਂ? ਹਰ ਗੱਲ ਰਹੇਗੀ ਗੁਪਤ, ਮੇਰਾ ਪ੍ਰੋਮਿਸ ਰਿਹਾ। ਮਸਲਾ ਦੱਸਦਾ ਦਮੋਂ ਨੇ। ਸੁਣਦੀ ਰਹੀ ਸ਼ੱਬੋ ਇਕਾਗਰ ਚਿੱਤ ਹੋ ਕੇ। ਉਸ ਦਿਲਾਸਾ ਦਿੱਤਾ, ਸ਼ਰਾਰਤ ਨਾਲ ਕਿਹਾ, ਲੈ ਭਾਬੀ ਪਹਿਲਾ ਮੁੰਡਾ ਮੈਂ ਜਮਾਊਂ, ਦੱਸ ਸੌਵੇਂਗੀ ਮੇਰੇ ਨਾਲ? ਸ਼ਰਮ ਨਾਲ ਸੁੰਗੜ ਗਈ ਦਮੋਂ। ਸ਼ੱਬੋ ਨੇ ਦੱਸਿਆ, ਇਹ ਤਾਂ ਬੜੀ ਮਾਮੂਲੀ ਗੱਲ ਹੈ। ਹੁਣ ਤਾਂ ਖੁੱਲ੍ਹੇ ਹੋਏ ਹਸਪਤਾਲ ਸ਼ਹਿਰਾਂ 'ਚੋਂ ਕੰਪਿਊਟਰ ਨਾਲ ਅੰਡੇ ਰੱਖ ਦਿੰਦੇ ਵੀਰਜ ਤੇ ਬੱਚੇਦਾਨੀ 'ਚ। ਫਿਰ ਕੁਝ ਸੋਚ ਕੇ ਬੋਲੀ, ਖੈਰ ਵੀਰਜ ਤਾਂ ਮਿਲ ਸਕਦਾ ਮੁਫਤ ਵੀ। ਕਿੱਥੋਂ ਕਿਵੇਂ? ਦਮੋਂ ਹੋਰ ਹੈਰਾਨ ਹੋਈ। ਅੜੀਏ ਤੇਰੇ ਵਰਗੀ ਹੁਸੀਨ ਕੁੜੀ ਪਿੱਛੇ ਮੁੰਡੇ ਪਾਗਲ ਹੋਏ ਫਿਰਦੇ ਨੇ। ਨਹੀਂ ਇੰਜ ਤਾਂ ਪੈ ਜੂ ਰੌਲਾ, ਜੋ ਕਰਨਾ ਉਹਲੇ 'ਚ ਪੜਦੇ ਨਾਲ। ਠੀਕ ਆ, ਤੂੰ ਸਾਰੇ ਫਿਕਰ ਵਗਾ ਮਾਰ, ਕੰਮ ਤੇਰਾ ਹੋ ਜਾਊ, ਸ਼ੱਬੋ ਨੇ ਕਿਹਾ ਦ੍ਰਿੜਤਾ ਨਾਲ। ਸ਼ੱਬੋ ਨੇ ਸਮਝਾਤਾ, ਕਿਸੇ ਕੋਲ ਖੋਲ੍ਹਣਾ ਨਹੀਂ ਭੇਜਦੇ। ਮੁੰਡਾ ਮੇਰਾ ਦੋਸਤ ਏ, ਸੋਹਣਾ ਰੱਜ ਕੇ। ਹਾਂ ਜਾਣਾ ਸ਼ਾਇਦ 2-4 ਵਾਰੀ ਪਵੇ, ਹੋ ਸਕਦਾ ਹੈ ਗਰਭ ਨਾ ਠਹਿਰੇ ਇੱਕ ਵਾਰ ਦੇ ਮੇਲ ਨਾਲ। ਡੇਟ ਆਈ ਤੋਂ ਪਿੱਛੋਂ ਮੈਨੂੰ ਮਿਲੇ ਜਾਂ ਫੋਨ ਕਰ ਲਈ, ਸਾਰਾ ਪ੍ਰਬੰਧ ਮੈਂ ਆਪੇ ਕਰ ਲਊਂ, ਤੈਨੂੰ ਪਤਾ ਲੱਗੂ ਨਾ ਅਗਲੇ ਨੂੰ। ਘਰ ਨੂੰ ਜਾਂਦੀ ਦਮੋਂ ਜਿਵੇਂ ਉੱਡ ਰਹੀ ਹੋਵੇ ਅੰਬਰਾਂ 'ਚ। ਗੁੱਸਾ ਵੀ ਆਇਆ ਵੀ ਪਹਿਲਾਂ ਕਿਉਂ ਨਾ ਮਿਲੀ ਸ਼ਬਨਮ ਨੂੰ। ਘਰ ਜਾ ਕੇ ਲੰਮੀ ਪੈ ਗਈ। ਅੰਤਰ ਮਨ ਨਾਲ ਸੋਚਦੀ, ਕਦੇ ਸੁਣਿਆ ਵੇਖਿਆ ਨਹੀਂ ਧਰਤੀ ਪੈਦਾ ਕਰਨ ਲਈ ਜਿਣਸ ਆਪਣੇ ਗਰਭ 'ਚੋਂ ਬੀਜ ਲੈਣ ਜਾਂਦੀ ਹੋਵੇ ਆਪ ਤੁਰ ਕੇ। ਹਮੇਸ਼ਾ ਬੀਜ ਦਾ ਪ੍ਰਬੰਧ ਮਾਲਕ ਆਪ ਕਰਦਾ। ਧਰਤੀ ਤਾਂ ਯੁੱਗਾਂ ਤੋਂ ਸਥਿਰ ਹੈ, ਔਰਤ ਖਾਸਾ ਰੱਖਦੀ ਹੈ ਧਰਤੀ ਦਾ। ਜਿਮੀ ਵਰਗੀ ਵੀ ਉਹ ਤੋਂ ਵੱਖਰੀ ਵੀ ਹੁੰਦੀ ਹੈ ਔਰਤ, ਪੈਦਾ ਕਰਨ 'ਚ ਬਰਾਬਰ। ਭਾਵਨਾਵਾਂ ਤੇ ਜਜ਼ਬਾਤਾਂ ਦੇ ਅਨੁਭਵਾਂ ਕਰਕੇ ਵੀ, ਬੀਜ ਦੀ ਖੁਦ ਚੋਣ ਕਰਨ ਦੀ ਮਰਜ਼ੀ ਕਰਕੇ ਵੀ ਔਰਤ ਧਰਤੀ ਭਾਵੇਂ ਹੁੰਦੀ ਹੈ, ਪਰ ਸਦਾ ਜਵਾਨ ਨਹੀਂ ਰਹਿ ਸਕਦੀ ਧਰਤੀ ਵਾਂਗ। ਕਾਂਡ 11। ਬਿੰਦਰ ਦੀ ਸਿਹਤ ਹੋ ਗਈ ਬੇਹੱਦ ਕਮਜ਼ੋਰ, ਖਰਾਬ, ਦਿਨੋਂ ਦਿਨ ਜਾਂਦੀ ਵਿਗੜਦੀ। ਨਿੱਕੀ ਨਿੱਕੀ ਖੰਘ ਤੇ ਬੁਖਾਰ ਰਹਿੰਦਾ, ਸ਼ਿਕਾਰ ਕਈ ਰੋਗਾਂ ਦਾ। ਉਸ ਕੋਲ ਇੱਕੋ ਇਲਾਜ ਹੁੰਦਾ ਸਾਰੀਆਂ ਬਿਮਾਰੀਆਂ ਦਾ, ਨਸ਼ੇ। ਦਮੋਂ ਬੜਾ ਫਿਕਰ ਕਰਦੀ, ਗੰਭੀਰਤਾ ਨਾਲ ਸੋਚਦੀ, ਇਹ ਚੰਗਾ ਭਾਵੇਂ ਮਾੜਾ ਹੈ ਤਾਂ ਮੇਰਾ ਪਤੀ, ਭਾਵੇਂ ਦਿਲੋਂ ਕਦੀ ਨਹੀਂ ਮੰਨਿਆ। ਮੈਂ ਅੱਜ ਤੱਕ ਇਸ ਨਾਲ ਹੀ ਬੱਝਾ ਹੋਇਆ ਘਰ। ਕਹਿੰਦੇ ਸਿਉਂ ਖਾ ਜਾਂਦੀ ਉਹਨਾਂ ਦਰਵਾਜ਼ਿਆਂ ਨੂੰ ਜਿਨ੍ਹਾਂ ਥਾਣੀ ਲੰਘੇ ਨਾ ਮਰਦ ਕੋਈ। ਹਲਕਾ ਜਿਹਾ ਹੱਸ ਕੇ, ਬਿੰਦਾ ਤਾਂ ਹੈ ਹੀ ਨਾ ਮਰਦ, ਨਰ ਕਿੱਥੇ ਆ? ਦਮੋਂ 5-6 ਵਾਰ ਗਈ ਰਾਮਦਾਸ ਸ਼ੱਬੋ ਨਾਲ। ਉਹ ਆਸਵੰਦ ਹੋ ਗਈ, ਉਹਦੀ ਅੱਡੀ ਨਾ ਭੁੰਜੇ ਲੱਗਦੀ ਚਾਹ ਨਾਲ। 3 ਮਹੀਨੇ ਬੀਤ ਕੇ ਫੁੱਟ ਫੁੱਟ ਪੈਂਦੀ ਖੁਸ਼ੀ ਹੋ ਗਈ ਬੇਕਾਬੂ। ਇਸ ਦੌਰਾਨ ਨਾਟਕ ਕੀਤਾ ਦਮੋਂ ਨੇ ਕਈ ਵਾਰ। ਨਸ਼ੇ 'ਚ ਧੁੱਤ ਹੋਏ ਬਿੰਦਰ ਦੇ ਉਤਾਰ ਦਿੰਦੀ ਕੱਪੜੇ, ਆਪਣੇ ਚਿਹਰੇ ਤੇ ਪਾ ਲੈਂਦੀ ਚਟਾਕ, ਨੌਂਦਰਾ ਮਾਰ ਕੇ ਸਵੇਰੇ ਮਿੱਠਾ ਜਿਹਾ ਘੂਰਦੀ, ਅੜਿਆ ਤੂੰ ਤੰਗ ਬੜਾ ਕਰਦਾ ਕਦੇ ਕਦੇ, ਆਪਣੀ ਹੋਸ਼ ਨਹੀਂ ਹੁੰਦੀ, ਮੇਰੀ ਵੀ ਸੁਰਤ ਮਾਰ ਦਿੰਦਾ। ਫਿਰ ਇੱਕ ਦਿਨ ਦੱਸ ਦਿੱਤਾ ਉਹ ਮਾਂ ਬਣਨ ਵਾਲੀ ਹੈ। ਬਿੰਦੇ ਨੂੰ ਖੁਸ਼ੀ ਤਾਂ ਹੋਈ, ਪਰ ਜ਼ਾਹਰ ਨਾ ਹੋਣ ਦਿੱਤੀ, ਜਿਵੇਂ ਆਮ ਜੀ ਗੱਲ ਹੋਵੇ। ਐਵੇਂ ਕਰਨ ਲਈ ਕੀਤੀ ਗੱਲ ਵਰਗੀ। ਗੁੱਸਾ ਆ ਗਿਆ ਦਮੋਂ ਨੂੰ। ਟਿਕਾਣੇ ਕਰਨ ਲਈ ਹੋਸ਼ ਬਿੰਦੇ ਦੀ ਬੋਲੀ, ਤੂੰ ਜ਼ਮੀਨ ਜਾਨਾ ਫੁੱਕੀ ਤੇ ਮੁੰਡਾ ਸਾਡਾ ਖਾਊਗਾ ਕੀ? ਸ਼ਦੈਣੇ, ਜਿਹੜਾ ਪੈਦਾ ਹੋਊ ਕਿਸਮਤ ਆਪਣੀ ਨਾਲ ਲੈ ਕੇ ਆਊ। ਲੰਮੇ ਅਰਸੇ ਪਿੱਛੋਂ ਬਿੰਦਰ ਨੇ ਚੁੰਮਿਆ, ਕੁੱਟਿਆ, ਪਿਆਰ ਕੀਤਾ ਦਮੋਂ ਨਾਲ। 2 ਲੱਖ ਹੋਰ ਦੇਣ ਦਾ ਵਾਅਦਾ ਵੀ ਕੀਤਾ। ਦਮੋਂ ਚੁੱਪ ਹੋ ਗਈ। ਇਹ ਤੋਂ ਵੱਧ ਹੁੰਦੀ ਨਹੀਂ ਆਸ ਕੋਈ। ਹੁਣ ਸੋਚਾਂ ਦਮੋਂ ਦੀਆਂ ਹੋ ਗਈਆਂ ਹੋਰ ਵੀ ਲੰਮੀਆਂ। ਇਹ ਹੁੰਦੀਆਂ ਆਉਣ ਵਾਲੇ ਜੀ ਬਾਰੇ। ਉਹ ਕਿਹੋ ਜਿਹਾ ਹੋਏਗਾ, ਕਿਸ ਤੇ ਜਾਣਗੇ ਨੈਣ ਨਕਸ਼। ਸ਼ਾਇਦ ਹੋਵੇ ਸੀਰਤ ਵਰਗਾ, ਹੋ ਸਕਦਾ ਉਸ ਮੁੰਡੇ ਵਰਗਾ ਵੀ ਜਿਹਨੇ ਇਹ ਦਿੱਤਾ। ਕਹਿੰਦੇ ਬੱਚੇ ਦੀ ਨੂੰ ਹਾਰ ਜਾਂਦੀ ਉੱਤੇ, ਜਿਸ ਬਾਰੇ ਮਾਂ ਬਹੁਤਾ ਸੋਚੇ। ਹੋਣਾ ਚਾਹੀਦਾ ਇਸ ਹਿਸਾਬ ਸੁੱਚੇ ਵਰਗਾ।
ਖੁਸ਼ ਹੋ ਕੇ ਵੀ ਉਦਾਸ ਹੋ ਜਾਂਦੀ। ਪਈ ਨਾ ਤਾਂ ਬਿੰਦਰ ਦਾ ਹੀ ਲਿਖਿਆ ਜਾਣਾ ਹੈ ਕਾਗਜ਼ਾਂ ਵਿੱਚ। ਸਭ ਤੋਂ ਵੱਧ ਖੁਸ਼ੀ ਹੁੰਦੀ ਏ ਚਾਚੀ ਰਤਨੀ ਨੂੰ। ਹੁਣ ਉਹ ਪੂਰਾ ਧਿਆਨ ਰੱਖਦੀ ਦਮੋਂ ਦਾ, ਕਰਨ ਨਾ ਦਿੰਦੀ ਔਖਾ ਭਾਰਾ ਕੰਮ ਕੋਈ, ਨਾ ਸਰਦੇ ਨੂੰ ਆਪ ਕਰ ਦਿੰਦੀ। ਵੇਲਾ ਆਏ ਤੋਂ ਕੁੜੀ ਹੋਈ, ਬੜੀ ਸੁੰਦਰ ਤੇ ਸਮਾਰਟ, ਤਿੱਖੇ ਨਕਸ਼, ਬਿੱਲੇ ਨੈਣ। ਕੁੜੀ ਕਰਕੇ ਬਿੰਦਰ ਹੋਇਆ ਮਾਯੂਸ। ਫਿਰ ਤਸੱਲੀ ਦਿੱਤੀ ਮਨ ਨੂੰ, ਚਲੋ ਬੱਚਾ ਤਾਂ ਹੋਇਆ, ਅਗਲੀ ਵਾਰ ਮੁੰਡਾ ਹੋ ਜਾਊ। ਬਿੰਦਰ ਨੇ ਖੁਸ਼ੀ ਮਨਾਈ ਮੁੰਡੇ ਵਰਗੀ। ਜਦੋਂ ਜੰਮੀ ਕੁੜੀ ਨੇ ਦੁੱਧ ਲਈ ਨਿੱਕੇ ਨਿੱਕੇ ਹੱਥਾਂ ਨਾਲ ਟਟੋਲਿਆ, ਉਹਨੂੰ ਮਹਿਸੂਸ ਹੋਇਆ ਹੁਣ ਉਹ ਰਹੀ ਨਹੀਂ ਇਕੱਲੀ। ਨਿੱਕੀ ਜਿਹੀ ਜਿੰਦ ਉਹਦੇ ਨਾਲ ਸੀ, ਉਹਦਾ ਵੱਡਾ ਆਸਰਾ, ਸਹਾਰਾ, ਜੋ ਭਾਲ ਰਹੀ ਸੀ ਉਸ ਕੋਲੋਂ ਜੀਵਨ ਦਾ ਚਸ਼ਮਾ। ਉਹਦੀ ਖੁਸ਼ੀ ਤਾਂ ਜਾਂਦੀ ਨਹੀਂ ਸੰਭਾਲੀ, ਆਪ ਮੁਹਾਰੇ ਡੁੱਲਦੀ ਕੰਢਿਆਂ ਤੋਂ, ਉਛਲ ਉਛਲ ਪੈਂਦੀ, ਮਖਾਣਿਆਂ ਦਾ ਚੂਰਾ ਲੱਗਦੀ ਬੁੱਲਾਂ ਤੇ ਜੰਮੀ ਸਿਕਰੀ। ਸੁੰਨੇ ਘਰ 'ਚ ਕਲਕਾਰੀ ਬੱਚੇ ਦੀ ਜੇਤੂ ਬਿਗਲ ਵਾਂਗ ਗੂੰਜਦੀ। ਪਲਕੂ ਪਿੱਛੋਂ ਸੋਚਿਆ ਜੀ ਨੇ ਬੱਚਾ ਦਿੱਤਾ, ਮੈਂ ਤਾਂ ਜਾਣਦੀ ਨਹੀਂ ਨਾਂ ਵੀ ਉਹਦਾ, ਉਂਝ ਹੈ ਉਹ ਇਨਸਾਨ ਹੀ ਸੀ। ਧਰਤੀ ਵਿੱਚ ਵੀ ਬੀਜ ਕਈ ਵਾਰੀ ਪੈ ਜਾਂਦਾ ਹਵਾ ਨਾਲ, ਪਾਣੀ ਨਾਲ। ਇਹ ਗਾਥਾ ਵੀ ਕੁਝ ਕੁਝ ਮੇਲ ਖਾਂਦੀ ਏ ਸੀਰਤ ਨਾਲ। ਕੁੜੀ ਦਾ ਨਾਂ ਰੱਖਿਆ ਸ਼ਮਿੰਦਰ ਕੌਰ, ਸੱਸੀ। ਸ਼ੱਬੋ ਨੇ ਵੱਡੀ ਪੈਰਵਾਈ ਕੀਤੀ ਦਮੋਂ ਦੀ, ਇਹ ਨਾਂ ਵੀ ਰੱਖਿਆ ਉਸੇ ਨੇ। ਸਾਲ ਬੀਤ ਗਿਆ ਚਾਵਾਂ ਨਾਲ। ਇੱਕ ਦਿਨ ਅਚਾਨਕ ਬਿੰਦਰ ਖੜਾ ਖੜੋਤਾ ਡਿੱਗ ਪਿਆ, ਹੱਥ ਪੈਰ ਕੰਬਦੇ, ਸਰੀਰ ਸੁੰਨ, ਝੱਗ ਵਗਦੀ ਮੂੰਹ ਚੋਂ। ਦਮੋਂ ਡਰ ਘਬਰਾ ਗਈ। ਗੋਰਾ ਆਇਆ ਹੋਇਆ ਬੰਬੇ ਤੋਂ, ਕਈ ਦਿਨਾਂ ਤੋਂ ਖਾ ਪੀ ਰਹੇ ਹੁੰਦੇ ਇਕੱਠੇ। ਉਹਨੇ ਫੋਨ ਕਰਕੇ ਮੰਗਵਾਈ ਕਾਰ, ਫੌਰੀ ਲੈ ਗਏ ਹਸਪਤਾਲ ਡੇਰਾ ਬਾਬਾ ਨਾਨਕ, ਤੇ ਡਾਕਟਰ ਢਿੱਲੋਂ ਨੇ ਕਰਕੇ ਦਾਖਲ ਆਖਿਆ, ਲੱਗਦਾ ਕੁਝ ਖਾ ਲਿਆ ਜ਼ਹਿਰੀਲਾ, ਕੇਸ ਸੀਰੀਅਸ ਹੈ, ਮੈਂ ਪੂਰੀ ਵਾਹ ਲਾਵਾਂਗਾ, ਤੁਸੀਂ ਫਿਕਰ ਨਾ ਕਰੋ ਕੋਈ। ਡਾਢਾ ਵਕਤ ਪੈ ਗਿਆ ਦਮੋਂ ਨੂੰ। ਭੱਜੀ ਫਿਰਦੀ ਸੱਸੀ ਨੂੰ ਮੋਢੇ ਲਾ ਕੇ, ਇੱਕ ਲੱਤ ਹਸਪਤਾਲ ਦੂਜੀ ਘਰ, ਕਦੇ ਮੈਡੀਕਲ ਸਟੋਰਾਂ ਦੇ ਚੱਕਰ, ਕਦੇ ਟੈਸਟਾਂ ਦੀਆਂ ਰਿਪੋਰਟਾਂ, ਖਾਣ ਪੀਣ ਦੀ ਸੁੱਧ ਨਾ ਆਪਣੇ ਆਪ ਦੀ। ਹਨੇਰਾ ਦਿਸਦਾ ਚਾਰੇ ਪਾਸੇ, ਜਿਵੇਂ ਰੁੱਸ ਕੇ ਚਾਨਣ ਜਾ ਵੜਿਆ ਹੋਵੇ ਹਨੇਰੀ ਗੁਫਾ 'ਚ। ਅਜੇ ਬੜੀ ਮਦਦ ਕੀਤੀ ਗੋਰੇ ਨੇ। ਦਮੋਂ ਨੇ ਕੀਤਾ ਸ਼ੱਕ ਜ਼ਹਿਰ ਦੇਣ ਦਾ। ਗੋਰੇ ਆਖਿਆ ਫੀਮ ਬੜੀ ਮਾੜੀ ਆ ਰਹੀ, ਵਿੱਚ ਗੋਲੀਆਂ ਸਟਿਕ ਨਹੀਂ ਪਾਉਂਦੇ, 2000 ਨੂੰ ਤੋਲਾ ਦਿੰਦੇ। ਮੈਂ ਕਿਹਾ ਵੀ ਨਾ ਖਾ, ਨਹੀਂ ਮੰਨਿਆ, ਮੁਸੀਬਤ 'ਚ ਅਸੀਂ ਪੈ ਗਏ। ਦਮੋਂ ਕਿਹਾ ਗੋਰਾ ਨਹੀਂ ਮੰਨਦਾ ਮੇਰੀ ਵੀ, ਕੱਟ 4 ਦਿਨ ਔਖੇ ਸੌਖੇ। ਹੁਣ ਰਾਤ ਦਿਨ ਰਹਿੰਦਾ ਗੋਰਾ ਹਸਪਤਾਲ। ਸ਼ਾਮੀ ਆਉਣ ਲੱਗੀ ਪਿੰਡ ਨੂੰ। ਦਮੋਂ 100-200 ਬਦੋਬਦੀ ਦੇ ਆਉਂਦੀ, ਚਾਹ ਰੋਟੀ ਵਾਸਤੇ। ਸਵੇਰ ਤੇ ਦੁਪਹਿਰ ਦਾ ਖਾਣਾ ਲੈ ਜਾਂਦੀ ਘਰੋਂ। ਗੋਰਾ ਆਸ਼ਿਕ ਹੁੰਦਾ ਦਮੋਂ ਦੀ ਸੁੰਦਰਤਾ ਦਾ, ਜਵਾਨੀ ਦਾ, ਚੋਰੀ ਚੋਰੀ ਵੇਖਦਾ, ਹੌਕੇ ਭਰਦਾ। ਉਂਝ ਅੱਖ ਸਿੱਧੀ ਨਾ ਕਰਦਾ, ਦਿਲ 'ਚ ਕਈ ਵਾਧੇ ਘਾਟੇ ਧੜਕਦੇ ਰੜਕਦੇ। ਮਰਦ ਦੀ ਨਜ਼ਰ ਦੇ ਹੁੰਦੇ ਨੇ ਕਈ ਦ੍ਰਿਸ਼ਟੀਕੋਣ, ਰੰਗ, ਪ੍ਰਭਾਵ। ਜਦੋਂ ਫੁੱਟਦੀਆਂ ਗੋਰੇ ਦੀਆਂ ਅੱਖਾਂ 'ਚੋਂ ਤੀਵੀਂ ਦੀ ਭੁੱਖ ਦੀਆਂ ਕਿਰਨਾਂ, ਉਹ ਖਾ ਜਾਣਾ ਚਾਹੁੰਦਾ। ਤੀਵੀਂ ਨੇ ਪਾਏ ਹੋਣ ਭਾਵੇਂ ਸਟੀਲ ਦੇ ਕੱਪੜੇ, ਮਰਦ ਦੀ ਐਕਸਰੇਮਈ ਨਜ਼ਰ ਤਲਾਸ਼ੀ ਕਰ ਹੀ ਲੈਂਦੀ ਹੈ ਉਹਦੇ ਜਿਸਮ ਦੀ। ਹਸਪਤਾਲ ਦਾ ਮਹੀਨਾ ਹੋ ਗਿਆ ਸਾਲ ਵਰਗਾ। ਗੋਰੇ ਨੇ ਯਾਰੀ ਨਿਭਾਈ। ਦਮੋਂ ਨੂੰ ਹਮੇਸ਼ਾ ਭਾਬੀ ਜੀ ਆਖਦਾ, ਪੂਰਾ ਆਦਰ ਮਾਣ ਕਰਦਾ, ਦਿਲ ਦਾ ਚੋਰ ਨੰਗਾ ਨਾ ਹੋਣ ਦਿੰਦਾ। ਛੁੱਟੀ ਦੇਣ ਲੱਗੇ ਡਾਕਟਰ ਨੇ ਸਖਤ ਤਾੜਨਾ ਕੀਤੀ, ਸ਼ਰਾਬ ਦਾ ਟੇਪਾ ਵੀ ਲੈ ਸਕਦਾ ਤੇਰੀ ਜਾਨ। ਬਿੰਦਰ ਘਰ ਆ ਗਿਆ। ਗੋਰਾ ਹਰ ਵਕਤ ਹਾਜ਼ਰ ਰਹਿੰਦਾ ਸੇਵਾ 'ਚ, ਸਹਾਰਾ ਦੇ ਕੇ ਬਾਥਰੂਮ ਤੱਕ ਉਹੀ ਖੜਦਾ। ਦਮੋਂ ਤਕੜਾ ਪਹਿਰਾ ਰੱਖਦੀ। ਗੋਰਾ ਵੀ ਹੁੰਦਾ ਪੂਰਾ ਹੰਢਿਆ ਵਰਤਿਆ ਖਿਲਾੜੀ, ਉਹ ਕਿਸੇ ਨਾ ਕਿਸੇ ਤਰੀਕੇ ਲਿਆ ਹੀ ਦਿੰਦਾ ਮਾਲ। ਦਮੋਂ ਨੇ ਪਿਆਰ ਨਾਲ ਸਮਝਾਇਆ ਹੁਣ ਉਹ ਨਸ਼ੇ ਤਿਆਗ ਦੇਵੇ। ਸਵੇਰੇ ਉਹ ਮੰਨ ਲੈਂਦਾ, ਦੁਪਹਿਰ ਤੱਕ ਭੁੱਲ ਜਾਂਦਾ, ਸ਼ਾਮੀ ਟੱਲੀ ਹੋ ਜਾਂਦਾ ਦਮੇ ਤੋਂ ਚੋਰੀ। ਗੋਰੇ ਨੇ ਪ੍ਰਭਾਵ ਪਾਇਆ ਦਮੋਂ ਤੇ ਵੀ ਉਹ ਨਹੀਂ ਕਰਦਾ ਕੋਈ ਵੀ ਨਸ਼ਾ, ਸ਼ਰਾਬ ਪੀ ਲੈਂਦਾ ਪਰ ਕਦੇ ਕਦੇ। ਮਹੀਨੇ ਤੱਕ ਬਿੰਦਾ ਲੱਗ ਪਿਆ ਬੈਠਣ, ਖੇਡ ਲੈਂਦਾ ਸੱਸੀ ਨਾਲ। ਦਮੋਂ ਦੇ ਚਿਹਰੇ ਤੇ ਵੀ ਪਰਤਣ ਲੱਗੀ ਰੌਣਕ ਰਵਾਨਗੀ, ਪਰ ਜਲਦੀ ਇਸ ਤੇ ਪੈ ਗਿਆ ਡਾਕਾ। ਨੁਕਸਾਨ ਹੋ ਗਿਆ ਬੇਥਾ। ਲੋਹੜੀ ਦਾ ਦਿਨ, ਝੜੀ ਲੱਗੀ ਹੋਈ ਸਿਆਲ ਦੀ। ਦਮੋਂ ਨੇ ਪਾ ਕੇ ਕੁੱਕਰ 'ਚ ਮੀਟ ਰੱਖ ਦਿੱਤਾ ਗੈਸ ਤੇ। ਗੋਰਾ ਲੈ ਕੇ ਦੇ ਗਿਆ ਹੋਇਆ, ਹੁਣ ਬਿੰਦਰ ਦੀ ਦਵਾਈ ਲੈਣ ਗਿਆ ਹੋਇਆ ਸ਼ਹਿਰ। ਹਨੇਰੇ ਵਾਂਗ ਵਧੀ ਜਾਂਦਾ ਦਮੋਂ ਦਾ ਫਿਕਰ ਵੀ, ਪਰ ਜਲਦੀ ਉਹ ਆ ਗਿਆ। ਦਮੋਂ ਪਕਾਉਣ ਲੱਗ ਪਈ ਰੋਟੀਆਂ। ਮੌਕਾ ਤਾੜ ਕੇ ਗੋਰੇ ਨੇ 2 ਤਕੜੇ ਪੈਗ ਲਵਾਤੇ ਬਿੰਦਰ ਨੂੰ। ਰੋਟੀ ਖਾ ਕੇ ਗੱਲਾਂ ਬਾਤਾਂ ਕਰਦੇ ਰਹੇ। ਕਲੌਕ ਨੇ 11 ਵਜਾਏ। ਦਵਾਈ ਦਾ ਖਿਆਲ ਆਇਆ ਦਮੋਂ ਨੂੰ, ਤੇ ਗੋਰੇ ਨੇ 2 ਕੈਪਸੂਲ ਆਪ ਦਿੱਤੇ ਪਾਣੀ ਨਾਲ। ਉਹ ਲੰਮਾ ਪੈ ਗਿਆ। ਗੋਰਾ ਆਪਣੇ ਘਰ ਨੂੰ ਤੁਰ ਪਿਆ। ਚੋਰ ਅੱਖੀ ਦਮੋਂ ਨੂੰ ਤਾੜਦਾ, ਗਲੀ 'ਚ ਜਾਂਦਾ, ਸੋਚਦਾ ਬਚ ਗਿਆ ਸਾਲਾ ਪਿਛਲੀ ਵਾਰ, ਅੱਜ ਨਹੀਂ ਕੱਢਦਾ ਰਾਤ। ਮਰੇ ਪਰੇ ਖੱਚੜ ਅਮਲੀ। ਦਮੋਂ ਤਾਂ ਫਿਰ ਪੱਕੀ ਮੇਰੀ ਮਾਸ਼ੀ ਆ ਤਾਂ ਕੀ ਆ, ਔਰਤ ਤਾਂ ਹੈ ਨਾ, ਤੇ ਉਹ ਵੀ ਕੱਚ ਦੀ ਸੁਰਾਹੀ ਵਰਗੀ, ਸੋਨੇ ਦੀ ਮੁਰਗੀ ਵੀ। ਮੁਸਕਾਨ ਫੈਲ ਗਈ ਚਿਹਰੇ ਤੇ ਬਿਜਲੀ ਦੇ ਚਾਨਣ ਵਰਗੀ। ਤੀਜੇ ਪੈਰ ਰਾਤ ਦੇ ਨੇੜੇ ਸੁੱਤੀ ਦਮੋਂ ਨੂੰ ਜਗਾਇਆ ਬਿੰਦਰ ਨੇ। ਪਾਣੀ ਦਾ ਇਸ਼ਾਰਾ ਕੀਤਾ, ਬੋਲਿਆ ਨਹੀਂ ਗਿਆ। ਬੱਲਬ ਹਮੇਸ਼ਾ ਜਗਦਾ ਰੱਖਦੇ ਸੱਸੀ ਕਰਕੇ।
ਦਮੋ ਤਰਬ ਕੇ ਉੱਠੀ, ਡਰੀ ਤੇ ਘਬਰਾਈ ਹੋਈ। ਵੇਖਿਆ ਜ਼ਰਾ ਸੁਰਤ ਨਾਲ, ਬੁਰੀ ਹਾਲਤ ਬਿੰਦਰ ਦੀ। ਝੱਗ ਡੁੱਲਦੀ, ਮੂੰਹ ਚੋਂ ਮੁੜਕੋ ਮੁੜਕੀ, ਸਾਹ ਚੱਲਦੇ ਟੁੱਟਵੇਂ, ਮਰੇ ਜਏ ਬੋਲ ਉਰੇ ਦਮੋ ਡਾਕਟਰ। ਦਮੋ ਦੀ ਜਿੰਦ ਹੱਥਾਂ ਪੈਰਾਂ 'ਚ ਆ ਗਈ। ਵੇਖ ਕੇ ਹਾਲਤ ਬਿੰਦਰ ਦੀ ਦੌੜੀ ਗਈ ਚਾਚੀ ਰਤਨੀ ਵੱਲ। ਫੋਨ ਕੀਤਾ ਗੋਰੇ ਨੂੰ। ਦਮੋ ਤੇ ਚਾਚੀ ਨੇ ਵੇਖਿਆ ਆ ਕੇ ਮਰ ਗਿਆ ਹੋਇਆ ਬਿੰਦਰ। ਚੀਕਾਂ ਸੁਣ ਕੇ ਹੋਰ ਲੋਕ ਵੀ ਆਏ। ਔਰਤਾਂ ਮਸੀਹ ਸੰਭਾਲਿਆ ਦਮੋ ਨੂੰ। ਸ਼ੋਰ ਨਾਲ ਜਾਗ ਪਈ ਸੱਸੀ ਵੀ। ਉਹਨੂੰ ਚਾਚੀ ਲੈ ਗਈ ਆਪਣੇ ਘਰ। ਦਮੋ ਲਈ ਦੁਨੀਆ ਉੱਜੜ ਗਈ। ਖੌਫ ਉਬਲਦਾ ਅੱਖਾਂ 'ਚੋਂ, ਚਿਹਰੇ ਤੇ ਪਰਛਾਵਾਂ ਸਹਿ ਪੀੜਦਾ। ਸ਼ਾਮ ਤੱਕ ਬਿੰਦਰ ਦੀ ਮੜੀ ਵੀ ਠੰਡੀ ਪੈ ਗਈ। ਰਾਤ ਨੂੰ ਦਮੋ ਕੋਲ ਰਹੀਆਂ ਚਾਚੀ ਤੇ ਸ਼ੱਬੋ। ਦੋ ਹੀ ਮਰਦ ਰਹੇ, ਸਰਪੰਚ ਤੇ ਗੋਰਾ। ਹੋਰ ਨਹੀਂ ਆਇਆ ਕੋਈ ਵੀ। ਲੰਮੇ ਸਮੇਂ ਤੋਂ ਬਸੰਤ ਸਿਉਂ ਦਾ ਘਰ ਅਲੱਗ ਥਲੱਗ ਹੁੰਦਾ, ਬਾਕੀ ਪਿੰਡ ਨਾਲੋਂ ਕੱਟਿਆ ਵੱਢਿਆ ਜਿਹਾ, ਇੰਡੀਆ ਦੇ ਨਕਸ਼ੇ ਹੇਠ ਲਟਕਦਾ ਜਿਵੇਂ ਹੋਵੇ ਸ਼੍ਰੀਲੰਕਾ। ਬਿੰਦਰ ਦਾ ਉੱਕਾ ਬੋਲ ਚਾਲ ਨਹੀਂ ਹੁੰਦਾ ਕਿਸੇ ਨਾਲ ਵੀ। ਲੋਕਾਂ ਦੀ ਬੇਮੁਖਤਾ ਦਾ ਕਾਰਨ ਦਮੋ ਵੀ ਬਣੀ। ਉਹਨੇ ਤਾਂ ਸੂਹ ਨਹੀਂ ਲੱਗਣ ਦਿੱਤੀ ਹੁੰਦੀ ਹਵਾ ਨੂੰ ਵੀ, ਪਰ ਵਿਆਹ ਤੋਂ ਫੌਰੀ ਪਿੱਛੋਂ ਉਹਦੀ ਹਿਸਟਰੀ ਸ਼ੀਟ ਪਹੁੰਚ ਗਈ ਹੁੰਦੀ ਨੂਰਪੁਰ। ਕਿਸੇ 10 ਨੰਬਰੀ ਬਦਮਾਸ਼ ਵਾਂਗ ਰਾਤੋਂ ਰਾਤ ਬਦਲ ਗਈਆਂ ਲੋਕਾਂ ਦੀਆਂ ਨਜ਼ਰਾਂ। ਉਹਨਾਂ 'ਚ ਉੱਗ ਆਏ ਜੰਗਲ ਜਾਤੀਵਾਦ ਦੇ ਹਰੇਕ ਤੱਕਣੀ ਟੀਰੀ ਹੋ ਗਈ। ਅੰਦਰ ਖਾਤੇ ਸਾਰਾ ਪਿੰਡ ਜਾਣਦਾ ਦਮੋ ਮਹਾਸ਼ਾ ਬਰਾਦਰੀ ਦੀ ਕੁੜੀ ਹੈ। ਪਿੰਡ 'ਚ ਉਹਨੇ ਯਾਰਾਨਾ ਪਾਲਿਆ ਸ਼ਰੇਆਮ। ਉਹਦਾ ਮੁੰਡਾ ਜੰਮਿਆ, ਪਿੱਛੋਂ ਉਹਨੂੰ ਕੈਦ ਕਰਵਾਤਾ। ਉਹਨੂੰ ਕਦੇ ਕੋਈ ਮਿਲਣ ਵੀ ਨਹੀਂ ਆਇਆ ਹੁੰਦਾ ਤੇ ਪਿਓ ਨਾ ਭਰਾ। ਪਿੰਡ ਵਾਲੇ ਸਮਝਦੇ ਮੁੱਲ ਦੀ ਤੀਵੀਂ। ਸ਼ਬਨਮ ਤੇ ਚਾਚੀ ਰਤਨੀ ਦਿਲੋਂ ਹਮਦਰਦੀ ਕਰਦੀਆਂ, ਔਰਤ ਹੋਣ ਕਰਕੇ ਵੀ, ਸਮੇਂ ਦੀ ਬਲੀ ਦਾ ਬੱਕਰਾ ਬਣੀ ਕਰਕੇ ਵੀ। ਉਹ ਸਭ ਸਮਝਦੀਆਂ, ਮਹਿਸੂਸ ਕਰਦੀਆਂ ਸ਼ਿੱਦਤ ਨਾਲ। ਭਈ ਧਰਮ ਕੋਈ ਵੀ ਹੋਵੇ, ਔਰਤ ਦੀ ਜ਼ਾਤ ਔਰਤ ਹੀ ਹੁੰਦੀ ਹੈ। ਦੁੱਖ ਦਰਦ ਵੀ ਸਾਂਝੇ। ਕਦੇ ਆਦਮੀ ਵੀ ਵਿਕਿਆ, ਔਰਤ ਹੀ ਵਿਕਦੀ ਆਈ ਹੈ ਸਦੀਆਂ ਤੋਂ। ਨਵੇਂ ਜ਼ਮਾਨੇ ਦੀ ਹੋਣ ਕਰਕੇ ਸ਼ਬਨਮ ਸੋਚਦੀ, ਹੁਣ ਤਾਂ ਸ਼ਰੇਆਮ ਵਿਕਰੀ ਹੋ ਰਹੀ ਹੈ ਔਰਤ ਦੇ ਅੰਗਾਂ ਦੀ। ਫਿਲਮਾਂ ਟੀਵੀ ਦੀ ਮਸ਼ਹੂਰੀ ਜਾਂ ਅਦਾਕਾਰੀ ਔਰਤ ਦੇ ਅੰਗਾਂ 'ਤੇ ਹੀ ਨਿਰਭਰ ਹੈ। ਭੋਗ ਪੈਣ ਤੱਕ ਵਿਰਲੀ ਟਾਵੀਂ ਆਵਾਜਾਈ ਰਹੀ। ਫਿਰ ਘਰ 'ਚ ਰਹਿ ਗਈਆਂ ਦਮੋ ਤੇ ਮਾਸੂਮ ਸੱਸੀ। ਰਾਤੀ ਰਤਨੀ ਸੌਂਦੀ ਦਮੋ ਕੋਲ, ਜਦੋਂ ਵੀ ਲੋੜ ਪੈਂਦੀ ਝੱਟ ਆ ਬਣਦੀ ਦਮੋ ਦਾ ਆਸਰਾ। ਉਹਦੇ ਰੋਣ ਤੋਂ ਖਿੱਝ ਜਾਂਦੀ ਕਈ ਵਾਰੀ। ਕਹਿ ਦਿੰਦੀ, ਜਿਉਂਦਾ ਹੁੰਦਾ ਵੀ ਮਰਿਆ ਰਿਹਾ ਤੇਰੇ ਲਈ। ਕੀ ਸੋਚਿਆ ਉਸ ਤੇਰੇ ਬਾਰੇ? ਉਪਰੀ ਬਗਾਨੀ ਸਮਝਿਆ ਨਾ। ਆਪਣਾ ਆਪ ਸੰਭਾਲ, ਅਜੇ ਤੇਰੀ ਉਮਰ ਹੀ ਕੀ ਆ। ਮਰ ਥੋੜਾ ਜਾਣਾ ਮਰਿਆ ਨਾਲ। ਰੋਇਆਂ ਰੂਪ ਰੁੱਲ ਜੂ, ਫਿਰ ਕਿਸੇ ਨਹੀਂ ਪੁੱਛਣਾ। ਮਰਦ ਭੁੱਖੇ ਹੁੰਦੇ ਆ ਹੁਸਨ ਦੇ, ਰੂਪ ਰਸ ਦੇ ਗਾਹਕ। ਬੜੀ ਖਿੱਚੇ ਅਜੇ ਤੇਰੇ 'ਚ, ਬਿਲਕੁਲ ਕੁਆਰੀ ਲੱਗਦੀ ਹੈ। ਕੋਈ ਚੰਗਾ ਮੁੰਡਾ ਮਿਲ ਸਕਦਾ, ਬਹੁਤਾ ਸੋਚਿਆ ਵੀ ਨਾ ਕਰ। ਚਾਚੀ ਸੱਚੇ ਦਿਲੋਂ ਖਫਾ ਹੁੰਦੀ। ਸ਼ਬਨਮ ਵੀ ਬਕਾਇਦਾ ਆਉਂਦੀ ਐਤਵਾਰ। ਘੜੀ ਦੁੱਖ ਸੁੱਖ ਫੋਲ ਲੈਂਦੀਆਂ। ਦਮੋ ਨੇ ਰਾਈ ਦੱਸਦਾ ਹੋਇਆ ਸੁੱਚੇ ਨਾਲ ਮੁਹੱਬਤ ਤੇ ਸੀਰਤ ਬਾਰੇ ਵੀ। ਉਹਦੀ ਸਾਫ਼ ਦਿਲੀ ਨੇ ਕੀਲ ਲਿਆ ਸ਼ੱਬੋ ਨੂੰ। ਗੋਰਾ ਆਉਂਦਾ ਨੇਮ ਨਾਲ, ਬਿੰਦਰ ਦੀ ਫੋਟੋ ਨਾਲ ਗੱਲਾਂ ਕਰਦਾ ਰੋ ਪੈਂਦਾ। ਹੌਸਲਾ ਦਿੰਦਾ ਦਮੋ ਨੂੰ। ਘੰਟਾ 2 ਘੰਟੇ ਬੈਠ ਕੇ ਚਲਾ ਜਾਂਦਾ। 5-7 ਮਹੀਨੇ ਪਿੱਛੋਂ ਦਮੋ ਕਾਫੀ ਸੰਭਲ ਗਈ। ਹੁਣ ਪਹਿਲਾ ਸਵਾਲ ਮਗਰਮੱਛ ਵਾਂਗ ਅੱਡ ਖਲੋਤਾ ਮੂੰਹ, ਵੀ ਉਹ ਰਵੇ ਕਿੱਥੇ। ਕੋਠੀ ਹੁੰਦੀ ਏ, ਨਾਲ ਹਵੇਲੀ ਵੀ ਬਣੀ ਹੋਈ, ਪਿੰਡੋਂ ਬਾਹਰ 2 ਕਿੱਲੇ ਜ਼ਮੀਨ ਵੀ, ਤੇ ਬਿੰਦਰ ਵੱਲੋਂ ਦਿੱਤਾ 12 ਲੱਖ ਰੁਪਈਆ ਹੁੰਦਾ। 20-25 ਹਜ਼ਾਰ ਹੋਰ ਵੀ ਹੁੰਦਾ। ਪਰ ਇਹ ਧਨ ਦੌਲਤ ਮਰਦ ਤਾਂ ਨਹੀਂ ਨਾ ਬਣ ਸਕਦਾ। ਉਦਾਸ ਹੋ ਜਾਂਦੀ। ਅਖੀਰ ਹਾਲ ਦੀ ਘੜੀ ਕੀਤਾ ਫੈਸਲਾ, ਉਹ ਨੂਰਪੁਰ ਹੀ ਰਹੇਗੀ। ਇੱਕ ਤਾਂ ਘਰਾਂ 'ਚ ਘਰ ਹੈ, ਆਂਢ ਗੁਆਂਢ ਵੀ ਚੰਗਾ। ਸੀਰਤ ਨੂੰ ਵੀ ਲੈ ਆਊਂ ਇੱਥੇ ਹੀ, ਭਰਾ ਭੈਣ ਨੂੰ ਵੀ ਪੜ੍ਹਾਉਂਗੀ। ਜ਼ਮੀਨ ਦੇ ਦਿਉ ਠੇਕੇ ਤੇ ਤਿੰਨਾਂ ਦਾ ਸੌਖਾ ਗੁਜ਼ਾਰਾ ਹੋਈ ਜਾਣਾ ਸ਼ਾਇਦ। ਕਦੇ ਸੁੱਚਾ। ਇੱਕ ਦਿਨ ਤੜਕੇ ਆਇਆ ਸੁਪਨਾ ਸੁੱਚੇ ਦਾ। ਫਿਰ ਉਹ ਚਿਹਰਾ ਬਣ ਗਿਆ ਬਿੰਦਰ ਦਾ। ਫਿਰ ਮਸਤੀ ਦਾ। ਡਰ ਕੇ ਉੱਠ ਬੈਠੀ। ਜਦੋਂ ਦਮੋ ਸਨਮੁਖ ਹੁੰਦੀ, ਆਪਣੀ ਉਦਾਸੀ ਦੇ ਡੂੰਘੀ ਸੋਚ ਵਿਚਾਰ ਕਰਦੀ। ਉਹ ਕਿੱਥੋਂ ਤੁਰੀ, ਕਿੱਥੇ ਪਹੁੰਚ ਗਈ। ਕੋਈ ਸਹਾਰਾ ਨਾ ਰਹਿ ਗਿਆ, ਤੂਫਾਨਾਂ ਚੁੜਦੇ ਪੱਤੇ ਵਾਂਗ। ਕਦੇ ਸੋਚਦੀ ਕਿਉਂ ਨਾ ਚਲੀ ਜਾਏ ਪਾਲੇ ਕੋਲ, ਬਟਾਲੇ ਨਾਲ ਯਾਦ ਆ ਜਾਂਦਾ ਸੀਰਤ। ਹੌਲ ਪੈਂਦੇ ਦਿਲ ਨੂੰ। ਹੋਸ਼ ਨਾ ਰਹਿੰਦੀ ਕਾਸੇ ਦੀ। ਸੀਰਤ ਹੁੰਦਾ ਉਹਦੀ ਪਿਆਰ ਨਿਸ਼ਾਨੀ। ਕਦੇ ਅੰਦਾਜ਼ਾ ਲਾਉਂਦੀ ਰੇਖਾ ਬਾਰੇ, ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦੀ ਹੋਊ। ਪੜ੍ਹਦੀ ਏ ਕਿ ਹਟ ਗਈ ਹੋਈ। ਕਿਤੇ ਇੱਕ ਵਾਰ ਜਾਵਾਂ ਪਿੰਡ। ਨੈਣਾਂ 'ਚ ਚਮਕ ਉੱਠਦੇ ਗੁਲਾਬੀ ਡੋਰੇ ਯਾਦਾਂ ਦੇ, 2 ਕਿਨਾਰੇ ਦਿਲ ਦੇ ਦਰਿਆ ਵਾਂਗ। ਇੱਕ ਪਾਸੇ ਸੀਰਤ ਖੜਾ, ਦੂਜੇ ਬੰਨੇ ਸੁੱਚਾ। ਦਮੋ ਭਾਵੇਂ ਗੁਆਚੀ ਰਹੀ ਜ਼ਿੰਦਗੀ ਦੇ ਖਲਜਗਣਾ ਵਿੱਚ, ਵੱਟ ਟੁੱਕ ਸੁੱਟਿਆ ਹਾਲਾਤਾਂ ਦੇ ਗੰਡਾਸੇ ਨੇ, ਪਰ ਚੇਤਨਾ ਰਹੀ ਬਹਾਲ। ਸੀਰਤ ਤੇ ਸੁੱਚਾ ਹੁੰਦੇ ਉਹਦੇ ਅੰਗ ਸੰਗ। ਰੇਖਾ ਵੀ ਸ਼ਾਮਲ ਹੁੰਦੀ ਦਿਲ ਦੀ ਧੜਕਣ 'ਚ। ਸੱਸੀ ਵਿੱਚ ਤਾਂ ਆਪ ਵਸਦੀ। ਇਹ ਸੋਚਾਂ ਪਿੱਛਾ ਨਾ ਛੱਡਦੀਆਂ ਸਾਰਾ ਦਿਨ। ਕੋਠੀ ਦੇ ਇਸ ਕਮਰੇ 'ਚ ਜਦੋਂ ਸਾਰਾ ਪਿੰਡ ਸੁੱਤਾ ਹੁੰਦਾ, ਦਮੋ ਦੇ ਪਿੰਡੇ ਦੇ ਭਿਆਨਕ ਹਾਦਸੇ ਹੁੰਦੇ ਜਾਗਦੇ। ਉਹਦੀ ਜ਼ਿੰਦਗੀ ਵਾਂਗ ਹੀ ਕਮਰਾ ਵੀ ਹੁੰਦਾ ਖਾਲਮ ਖਾਲੀ। ਉਹ ਬਾਰੀ 'ਚ ਖਲੋ ਕੇ ਬਾਹਰ ਵੇਖਦੀ, ਸੰਘਣੇ ਤੇ ਅਥਾਹ ਹਨੇਰੇ ਵੱਲ, ਜੋ ਪੇਤਲਾ ਹੁੰਦਾ ਉਹਦੀ ਜ਼ਿੰਦਗੀ ਦੇ ਹਨੇਰੇ ਨਾਲੋਂ। ਹਨੇਰੇ 'ਚ ਸੂਰਜ ਚਮਕਿਆ ਸੁੱਚੇ ਦੇ ਚਿਹਰੇ ਦਾ।
ਉਹਨੇ ਘੁੱਟ ਲਿਆ ਸੱਸੀ ਨੂੰ ਛਾਤੀ ਨਾਲ। ਇੱਕ ਦਿਨ ਰਤੀ ਚੰਗੇ ਮੂਡ 'ਚ ਜਾ ਖਲੋਤੀ ਆਦਮਕਦ ਸ਼ੀਸ਼ੇ ਸਾਹਮਣੇ, ਚੇਤਾ ਹੀ ਭੁੱਲ ਗਈ ਹੋਈ ਸੂਰਤ ਵੇਖਣ ਦਾ। ਉਹ ਹੈਰਾਨ ਹੋਈ, ਇੰਨੇ ਝੱਖੜ ਝਾਂਜੇ ਦੇ ਤੂਫਾਨਾਂ ਦੇ ਗੁਜ਼ਰ ਜਾਣ ਪਿੱਛੋਂ, ਕੜਾਕੇਦਾਰ ਧੁੱਪਾਂ ਤੇ ਕਕਰੀਲੀਆਂ ਰਾਤਾਂ ਦੇ ਛਾਂਟੇ ਸਹਿ ਕੇ ਵੀ ਉਹ ਨਿਖਰੀ ਹੋਈ ਪਹਿਲਾਂ ਵਾਂਗ ਹੀ। ਅੱਖਾਂ ਦੀ ਚਮਕ ਸਾਫ਼ ਤੇ ਨਿਤਰੀ ਹੋਈ, ਚਿਹਰਾ ਅਜੇ ਵੀ ਦਗਦਾ ਤਪੇ ਹੋਏ ਚੁੱਲ੍ਹੇ ਦੇ ਵੱਟਿਆਂ ਵਾਂਗ। ਠੋਡੀ ਦਾ ਤਿਲ ਸ਼ਾਨ ਬਣਿਆ ਹੋਇਆ ਸੁੰਦਰਤਾ ਦੀ। ਚਾਚੀ ਦੀ ਗੱਲ ਯਾਦ ਆਈ, ਤੂੰ ਤਾਂ ਅਜੇ ਕੁਵਾਰੀ ਲੱਗਦੀ ਹੈ। ਗੋਰਾ ਫੇਰ ਪਰਤ ਆਇਆ ਬੰਬੇ ਤੋਂ, ਕਿਸੇ ਟਰਾਂਸਪੋਰਟ 'ਚ ਨੌਕਰੀ ਕਰਦਾ ਦੱਸਦਾ। ਪਹਿਲਾਂ ਵਾਂਗ ਫੇਰ ਮਾਰਨ ਲੱਗ ਪਿਆ ਚੱਕਰ। ਦਮੋਂ ਸਮਝਦੀ ਉਹਦੀ ਖਾਹਿਸ਼ ਨੂੰ, ਪਰ ਅਜੇ ਦਿਲੋਂ ਨਹੀਂ ਹੁੰਦੀ ਤਿਆਰ। ਕਈ ਵਾਰੀ ਬਾਗੀ ਹੋ ਜਾਂਦੀਆਂ ਸਰੀਰਕ ਲੋੜਾਂ, ਪਰ ਕੋਈ ਪੱਕਾ ਫੈਸਲਾ ਕਰਨ ਤੋਂ ਪਹਿਲਾਂ ਜ਼ਰੂਰੀ ਸਮਝਦੀ ਸੋਚਣਾ ਚੰਗੇ ਮਾੜੇ ਸਿੱਟਿਆਂ ਬਾਰੇ। ਹੁਣ ਤੱਕ ਗੋਰੇ ਨੇ ਉਹਨੂੰ ਕਦੇ ਮਾੜਾ ਨਹੀਂ ਬੋਲਿਆ। ਬਿੰਦਰ ਬਿਮਾਰ ਹੋਇਆ, ਉਹ ਪੂਰਾ ਨਾਲ ਨਿਭਿਆ। ਅਮਲੀ ਵੈਲੀ ਵੀ ਨਾ ਦਿਸਦਾ, ਬਣ ਫੱਬ ਕੇ ਰਹਿੰਦਾ। ਪੜ੍ਹਦਾ ਲੱਗਦਾ ਕਾਲਜ 'ਚ, ਜਦੋਂ ਟੀ-ਸ਼ਰਟ ਨਾਲ ਜੀਨ ਪਾਉਂਦਾ। ਗੋਰੇ ਨੇ ਅਣਕਹੀਆਂ ਗੱਲਾਂ ਕਹਿ ਦਿੱਤੀਆਂ ਨਜ਼ਰਾਂ ਦੇ ਇਸ਼ਾਰੇ ਨਾਲ। ਦਮੋਂ ਨੂੰ ਸਮਾਂ ਦਿੱਤਾ ਸੋਚਣ ਦਾ। ਕਹਿੰਦਾ ਛੁੱਟੀ ਥੋੜ੍ਹੀ ਮਿਲੀ ਹੈ, ਫਿਰ ਵਾਪਸ ਚਲਾ ਗਿਆ। ਮੋਬਾਈਲ ਲੈ ਕੇ ਦੇ ਗਿਆ, ਕਦੇ ਕਦਾਈ ਫੋਨ ਵੀ ਕਰਦਾ ਦਮੋਂ ਨੂੰ। ਦਮੋਂ ਫਸ ਗਈ ਭਾਰੀ ਦੁਚਿੱਤੀ 'ਚ। ਗੋਰਾ ਚੰਗਾ ਵੀ ਲੱਗਦਾ ਵੇਖ ਕੇ, ਦਿਲ ਵੀ ਧੜਕਦਾ, ਜਿਸਮ ਵੀ ਪੰਘਰਦਾ। ਘਰ ਵੀ ਫੇਰ ਵਸਾਉਣਾ ਚਾਹੁੰਦੀ, ਵਿਆਹ ਕਰਕੇ ਥੱਕ ਟੁੱਟ ਚੁੱਕੀ ਖਾ ਖਾ ਠੋਕਰਾਂ। ਸਮਾਜਿਕ ਜ਼ਬਰ ਨੇ ਭੰਨ ਮਰੋੜ ਸੁੱਟਿਆ। ਰਿਸ਼ਤਾ ਵੀ ਬਣਦਾ ਗੋਰੇ ਨਾਲ, ਪਰ ਉਲਝੀ ਹੋਈ ਮਾਨਸਿਕ ਪਰੇਸ਼ਾਨੀ ਕਰਕੇ ਪਹੁੰਚ ਨਹੀਂ ਪਾ ਰਹੀ ਕਿਸੇ ਠੋਸ ਫੈਸਲੇ 'ਤੇ। ਉਹ ਜੇ ਹੋਰ ਜਾਣਨਾ ਚਾਹੁੰਦੀ ਗੋਰੇ ਬਾਰੇ। ਸੋਚਦੀ ਪਹਿਲਾਂ ਤਾਂ ਪੈਸੇ ਲੈ ਕੇ ਪਿਓ ਨੇ ਲੱਭ ਦਿੱਤਾ ਸੀ ਨਾਮਰਦ ਅਮਲੀ, ਤੇ ਹੁਣ ਧੋਖਾ ਨਹੀਂ ਖਾਣਾ, ਆਪਣੀ ਮਰਜ਼ੀ ਕਰੂੰ। ਜੇ ਕਿਤੇ ਹੁਣ ਸੁੱਚਾ ਅਥਰੂ ਬੇਮੁਹਾਰੇ ਹੋ ਗਏ। ਮੁੱਲਾਂ ਦੀ ਦੌੜ ਮਸੀਤ ਤੱਕ। ਦਮੋਂ ਨੇ ਬੁੱਕਲ ਸਾਂਝੀ ਕੀਤੀ ਚਾਚੀ ਨਾਲ। ਚਾਚੀ ਤਾਂ ਦਿਲੋਂ ਚਾਹੁੰਦੀ ਦਮੋਂ ਦਾ ਘਰ ਫੇਰ ਵਸ ਜੇ। ਇੱਥੇ ਕੁਆਰਾ ਮੁੰਡਾ ਮਰਿਆ ਪਿਆ। ਚਾਚੀ ਸੋਚ ਕੇ ਆਖਿਆ, ਧੀਏ ਪਾਂਦਾ ਨਾ ਪੁੱਛ, ਲੰਬੜਾਂ ਦਾ ਮੁੰਡਾ ਹੈ। ਜ਼ਮੀਨ ਕਿਸੇ ਚੱਟਣੀ ਹੈ? ਇੱਥੇ ਕੋਈ ਨਹੀਂ ਪੁੱਛਦਾ ਦੋ ਬੱਚਿਆਂ ਦੀ ਮਾਂ ਨੂੰ। ਤੇਰੀ ਜਵਾਨੀ ਤੇ ਸੁੰਦਰਤਾ ਲੁਕੋ ਲੈਂਦੇ ਨੇ ਸਾਰੇ ਐਬ। ਹੋਰ ਨਾ ਸੋਚ, ਜੋੜੀ ਵੀ ਸੋਹਣੀ ਬਣੋ। ਸ਼ੱਬੋ ਨੇ ਵੀ ਸਹਿਮਤੀ ਪ੍ਰਗਟ ਕਰਦਿਆਂ ਕਿਹਾ, ਗੋਰਾ ਚੰਗੇ ਘਰ ਦਾ ਮੁੰਡਾ ਹੈ, ਬੰਬੇ ਨੌਕਰੀ ਕਰਦਾ ਕੋਈ, ਤੈਨੂੰ ਨਾਲ ਹੀ ਲੈ ਜਾਏਗਾ। ਤੇ ਸੱਸੀ ਨੂੰ ਸਾਲ ਖੰਡ ਹੋਸਟਲ 'ਚ ਰੱਖ ਲੈ, ਜਵਾਕ ਜੱਲਾ ਹੋ ਗਿਆ, ਸਭ ਠੀਕ ਹੋ ਜੂ। ਸ਼ੱਬੋ ਨੇ ਵੀ ਮੱਤ ਦਿੱਤੀ ਵੇਲਾ ਸਾਂਭ ਲੈਣ ਦੀ। ਗੋਰਾ ਹੁਣ ਰੋਜ਼ਾਨਾ ਫੋਨ ਕਰਦਾ। ਅਖੀਰ ਦਮੋਂ ਨੇ ਕਰ ਲਿਆ ਨਿਸ਼ਚਾ, ਬਣਾ ਲਿਆ ਮਨ। ਸੋਚਿਆ ਇੱਕ ਪਾਸੇ ਤਾਂ ਲੱਗਣਾ ਹੀ ਪੈਣਾ, ਪਰ ਦਿਲ ਦੇ ਕਿਸੇ ਖੂੰਜੇ ਅਜੇ ਵੀ ਸੁੱਚੇ ਦੀ ਮੁਹੱਬਤ ਹੌਕੇ ਭਰਦੀ ਮਹਿਸੂਸ ਹੁੰਦੀ। ਦਿਲ ਬੜਾ ਖਰਾਬ ਹੁੰਦਾ। ਪਹਿਲਾਂ ਇੱਕ ਵਾਰ ਪਿੰਡ ਜਾਣ ਦਾ ਵਿਚਾਰ ਬਣਾਇਆ, ਉਧਰੀ ਹੋਈ ਕਈ ਸਾਲਾਂ ਤੋਂ। ਬਹੁਤ ਯਾਦ ਆਉਂਦੀ ਪਿੰਡ ਦੀਆਂ ਗਲੀਆਂ ਦੀ, ਸੁੱਚੇ ਸੀਰਤ ਤੇ ਰੇਖਾ ਦੀ, ਤਾਈ ਪਿਆਰੀ ਤੇ ਕਈ ਸਹੇਲੀਆਂ ਦੀ, ਜੂਹਾਂ ਤੇ ਖੇਤਾਂ ਦੀ। ਇੱਕ ਢਲੇ ਦਿਨ ਲੈ ਕੇ ਸੱਸੀ ਨੂੰ ਪਹੁੰਚੀ ਕਲਾਨੌਰ। ਉੱਥੇ ਆਖਰੀ ਬੱਸ ਫੜੀ। ਕੁਵੇਲਾ ਕੀਤਾ ਜਾਣ ਕੇ ਬਹੁਤੇ ਲੋਕਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦੀ ਹੁੰਦੀ। ਪਿੰਡ ਤੋਂ ਕਾਫੀ ਪਿੱਛੇ ਉਤਰ ਗਈ। ਵੱਡਾ ਮਕਸਦ ਸੁੱਚੇ ਨਾਲ ਮੁਲਾਕਾਤ ਹੋ ਜਾਣ ਦਾ, ਜਿਵੇਂ ਕਿਤੇ ਉਹ ਭਟਕਦਾ ਫਿਰਦਾ ਹੋਵੇ ਰਾਹਾਂ 'ਚ। ਮਨ ਦਾ ਇਹ ਵਹਿਮ ਹੁੰਦਾ, ਹਰ ਥਾਂ ਹਾਜ਼ਰ। ਤੁਰੀ ਜਾ ਰਹੀ ਦਮੋਂ ਪਈ ਹੋਈ ਸੋਚਾਂ ਵਿੱਚ। ਕਦੀ ਇਹ ਪਿੰਡ ਲੱਗਦਾ ਸੀ ਮਾਂ ਦੀ ਬੁੱਕਲ ਵਰਗਾ, ਹੁਲਾਰੇ ਚੜੀ ਪੀਂਘ ਵਰਗਾ, ਮਿੱਠਾ ਮਿੱਠਾ ਸਰੂਰ ਦਿੰਦਾ, ਪਰ ਫਿਰ ਪਰਾਇਆ ਹੋ ਗਿਆ। ਵਫਾ ਨਾ ਕੀਤੀ ਮੇਰੇ ਨਾਲ। ਮੈਂ ਤਾਂ ਕੀਤਾ ਨਹੀਂ ਕੋਈ ਗੁਨਾਹ ਜ਼ੁਲਮ, ਬਸ ਪਿਆਰ ਕੀਤਾ ਇਸ ਪਿੰਡ ਦੇ ਗੱਭਰੂ ਨਾਲ। ਇੰਨੀ ਨਫ਼ਰਤ ਬਰਦਾਸ਼ਤ ਕਰਕੇ ਵੀ ਕੀਤਾ ਨਹੀਂ ਮੈਂ ਕੋਈ ਗਿਲਾ, ਪਰ ਇਸ ਪਿੰਡ ਨੇ ਮੇਰੇ ਨਾਲ। ਉਹਦਾ ਦਿਲ ਗੜੁੱਚ ਹੋ ਗਿਆ ਅੰਦਰ ਡੁੱਲਦੇ ਹੰਝੂਆਂ ਨਾਲ। ਸੂਰਜ ਨੇ ਚੁੱਭੀ ਮਾਰ ਦਿੱਤੀ। ਲਹਿੰਦੇ ਨੇ ਸਮੁੰਦਰ 'ਚ ਆਥਣ ਦੀ ਮਟਮੈਲੀ ਜਿਹੀ ਧੁੰਦ ਫੈਲੀ ਹੋਈ। ਦਮੋਂ ਨੇ ਵੇਖਿਆ ਹੋਰ ਨੇੜੇ ਜਾ ਕੇ ਸੁੱਚੇ ਦੀਆਂ ਪੈੜਾਂ ਨਾਲ ਅਜੇ ਤੱਕ ਮਹਿਕਦੀ ਸੀ ਸੜਕ। ਪਿੰਡ ਦੇ ਚੁਫੇਰੇ ਅੰਬਾਂ ਦੇ ਬਾਗ ਗੁੰਮ ਸਨ। ਕੋਈ ਵਿਰਲਾ ਟਾਵਾਂ ਬੂਟਾ ਹੀ ਸਾਹ ਰੋਲਦਾ ਫਿਰਦਾ ਰਸਤਾ ਵਿਛਦਾ ਜਾ ਰਿਹਾ ਸੀ ਉਹਦੇ ਕਦਮਾਂ ਹੇਠ, ਸੁੱਚੇ ਦੇ ਤਰਲਿਆਂ ਵਾਂਗ। ਉਹ ਹੋਰ ਦੀ ਹੋਰ ਹੋ ਗਈ। ਪਿੰਡ ਦੀ ਜੂਹ 'ਚ ਆ ਕੇ ਇੱਕਦਮ ਤਰੋ ਤਾਜ਼ਾ ਘੁਲ ਮਿਲ ਗਈ ਪਿੰਡ ਦੀ ਫਿਜ਼ਾ ਵਿੱਚ। ਇਹ 'ਚੋਂ ਖੁਸ਼ਬੂ ਆਉਂਦੀ ਸੁੱਚੇ ਦੇ ਸਾਹਾਂ ਦੀ। ਉਹ ਤੁਰੀ ਗਈ, ਪੈਰਾਂ ਹੇਠ ਅੰਤਹੀਣ ਪੈਂਡਾ, ਬੇਥਾਹਾ ਸਫ਼ਰ। ਜੇ ਭਲਾ ਕੋਈ ਰਾਹ ਹੀ ਚੁਰਾ ਲਵੇ, ਉਹ ਮਰ ਸਕਦੀ ਸੀ ਕਿਸੇ ਖੱਡੇ 'ਚ ਪੈ ਕੇ। ਉਹ ਤੁਰੀ ਜਾ ਰਹੀ ਸੀ, ਮਨ ਭਟਕ ਰਿਹਾ ਸੀ ਕਿਸੇ ਹੋਰ ਗੁੰਝਲਦਾਰ ਰਾਹਾਂ ਤੇ। ਹਾਲਤ ਉਹਦੀ ਜੰਗਲ 'ਚ ਗਵਾਚੇ ਸ਼ਰਾਬੀ ਵਰਗੀ ਸੀ। ਇਸੇ ਪਿੰਡ 'ਚ ਸਹਿਕਦੇ ਮਰੇ ਸਨ ਉਹਦੇ ਕੁਆਰੇ ਚਾਅ, ਤਬਾਹ ਹੋ ਗਏ ਸਨ ਸੁੱਚੇ ਨਾਲ ਮਿਲ ਕੇ ਜ਼ਿੰਦਗੀ ਗੁਜ਼ਾਰਨ ਦੇ ਸੁਪਨੇ। ਇੱਕ ਟੋਟਾ ਵੀ ਰਿਹਾ ਨਾ ਕੰਨੀ ਨਾਲ ਵੱਜਾ। ਮਿੰਦਰ ਨਾਂ ਦਾ ਡਰਨਾ ਜ਼ਰੂਰ ਹੱਥ ਆਇਆ ਸੀ, ਜਿਸ ਕਰਕੇ ਬਚੀ ਰਹੀ ਭੁੱਖੀਆਂ ਨਜ਼ਰਾਂ ਤੋਂ। ਉਹ ਗੋਡੇ ਗੋਡੇ ਚੜ੍ਹੀ ਜਵਾਨੀ ਦੇ ਭਾਂਬੜ ਨੂੰ ਫਿਰਦੀ ਸੀ ਲੁਕਾਉਂਦੀ। ਚੌਂਕ 'ਚ ਆ ਕੇ ਰੁਕ ਗਈ। ਆਪ ਮੁਹਾਰੇ ਸਾਹਮਣੇ ਵੇਖਦੀ ਏ, ਪਿੱਤਲੇ ਹਨੇਰੇ 'ਚ ਖੜੀ ਧਰਮਸ਼ਾਲਾ ਵੱਲ। ਝਟਕੇ ਵਾਂਗ ਕਈ ਸੀਨ ਆ ਖਲੋਤੇ ਸਾਹਮਣੇ। ਉਹ ਲਾਉਂਦੀ ਏ ਕਿਆਫੇ, ਸੁੱਚਾ ਮਿਲ ਜੇ ਮੁੜ।
ਮ- ਮਿਲ ਜੇ ਮੁੱਲ ਮੁੜ ਜੇ ਆਉਣ ਦਾ, ਤੈਰਨ ਵਾਂਗ ਤੈਰਦੀ ਜਾ ਵੜੀ ਆਪਣੀ ਗਲੀ 'ਚ। ਰਲੇ ਮਿਲੇ ਪ੍ਰਭਾਵ ਖੁਸ਼ੀ ਤੇ ਦਰਦ ਦੇ ਚਿਹਰੇ ਤੇ ਬੜੀ ਹਸਰਤ ਨਾਲ ਵੇਖਿਆ ਸੁੱਚੇ ਕੇ ਘਰ ਵੱਲ। ਪੈਰ ਉਖੜ ਉਖੜ ਜਾਂਦੇ ਗਲੀ 'ਚੋਂ, ਜਿੱਥੇ ਘੁੰਮਦੀ ਰਹੀ ਪੈਰਾਂ ਹੇਠ ਇਸ਼ਕ ਦੀ ਅੱਗ ਬਾਲ ਕੇ, ਦੁਖਾਂਤਕ ਤੇ ਅੱਲੋਕਾਰ ਬਦਨਾਮੀ ਖੱਟੀ। ਉਹੀ ਗਲੀ ਮਿਲੀ ਅੱਜ ਬੇਪਛਾਣਾ ਵਾਂਗ, ਦਿਮਾਗ 'ਚ ਹੁੰਦੀ ਹਲਚਲ ਨੂੰ ਫੜ ਨਾ ਸਕਦਾ ਕੰਪਿਊਟਰ ਵੀ। ਝੱਕਦੇ ਜੇ ਘਰ ਦਾ ਬੂਹਾ ਖੜਕਾਇਆ, ਪਲਕੂ ਪਿੱਛੋਂ ਬਾਹਰ ਖੁੱਲ੍ਹਾ। ਹਾਂ ਦੱਸੋ, ਕਿਹਨੂੰ ਮਿਲਣਾ? ਰੇਖਾ ਨੇ ਪੁੱਛਿਆ। ਮੈਂ ਦਮੋਂ ਹਾਂ ਰੇਖਾ। ਦੋਵੇਂ ਭੈਣਾਂ ਮਿਲੀਆਂ ਘੁੱਟ ਕੇ, ਖੁਸ਼ੀ ਦੇ ਹੰਝੂ ਆਪ ਮੁਹਾਰੇ ਟਪਕ ਪਏ। ਅੰਦਰ ਜਾ ਕੇ ਗੌਰ ਨਾਲ ਵੇਖਿਆ ਇੱਕ ਦੂਜੀ ਨੂੰ। ਸੱਸੀ ਨੂੰ ਚੁੱਕ ਕੇ ਰੇਖਾ ਨੇ ਚੁੰਮਿਆ, ਪਿਆਰ ਕੀਤਾ। ਪਾਣੀ ਪੀ ਕੇ ਦਮੋਂ ਨੇ ਘੋਕ ਕੇ ਤੱਕਿਆ ਰੇਖਾ ਨੂੰ। ਬੇਹੱਦ ਸੁੰਦਰ ਤੇ ਹਸੀਨ ਸੀ, ਗੰਭੀਰ ਤੇ ਤੇਜ਼ ਤਰਾਰ। ਉਹ ਸੋਚਦੀ ਸ਼ਕਲਾਂ ਕਈ ਵਾਰ ਕਿੰਨੀਆਂ ਮਿਲ ਜਾਂਦੀਆਂ, ਜਿਵੇਂ ਖੁਦ ਉਹ ਆਪ ਹੋਵੇ। ਉਂਝ ਦੇ ਤਿੱਖੇ ਨਕਸ਼, ਮੋਟੇ ਡਲਕਦੇ ਨੈਣ, ਉੱਚਾ ਲੰਮਾ ਕੱਦ ਬੁੱਤ, ਸੋਚ ਆਈ ਅਸੀਂ ਦੋਵੇਂ ਮੋਮਬੱਤੀਆਂ। ਮੈਂ ਪਿਘਲ ਕੇ ਵੇਖ ਲਿਆ, ਇਹ ਵੀ ਵੇਖ ਲਵੇ ਪਿਘਲ ਕੇ। ਤਾਈ ਪਿਆਰੀ ਵੀ ਆ ਗਈ। ਚਾਅ ਚੜ ਗਿਆ ਵੇਖ ਕੇ ਦਮੋਂ ਨੂੰ। ਰੋਟੀ ਖਾ ਕੇ ਕਰਦੀਆਂ ਰਹੀਆਂ ਦੁੱਖ ਸੁੱਖ ਸਾਂਝਾ। ਫਿਰ ਤਾਈ ਜਾ ਸੁੱਤੀ ਆਪਣੇ ਕਮਰੇ 'ਚ। ਬਾਹਰ ਖੰਗੂਰਾ ਮਾਰਿਆ ਮਸਤੀ ਨੇ। ਫਿਰ ਅੰਦਰ ਲੰਘ ਆਇਆ। ਅੱਗੇ ਦਮੋਂ ਬੈਠੀ ਵੇਖ ਕੇ ਝੇਂਪ ਗਿਆ। ਚਿਹਰੇ ਤੇ ਚਿਪਕ ਗਈ ਬੇਪਰਦ ਸ਼ਰਮਿੰਦਗੀ। ਉਹਨੇ ਬੁਲਾਇਆ ਨਹੀਂ ਦਮੋਂ ਨੂੰ। ਕੁੜੀ ਨੇ ਜ਼ਖਮੀ ਨੈਣ ਨੀਵੇਂ ਕਰ ਲਏ। ਮਸਤੀ ਬਾਹਰ ਚਲਾ ਗਿਆ ਲੜਖੜਾਉਂਦਾ। ਪਿਆਰ ਵੀ ਨਾ ਦੇ ਸਕਿਆ, ਧੀ ਨੂੰ ਜਲੀਲ ਹੋਇਆ। ਦਮੋਂ ਅੰਦਰ ਫਿਰ ਗਈਆਂ ਹਜ਼ਾਰਾਂ ਆ ਰਹੀਆਂ, ਹਿਰਦੇ 'ਚ ਫਟ ਗਏ ਹੁਣ ਬੰਬ ਜਿਵੇਂ। ਸੱਸੀ ਦੁੱਧ ਪੀ ਕੇ ਸੌਂ ਗਈ। ਦੋਵੇਂ ਭੈਣਾਂ ਲੱਗ ਪਈਆਂ ਆਪੋ ਆਪਣੇ ਦੁੱਖੜੇ ਫਰੋਲਣ। ਦਮੋਂ ਨੇ ਦੱਸਿਆ ਬਿੰਦਰ ਬਾਰੇ। ਭੁੱਬੀ ਰੋ ਪਈ ਰੇਖਾ। ਦਮੋਂ ਨੇ ਮਸੀਂ ਚੁੱਪ ਕਰਾਇਆ, ਆਖਿਆ ਫਿਕਰ ਵਾਲੀ ਕੋਈ ਗੱਲ ਨਹੀਂ ਹੈਗੀ, ਮੈਂ ਬਿਲਕੁਲ ਠੀਕ ਹਾਂ, ਤੂੰ ਚਿੰਤਾ ਨਾ ਕਰ ਭੋਰਾ ਵੀ। ਰੇਖਾ ਨੇ ਦੱਸਿਆ ਵਿਆਹ ਕਰਵਾ ਲਿਆ ਪਾਲੇ ਨੇ। ਸੀਰਤ ਪੜਦਾ ਭੂਆ ਕੋਲ। ਸੁੱਚੇ ਦਾ ਵਿਆਹ ਨਹੀਂ ਹੋ ਸਕਿਆ, ਤੇਰੇ ਵਾਲੀ ਘਟਨਾ ਕਰਕੇ ਰਿਸ਼ਤਾ ਨਹੀਂ ਹੁੰਦਾ। ਡਰਾਈਵਰੀ ਕਰਦਾ ਬੰਬੇ। ਉਹਦੇ ਚਮਾਈ ਆਉਂਦਾ ਹੈ, ਘਰ ਦੇ ਚੰਗਾ ਨਹੀਂ ਸਮਝਦੇ ਉਹਨੂੰ। 10-20 ਦਿਨਾਂ ਪਿੱਛੋਂ ਚਲਾ ਜਾਂਦਾ ਹੈ। ਰੂਹ ਬਲੁੰਦਰੀ ਗਈ ਦਮੋਂ ਦੀ ਸੁਣ ਕੇ। ਸੋਚਦੀ ਮੇਰੇ ਕਰਕੇ ਕੈਦ ਹੋਈ ਵਿਚਾਰੇ ਨੂੰ, ਹੁਣ ਘਰ ਨਹੀਂ ਵਸਿਆ। ਕੀ ਖਟਿਆ ਸੀ ਪਿਆਰ 'ਚੋਂ, ਦੋਵੇਂ ਘਰ ਦੇ ਰਹੇ ਨਾ ਘਾਟਦੇ। ਸਵੇਰੇ ਤਾਈ ਚਲੀ ਗਈ ਬਟਾਲੇ ਸੀਰਤ ਨੂੰ ਲੈਣ। ਰੇਖਾ ਛੁੱਟੀ ਕਰ ਲਈ ਸਕੂਲੋਂ। ਦੋਵੇਂ ਭੈਣਾਂ ਸਮੇਂ ਦੀਆਂ ਮਧੋਲੀਆਂ ਲਤਾੜੀਆਂ ਮਿਲੀਆਂ ਲੰਮੇ ਸਮੇਂ ਪਿੱਛੋਂ। ਦੁੱਖ ਸੁੱਖ ਕਰਦੀਆਂ ਰਹੀਆਂ ਸਾਂਝੇ। ਦਮੋਂ ਆਖਿਆ ਰੇਖਾ ਨੂੰ, ਅਜੀਬ ਸ਼ੈ ਵੀ ਜ਼ਿੰਦਗੀ। ਕਈ ਵਾਰ ਕਈ ਅਰਥ ਜੋ ਲੱਭਣੇ ਆ ਇਸ ਦੀਆਂ ਤਹਿਆਂ 'ਚ ਉਹ ਨਹੀਂ ਮਿਲਦੇ, ਪਰ ਅਚਾਨਕ ਨਿਕਲ ਆਉਂਦੇ ਨੇ ਐਸੇ ਅਰਥ ਜੋ ਪਹਿਲੇ ਨਾਲੋਂ ਖੂਬਸੂਰਤ ਤੇ ਪ੍ਰਭਾਵਸ਼ਾਲੀ ਹੁੰਦੇ ਨੇ। ਦੁਪਹਿਰ ਤੱਕ ਆ ਗਏ ਤਾਈ ਤੇ ਸੀਰਤ। ਦਮੋਂ ਨੇ ਦੌੜ ਕੇ ਘੁੱਟ ਲਿਆ ਛਾਤੀ ਨਾਲ। ਪਿਆਰ ਦੇ ਫਲ ਨੂੰ ਉੱਤਰ ਆਈ ਨੈਣਾਂ 'ਚ ਬਰਸਾਤ। ਬਾਰ ਚੁੰਮਦੀ, ਬੁੱਕਲ 'ਚ ਲੈਂਦੀ। ਹੁਣ ਸਿਆਣਾ ਹੋ ਗਿਆ ਹੋਇਆ। ਦਮੋਂ ਨੇ ਖਿਲਾਰ ਕੇ ਵੇਖਿਆ ਸੱਸੀ ਕੋਲ, ਰੀਝ ਨਾਲ, ਕਿਸੇ ਖਾਸ ਅੰਤਰੀਵੀ ਦ੍ਰਿਸ਼ਟੀਕੋਣ ਤੋਂ। ਚਿਹਰਾ ਤੇ ਆ ਗਿਆ ਖੇੜਾ, ਇੱਕ ਸੰਤੁਸ਼ਟੀ। ਉਸ ਰਾਤ ਦਮੋਂ ਦੇ ਇੱਕ ਪਾਸੇ ਸੀਰਤ ਸੁੱਤਾ, ਦੂਜੇ ਪਾਸੇ ਸੱਸੀ। ਯਕਦਮ ਖਿਆਲ ਆ ਗਿਆ, ਕਦੇ ਇੱਕ ਪਾਸੇ ਸੀਰਤ ਤੇ ਦੂਜੇ ਹੁੰਦਾ ਸੀ ਮਸਤੀ। ਮੁੱਦਤਾਂ ਪਿੱਛੋਂ ਦਮੋਂ ਬੇਫਿਕਰ ਹੋ ਕੇ ਸੁੱਤੀ। ਅਗਲੇ ਦਿਨ ਗੁਰਦਾਸਪੁਰ ਗਈਆਂ ਦੋਵੇਂ ਭੈਣਾਂ। ਦਮੋਂ ਨੇ 4 ਕੀਮਤੀ ਸੂਟ ਲੈ ਦਿੱਤੇ, ਰੇਖਾ ਦੀ ਪਸੰਦ ਦੇ। ਹੋਰ ਕਿੰਨਾ ਸਾਰਾ ਸਮਾਨ ਘਰ 'ਚ ਵਰਤਣ ਵਾਲਾ। ਤਾਈ ਵਾਸਤੇ ਗਰਮ ਸੂਟ ਤੇ ਸ਼ਾਲ ਲੈ ਦਿੱਤਾ। 5000 ਦੇ ਕੇ ਤਾਕੀਦ ਕੀਤੀ ਰੇਖਾ ਨੂੰ, ਬਸ ਤੂੰ ਪੜ੍ਹੀ ਚੱਲ, ਪੈਸਿਆਂ ਦਾ ਉੱਕਾ ਫਿਕਰ ਨਹੀਂ ਕਰਨਾ। ਸੀਰਤ ਦੀ ਖਬਰ ਲੈਂਦੀ ਰਿਹਾ ਕਰ, ਤਾਈ ਨੂੰ ਤੰਗ ਨਹੀਂ ਹੋਣ ਦੇਣਾ। ਸੋਚਾ ਤਾਂ ਮਿਲਿਆ ਨਾ। ਟੁੱਟੀ ਭੱਜੀ ਗੱਲ ਲੱਗੀ ਭੈਣ ਦੇ। ਬੇਬਸੀ ਤੇ ਉਦਾਸੀ ਲੈ ਕੇ ਦਿਲ 'ਚ ਤੁਰ ਪਈ ਆਪਣੀ ਬੱਸ ਵੱਲ। ਕਾਂਡ 12ਵਾਂ। ਦਮੋਂ ਜਾ ਕੇ ਨੂਰਪੁਰ ਕਈ ਦਿਨ ਰਹੀ, ਡਾਢੀ ਬੇਚੈਨ, ਪਰੇਸ਼ਾਨ, ਮਾਨਸਿਕ ਤੌਰ ਤੇ ਉਲਝੀ, ਟੁੱਟੀ ਹਾਰੀ ਟਾਹਣੀਆਂ ਟੁੱਟੇ ਫੁੱਲ ਵਾਂਗ ਮੁਰਝਾਈ। ਵਾਵ ਰੋਲੇ ਅਥਾਹ ਸੋਚਾਂ ਦੇ ਘੁੰਮਦੇ ਰਹੇ ਦਿਮਾਗ 'ਚ। ਸਾਰੀ ਰਾਤ ਜਾਗ ਕੇ ਸੋਚਦੀ ਭਵਿੱਖ ਬਾਰੇ। ਫੜਾਈ ਨਾ ਦਿੰਦਾ, ਪਰ ਸਮੇਂ ਦੇ ਚੱਕਰਾਂ 'ਚੋਂ ਕੋਈ ਜਿਉਂਦਾ ਜਾਗਦਾ ਸਾਹ ਲੈਂਦਾ ਰਾਹ। ਕਦੇ ਤਾਂ ਹੋ ਜਾਂਦੀ ਚੜ੍ਹਦੇ ਸੂਰਜ ਦੇ ਰੌਣ 'ਚ, ਕਦੇ ਘੇਰ ਖਲੋਂਦਾ ਮੱਸਿਆ ਦਾ ਹਨੇਰਾ। ਵਰਤਮਾਨ ਦੇ ਪਰਖੱਚੇ ਪਏ ਉਖੜੇ, ਲਾਪੋਖੂ ਬਚੇ ਰਿਸ਼ਤਿਆਂ ਦੀਆਂ ਤੰਦਾਂ ਟੁੱਟੂ ਕਰਦੀਆਂ। ਸੀਰਤ ਰੁਲਦਾ ਫਿਰਦਾ ਬੇਗਾਨੇ ਘਰ, ਸੁੱਚਾ ਧੱਕੇ ਖਾਂਦਾ ਸੜਕਾਂ ਤੇ ਪਰਦੇਸਾਂ 'ਚ, ਤੇ ਮੁਟਿਆਰ ਰੇਖਾ ਮਜਬੂਰ ਕੱਲੀ ਰਹਿਣ ਲਈ। ਜਿੱਧਰ ਵੀ ਤੁਰਦੀ ਸੋਚਾਂ ਤੇ ਦਲੀਲਾਂ ਦੇ ਫਨੀਅਰ ਮੱਲ ਖਲੋਂਦੇ ਰਾਹ। ਬਿੰਦਰ ਮਰੇ ਨੂੰ ਸਾਲ ਤੋਂ ਹੋ ਗਿਆ ਉੱਪਰ। ਸਮਾਂ ਬੀਤ ਰਿਹਾ ਸੀ ਪਲ ਛਿਨ ਤਰੇਲ ਭਿੱਜੇ ਰੁੱਖਾਂ ਤੋਂ ਟਪਕਦੀਆਂ ਪਾਣੀ ਦੀਆਂ ਬੂੰਦਾਂ ਵਾਂਗ, ਜਿਨ੍ਹਾਂ ਦੀ ਹੋਣੀ ਸੀ ਟਾਹਣੀ ਤੋਂ ਵਿਛੜਨਾ। ਆਪਣੀ ਤਕਦੀਰ ਵੀ ਦਮੋਂ ਨੂੰ ਲੱਗਦੀ ਇਹਨਾਂ ਤੁਪਕਿਆਂ ਵਰਗੀ। ਉਹ ਕਦੇ ਚਾਚੀ ਦੀ ਦਲੀਲ ਚਿੱਥਦੀ, ਕਦੇ ਸ਼ਬਨਮ ਦੀ ਸਲਾਹ ਵਿਚਾਰਦੀ,
ਬਹੁਤਾ ਉਹ ਗੋਰੇ ਨਾਲ ਵਿਆਹ ਤੋਂ ਪਿੱਛੋਂ ਪ੍ਰਗਟ ਹੋਣ ਵਾਲੀ ਸਿੱਟਿਆਂ ਬਾਰੇ ਸੋਚਦੀ ਬਰੀਕੀ ਨਾਲ। ਗੋਰਾ 4 ਦਿਨ ਪਹਿਲਾਂ ਫੋਨ ਕਰਕੇ ਆ ਗਿਆ। ਸੱਸੀ ਵਾਸਤੇ ਲਿਆਇਆ ਕਈ ਤਰ੍ਹਾਂ ਦੇ ਖਿਡੌਣੇ, ਰੈਡੀਮੇਡ ਦੇ 2 ਸੂਟ ਵੀ। ਦਮੋ ਲਈ ਲਿਆਂਦਾ ਕੀਮਤੀ ਲੋਕੇਟ ਚਾਂਦੀ ਦਾ। ਗੋਰਾ ਆ ਕੇ ਬੈਠ ਜਾਂਦਾ ਕਾਮਨ ਰੂਮ 'ਚ। ਦਮੋ ਚਾਹ ਬਣਾ ਦਿੰਦੀ, ਲੋੜ ਹੁੰਦੀ ਰੋਟੀ ਵੀ ਖਾ ਲੈਂਦਾ। ਤਾੜਦਾ ਰਹਿੰਦਾ ਦਮੋ ਨੂੰ ਭੁੱਖੀਆਂ ਪਿਆਸੀਆਂ ਨਜ਼ਰਾਂ ਨਾਲ। ਹਰ ਵਾਰ ਪਾਏ ਹੁੰਦੇ ਨਵੇਂ ਕੱਪੜੇ ਲਿਸ਼ਕੋਰਾ ਮਾਰਦਾ, ਜੇਬ 'ਚੋਂ ਬਟੂਆ, ਵਿੱਚੋਂ ਝਾਕਦੀਆਂ ਕੰਨੀਆਂ ਚਿੱਟੇ ਨੋਟਾਂ ਦੀਆਂ। ਸੋਚਦਾ ਮੇਰਾ ਵਿਆਹ ਹੋ ਜੇ ਦਮੋ ਨਾਲ, ਕੁਛ ਨਹੀਂ ਮੰਗਦਾ ਹੋਰ ਰੱਬ ਤੋਂ। ਅਸਾਮੀ ਵੀ ਹੈਗੀ ਲੱਖਾਂ ਕਰੋੜਾਂ ਦੀ। ਪਿੰਡ 'ਚ ਛਿੜੀ ਹੋਈ ਚਰਚਾ ਦੋਵਾਂ ਦੇ ਸਬੰਧਾਂ ਦੀ, ਪਰ ਉਹਨਾਂ ਕਦੇ ਧਿਆਨ ਨਾ ਦਿੱਤਾ ਇਸ ਪਾਸੇ। ਦਮੋ ਮਨ 'ਚ ਖਿਆਲ ਰਿੜਕਦੀ, ਗੋਰਾ ਉਹਦਾ ਹਾਣੀ ਹੁੰਦਾ, ਆਪਣੇ ਕੋਲ ਖਿਲਾਰ ਕੇ ਵੇਖਦੀ ਕਲਪਨਾ ਨਾਲ। ਜੋੜੀ ਖੂਬ ਫੱਬਦੀ। ਉਹ 4 ਭਰਾ ਹੁੰਦੇ, ਸਭ ਤੋਂ ਛੋਟਾ ਗੋਰਾ, ਵੱਡਾ ਵਿਆਹਿਆ ਦਾ, ਬਾਕੀ ਛੜੇ ਛੜਾ ਸਿਹਰੇ ਬੰਨਣ ਦੇ ਬੱਤਰੋਂ ਚੜ ਗਏ ਹੋਏ। ਇੱਕ ਉਮਰ ਹੁੰਦੀ ਹੈ ਖਾਸ ਵਿਸ਼ੇਸ਼, ਜਦੋਂ ਹਰ ਜਵਾਨ ਔਰਤ ਸਾਥ ਭਾਲਦੀ ਹੁੰਦੀ ਮਰਦ ਦਾ। ਦਮੋ ਵੀ ਲੰਘ ਰਹੀ ਇਸ ਤਰ੍ਹਾਂ ਦੀ ਪ੍ਰਸਥਿਤੀ 'ਚੋਂ, ਨਾਜ਼ੁਕ ਹਾਲਤ 'ਚੋਂ। ਪਰ ਐਡਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਗੋਰੇ ਨੂੰ ਇੱਕ ਵਾਰ ਚੰਗੀ ਤਰ੍ਹਾਂ ਟੁਣਕਾ ਕੇ ਜ਼ਰੂਰ ਵੇਖ ਲੈਣਾ ਚਾਹੁੰਦੀ ਸੀ। ਸਾਰੀ ਗੱਲ ਖੋਲ੍ਹ ਲੈਣਾ ਜ਼ਰੂਰੀ ਸਮਝਦੀ ਸੀ। ਪਿੱਛੋਂ ਪਛਤਾਉਣ ਨਾਲੋਂ ਪਹਿਲਾਂ ਹੀ ਖਰਾ ਖੋਟਾ ਪਰਖਣਾ ਹੱਕ ਸਮਝਦੀ। ਬੜਾ ਖੱਜਲ ਖੁਆਰ ਹੋ ਚੁੱਕੀ ਹੁੰਦੀ। ਮਰਦ ਜਾਤ ਵੱਲੋਂ ਸਮੇਂ ਦੀਆਂ ਕਰੜੀਆਂ ਦੁਸ਼ਵਾਰੀਆਂ ਨੇ ਬਹੁਤ ਕੁਝ ਸਿਖਾ ਦਿੱਤਾ ਹੋਇਆ ਉਹਨੂੰ। ਇੱਕ ਦਿਨ ਆਇਆ ਗੋਰਾ ਦੁਪਹਿਰ ਵੇਲੇ। ਸ਼ਰਬਤ ਬਣਾਇਆ ਦਮੋ ਨੇ। ਬੈਠ ਕੇ ਆਮੋ ਸਾਹਮਣੇ ਮੇਜ਼ ਦੁਆਲੇ ਕੁਰਸੀਆਂ ਤੇ ਉਹ ਝਿਜਕੀ ਸ਼ਰਮਾਈ ਨਹੀਂ, ਸਪਸ਼ਟ ਗੱਲ ਤੋਰ ਲਈ। ਗੋਰੇ ਝੂਠ ਨਾ ਬੋਲੀ, ਮੇਰੇ ਕਰਕੇ ਹੀ ਆਉਣਾ ਨੇ ਤੂੰ ਸਾਡੇ ਘਰ। ਕੁੜੀ ਨੇ ਗੱਡ ਦਿੱਤੇ ਨੈਣ ਮੁੰਡੇ ਦੇ ਚਿਹਰੇ ਤੇ। ਗੋਰਾ ਜਿਵੇਂ ਜਾਗਿਆ ਕੱਚੀ ਨੀਂਦ ਤੋਂ। ਹਾਂ ਮੈਨੂੰ ਸੋਹਣੀ ਲੱਗਣੀ ਹੈ ਤੂੰ, ਚੰਗੀ ਵੀ। ਥੋੜੇ ਡਰੇ ਸਹਿਮੇ ਨੇ ਜਵਾਬ ਦਿੱਤਾ। ਵਿਆਹ ਕਰੇਂਗਾ ਮੇਰੇ ਨਾਲ? ਕੁੜੀ ਬੇਝਿਜਕ ਬੋਲੀ। ਹਾਂ ਕਰਾਂਗਾ, ਵਿਆਹ ਬਗੈਰ ਇਕੱਠੇ ਕਿਵੇਂ ਰਹਿ ਸਕਦੇ ਆ? ਗੋਰੇ, ਮੇਰਾ ਇੱਕ ਬੇਟਾ ਇੱਕ ਬੇਟੀ ਆ। ਮੇਰੇ ਪਿੱਛੇ ਬਾਰੇ ਵੀ ਜਾਣਦਾ ਹੋਏਗਾ ਚੰਗੀ ਤਰ੍ਹਾਂ। ਪਿੱਛੋਂ ਮਿਹਣੇ ਮਾਰਨੇ ਆ ਤਾਂ ਹੁਣੇ ਦੱਸ ਦੇ। ਦਮੋ ਨੇ ਸਮੇਂ ਦਾ ਸੱਚ ਸਪਸ਼ਟ ਕਰ ਦਿੱਤਾ। ਬੱਲੇ, ਤੂੰ ਗੱਲਾਂ ਕੀ ਕਰਦੀ ਹੈ? ਮੈਨੂੰ ਸੱਚੀ ਪਿਆਰ ਹੋ ਗਿਆ ਤੇਰੇ ਨਾਲ। ਉਹ ਦਮੋ ਦੇ ਕੋਲ ਜਾ ਬੈਠਾ। ਦਮੋ ਨੇ ਤਿੱਖੀ ਨਜ਼ਰੇ ਵੇਖਿਆ ਗੋਰੇ ਵੱਲ। ਪਹਿਲਾਂ ਇੰਝ ਹੀ ਆਖਦੇ ਆ ਸਾਰੇ, ਅਸਲੀਅਤ ਦਾ ਪਤਾ ਲੱਗਦੇ ਰਾਹ ਪਿਆ ਜਾਂ ਵਾਹ ਪਿਆ। ਦਮੋ ਨੇ ਕੋਰੀ ਗੱਲ ਕਹਿਤੀ। ਕਿਸ ਗੁਰੂ ਦੀ ਖਾਵਾਂ ਸਹੁੰ, ਕਹੇ ਤਾਂ ਲਿਖ ਦੇਣਾ। ਤੂੰ ਹਾਂ ਕਰ ਇੱਕ ਵਾਰ, ਜਾਨ ਵਾਰ ਦੂੰ ਤੇਰੇ ਤੋਂ। ਅੰਦਰੋਂ ਡਰਦਾ ਵੀ ਤੇ ਕਿਤੇ ਜਾਵੇ ਨਾ ਮੁੱਕਰੀ। ਦਮੋ ਕੁਝ ਸੋਚਣ ਲੱਗੀ। ਅੰਦਰ ਬੈਠਾ ਡਰ ਬਾਰ-ਬਾਰ ਸਿਰੀ ਚੁੱਕਦਾ ਸੱਪ ਵਾਂਗ। ਤੇਰੇ ਮਾਪੇ ਮੰਨ ਜਾਣਗੇ? ਦਮੋ ਅਸਲੀ ਨੁਕਤੇ ਵੱਲ ਆਈ। ਗੋਰਾ ਚੁੱਪ, ਦੇ ਨਾ ਸਕਿਆ ਫੌਰੀ ਜਵਾਬ। ਫਿਰ ਬੋਲਿਆ, ਮਾਰ ਮਾਪਿਆਂ ਨੂੰ ਗੋਲੀ, ਵਿਆਹ ਤਾਂ ਮੈਂ ਕਰਨਾ ਹੈ। ਤੇਰੀ ਖਾਤਰ ਮਾਪੇ ਤਾਂ ਕੀ, ਛੱਡ ਦੂੰ ਸਾਰੀ ਦੁਨੀਆ ਨੂੰ। ਮੁੰਡੇ ਨੇ ਹਿੱਕ ਥਾਪੜੀ ਹੋ ਕੇ ਜਜ਼ਬਾਤੀ। ਵੇਖ ਗੋਰੇ, ਤੂੰ ਜਾਣਦਾ ਮੈਂ ਮਾਸ਼ੀ ਆ, ਤੁਸੀਂ ਜੱਟ। ਝਗੜਾ ਨਾ ਪੈ ਜੇ ਕੋਈ, ਮੈਂ ਤਾਂ ਮਰੀ ਪਈ ਹਾਂ ਪਹਿਲਾਂ ਹੀ ਜੱਟਾਂ ਦੀਆਂ ਸੱਟਾਂ ਦੀ। ਦਿਲ ਦਾ ਸਹੀ ਡਰ ਪ੍ਰਗਟ ਕੀਤਾ ਦਮੋ ਨੇ। ਮੈਂ ਨਹੀਂ ਮੰਨਦਾ ਜੜੀਆਂ ਜਾਤਾਂ ਨੂੰ। ਪਰਵਾਹ ਨਾ ਕਰ ਤੂੰ, ਮੈਂ ਆਖਰੀ ਸਾਹ ਤੱਕ ਨਾਲ ਨਿਭੂ। ਗੋਰਾ ਸੋਚਦਾ ਕਿਸੇ ਜੱਟ ਨੇ ਤਾਂ ਰਿਸ਼ਤਾ ਕਰਨਾ ਨਹੀਂ ਮੈਨੂੰ, ਨਾਲੇ ਕਿਹੜਾ ਜੱਟ ਦੇ ਦੂ ਮੈਨੂੰ ਦਮੋ ਵਰਗੀ ਸੁੰਦਰ ਕੁੜੀ। ਮਾਸ਼ੀ ਆ ਤਾਂ ਫਿਰ ਕੀ ਹੋਇਆ? ਦਮੋ ਤਾਂ ਮਾਤ ਪਾਉਂਦੀ ਹੈ ਕੁਆਰੀਆਂ ਨੂੰ ਵੀ, ਜੰਮ ਕੇ 2 ਬੱਚੇ ਵੀ। ਉਮਰ ਮੇਰੀ ਤਾਂ 40 ਤੋਂ ਵੱਧ ਹੈ ਤੇ ਦਮੋ ਮਸਾਂ 20 ਦੀ ਹੋ। ਇੰਨਾ ਦਿਨਾਂ 'ਚ ਬੜਾ ਚਾਰਾ ਕੀਤਾ ਗੋਰੇ ਨੇ ਰਾਤ ਰਹਿਣ ਲਈ ਦਮੋ ਕੋਲ। ਉਹ ਬਿਲਕੁਲ ਨਾ ਮੰਨੀ, ਸਗੋਂ ਸੁਚੇਤ ਕੀਤਾ ਉਹ ਘੱਟ ਆਇਆ ਕਰੇ ਕੋਠੀ 'ਚ। ਲੋਕ ਤਾਂ ਪਹਿਲਾਂ ਹੀ ਬਦਨਾਮ ਕਰਦੇ ਆ ਬਥੇਰਾ। ਤੇ ਜਦੋਂ ਦਮੋ ਕਿਹਾ ਵਿਆਹ ਲਈ, ਉਹ ਝੱਟ ਮੰਨ ਗਿਆ। ਇੰਨਾ ਜ਼ਰੂਰ ਆਖਿਆ, ਵਿਆਹ ਉਹ ਕਰੇਗਾ ਬੰਬੇ ਜਾ ਕੇ। ਇੱਥੇ ਕੀਤਾ ਰੌਲਾ ਪੈ ਜੂ ਫਾਲਤੂ ਦਾ। ਮੇਰੇ ਮਾਪੇ ਜਾਂ ਭਰਾ ਵੀ ਪਾ ਸਕਦੇ ਡੱਕ, ਹੋਰ ਲੋਕ ਵੀ ਹੋਣਗੇ ਨਾਰਾਜ਼, ਲੜਾਈ ਝਗੜਾ ਵੀ ਹੋ ਸਕਦਾ। ਦਮੋ ਮੰਨ ਗਈ। ਉਂਝ ਡਰਦੀ ਵੀ ਐਡੀ ਦੂਰ ਜਾਣ ਤੋਂ, ਪਰ ਚਾਰਾ ਕੋਈ ਨਹੀਂ ਹੁੰਦਾ ਹੋਰ। ਉਹਨੂੰ ਬੰਬੇ ਰਹਿੰਦਾ ਸੁੱਚਾ ਯਾਦ ਆਉਂਦਾ ਬਾਰ-ਬਾਰ। ਦਮੋ ਇਹ ਵੀ ਸੋਚਦੀ ਇਹ ਹਕੀਕਤ ਆ, ਮਰਦ ਨੂੰ ਸਰੀਰਕ ਭੁੱਖ ਦੀ ਖਿੱਚ ਹੀ ਬੰਨ੍ਹ ਸਕਦੀ ਹੈ ਤੇ ਇਹ ਬੱਚੇ ਗੱਲ ਆ ਮਗਰੋਂ ਦੀ। ਪਹਿਲਾਂ ਤਾਂ ਸੈਕਸ ਹੀ ਉਤੇਜਨਾ ਹੈ, ਖਿੱਚੀ ਫਿਰਦੀਆਂ 2 ਬਦਨਾਂ ਨੂੰ, ਸਰੀਰਾਂ ਨੂੰ। ਗੋਰੇ ਇਹ ਵੀ ਕਿਹਾ ਟ੍ਰੇਨ ਤੇ ਜਾਵਾਂਗੇ, ਉੱਥੇ ਕਿਸੇ ਗੁਰਦੁਆਰੇ 'ਚ ਵਿਆਹ ਕਰ ਲਾਂਗੇ। ਮੇਰੇ ਹੁੰਦਿਆਂ ਲੋੜ ਕੋਈ ਨਹੀਂ ਫਿਕਰ ਕਰਨ ਦੀ। ਫਿਕਰ ਚਿੰਤਾ ਤਾਂ ਅੰਗ ਬਣ ਬੈਠੇ ਦਮੋ ਦੇ। ਹੁਣ ਤੱਕ ਲੱਗੀਆਂ ਠੋਕਰਾਂ ਦੇ ਜ਼ਖਮ ਹਰ ਪਲ ਰਿਸ਼ਤੇ ਚੀਸਾਂ ਕਸਕਾਂ ਪਾਉਂਦੇ। ਨਿਕਲ ਕੇ ਮਨ ਦੇ ਗਹਿਰੀ ਸੰਘਰਸ਼ ਤੇ ਸੰਤਾਪ 'ਚੋਂ ਅਖੀਰ ਮੰਨ ਜਾਂਦੀ ਦਮੋ ਬੰਬੇ ਜਾਣ ਲਈ। ਰੇਖਾ ਨੂੰ ਸਮਝਾ ਦਿੰਦੀ ਫੋਨ ਤੇ ਸਾਰੀ ਕਹਾਣੀ। ਆਪਣਾ ਨੰਬਰ ਦੇ ਕੇ ਉਹਦਾ ਲੈ ਲਿਆ। ਸੁੰਨੀ ਕੋਠੀ 'ਚ ਰਹਿੰਦੀ ਦਮੋ ਅੱਕ ਥੱਕ ਜਾਂਦੀ। ਐਡੀ ਵੱਡੀ ਕੋਠੀ 'ਚ ਰਹਿਣਾ ਇਕੱਲੀ ਕਾਰੀ ਔਰਤ ਦਾ ਹਾਲਤਾਂ ਅਨੁਸਾਰ ਹੁੰਦਾ ਖਤਰਨਾਕ ਵੀ। ਉਹ ਕੁਝ ਸਮਾਂ ਕਿਧਰੇ ਬਾਹਰ ਚਲੇ ਜਾਣਾ ਚਾਹੁੰਦੀ, ਬਦਲਣ ਲਈ ਮਨ ਦਾ ਰੌਂ, ਦਿਲ ਦੀ ਹਾਲਤ।
ਦਮੋ ਇਹ ਵੀ ਖਿਆਲ ਕਰਦੀ ਇੱਕ ਥਾਂ ਨਾਲ ਬੱਝਾ ਬੰਦਾ ਬਣ ਜਾਂਦਾ ਡੰਗਰੀ, ਪਲਾਨਾ ਬਣਾ ਲੈਂਦਾ ਆਪਣੇ ਦੁਆਲੇ ਭੌਂ ਭੌਂ ਕੇ। ਤੇ ਅੱਜ ਦਾ ਬੰਦਾ ਵੀ ਇੰਝ ਹੀ ਕਰ ਰਿਹਾ, ਬੁਰੀ ਤਰ੍ਹਾਂ ਗੁਲਾਮ ਹੋ ਗਿਆ। ਮੰਜੀ ਤੋਂ ਬਾਥਰੂਮ, ਕਿਚਨ ਤੋਂ ਕਾਮਨ ਰੂਮ, ਗੇਟ ਆਖਰੀ ਹੱਦ, ਇੰਨੇ ਘੇਰੇ 'ਚ ਹੀ ਘੁੰਮੀ ਜਾਈਦਾ ਰੋਜ਼ਾਨਾ। ਕਲੇਰ ਨਾ ਪੈ ਜਾਣ ਵਾਲੀ ਗੱਲ, ਬੰਦੇ ਚਲੇ ਜਾਂਦੇ ਨੇ ਬਾਹਰ ਖੇਤਾਂ ਤੱਕ, ਰੋਟੀ ਖਾ ਕੇ ਬੰਬੀ ਤੇ ਪੱਠੇ ਲੈ ਕੇ ਘਰ, ਫੇਸਬੁੱਕ ਵੇਖ ਲਈ ਜਾਂ ਟੀਵੀ, ਔਰਤਾਂ ਵਾਲਾ ਹੀ ਚੱਕਰ, ਪਰ ਥੋੜਾ ਆਜ਼ਾਦ ਤੇ ਖੁੱਲਾ। ਦਮੋ ਹੁਣ ਕਾਹਲੀ ਪੈ ਗਈ, ਭੱਜ ਜਾਣਾ ਚਾਹੁੰਦੀ ਇੱਕਦਮ ਇੱਥੋਂ। ਦਿਨ ਕਿਸ ਤਰ੍ਹਾਂ ਬੀਤ ਜਾਂਦਾ, ਰਾਤ ਦੀ ਬੇਚੈਨੀ ਅੰਗ ਅੰਗ ਤੋੜ ਸੁੱਟਦੀ, ਗਿੱਲੇ ਕੱਪੜੇ ਵਾਂਗ ਨਿਚੋੜ ਲੈਂਦੀ, ਰੀਝ ਕਰਦੀ ਕੋਈ ਰੂਹਦਾਰ ਸਾਥੀ ਹੋਵੇ ਸੁੱਚੇ ਵਰਗਾ, ਸਾਰੀ ਅੱਗ ਚੂਸ ਲਏ। ਪਿਘਲ ਪਿਘਲ ਪੈਂਦੇ ਪਿੰਡੇ ਨੂੰ ਮਸੀਂ ਠਾਰਦੀ ਦਲੀਲਾਂ ਦੇ ਪਾਣੀ ਨਾਲ। ਗੋਰਾ ਹੁੰਦਾ ਨੇੜੇ ਤਾਂ ਖਿੱਲਰ ਜਾਣ ਨੂੰ ਦਿਲ ਕਰਦਾ, ਪਰ ਹੁਣ ਤੱਕ ਹੱਠ ਰੱਖਿਆ। ਸੱਸੀ ਨੂੰ ਕਲਾਨੌਰ ਭੇਜਤਾ, ਛੋਟੇ ਬੱਚਿਆਂ ਦੀ ਹੋਸਟਲ 'ਚ, ਸਾਲ ਦੀਆਂ ਫੀਸਾਂ ਭਰਤੀਆਂ। ਫੀਲ ਤਾਂ ਬੜਾ ਕੀਤਾ, ਬਾਰ-ਬਾਰ ਰੋਈ ਵੀ, ਦਿਲ ਬੜਾ ਖੁੱਸਿਆ। ਸੱਸੀ ਤੋਂ ਵਿਛੜ ਗਏ ਪਰ ਸਭ ਕੁਝ ਸਹਿ ਲਿਆ, ਦਿਲ ਤੇ ਧਰ ਕੇ ਪੱਥਰ। ਉਹਨੇ ਇੱਕ ਵਾਰੀ ਫਿਰ ਜ਼ਿੰਦਗੀ ਗਹਿਣੇ ਰੱਖਤੀ ਫਿਕਰਾਂ ਕੋਲ, ਬਈ ਜਦੋਂ ਫੁਰਸਤ ਹੋਈ ਛੁਡਾ ਲਊਂ, ਤੇ ਉਹ ਨਿਸ਼ਚਿੰਤ ਹੋ ਗਈ। ਜਾਣ ਤੋਂ 2 ਦਿਨ ਪਹਿਲਾਂ ਗੋਰੇ ਨੇ ਸਮਝਾਇਆ ਦਮੋ ਨੂੰ, ਗੰਭੀਰ ਹੋ ਕੇ ਸਿਆਣੀ ਮੱਤ ਦਿੱਤੀ, ਪੁਚਕਾਰਿਆ, ਤਾਕੀਦ ਕੀਤੀ ਵੀ ਸਾਰਾ ਪੈਸਾ ਨਾਲ ਲੈ ਲਏ, ਗਹਿਣਾ ਗੱਟਾ ਵੀ, ਬੈਂਕ ਤੋਂ ਬਣਾ ਲਏ ਡਰਾਫਟ। ਪੈਸੇ ਚੋਰੀ ਵੀ ਹੋ ਸਕਦੇ ਆ, ਪਰਦੇਸ ਦਾ ਮਾਮਲਾ ਹੈ, ਕੋਈ ਔਕੜ ਪੈ ਸਕਦੀ ਹੈ, ਆਇਆ ਨਹੀਂ ਜਾਂਦਾ ਐਡੀ ਦੂਰੋਂ ਰੋਜ਼-ਰੋਜ਼। ਦਮੋ ਜੋ ਹੁਣ ਤੱਕ ਜਾਣ ਚੁੱਕੀ ਖਸਲਤ, ਜੱਟਾਂ ਦੀ ਤਾਕਤ, ਪੈਸੇ ਦੀ ਹੁੰਗਾਰਾ ਭਰੀ ਗਈ। ਗੋਰੇ ਦੇ ਬਾਰ-ਬਾਰ ਜ਼ੋਰ ਦੇਣ ਤੇ, ਕੁਝ ਸੋਨੇ ਵੱਲੋਂ ਕਹਿਣ ਤੋਂ, ਉਸ ਅੰਦਰ ਕੋਈ ਗੁੱਝਾ ਸ਼ੱਕ ਰੜਕਿਆ। ਤੀਜੀ ਅੱਖ ਫਰਕੀ ਮੱਥੇ ਦੀ। ਅਗਲੇ ਦਿਨ ਬੈਂਕ ਗਈ, ਪਰ ਕਢਵਾਇਆ ਕੇਵਲ 20,000 ਹੀ। ਦਮੋ ਨੇ ਆਪਣੇ 5-7 ਕੀਮਤੀ ਸੂਟ ਪਾ ਲਏ ਟੈਚੀ 'ਚ, ਤੌਲੀਆ, ਬੁਰਸ਼, ਸਾਬਣ ਆਦਿ ਸਮਾਨ ਸਾਂਭ ਲਿਆ। ਕਰਦਿਆਂ ਨਿੱਕੀ ਨਿੱਕੀ ਤਿਆਰੀ, ਖੋ ਵੀ ਪੈਂਦੀ ਦਿਲ ਨੂੰ। ਪਤਾ ਨਹੀਂ ਕਿਉਂ ਦਿਲ ਨਹੀਂ ਕਰਦਾ ਜਾਣ ਨੂੰ। ਪਲ ਪਲ ਅੱਖਾਂ ਡੁੱਲਦੀਆਂ, ਵੱਡੀ ਕੁਰਬਾਨੀ ਕੀਤੀ ਹੁੰਦੀ ਮਾਲਕਣ ਬਣਨ ਲਈ ਇਸ ਕੋਠੀ ਦੀ। ਹੁਣ ਤਾਂ ਸਾਰੀ ਤਿਆਰੀ ਹੋ ਚੁੱਕੀ ਹੋਈ। ਜੰਦਰੇ ਮਾਰੇ ਅੰਦਰ ਤੇ ਬਾਹਰ। ਚਾਚੀ ਨੂੰ ਫੜਾ ਕੇ ਚਾਬੀਆਂ ਆਖਿਆ, ਕੁਝ ਦਿਨ ਸਾਕਾਂ ਅੰਗਾਂ ਦੇ ਜਾ ਰਹੀਆਂ, ਖਿਆਲ ਰੱਖੇ ਕੋਠੀ ਦਾ। ਚਾਚੀ ਨੇ ਪਿਆਰ ਦੇ ਕੇ ਤੋਰਿਆ। ਖੁਸ਼ ਵੀ ਹੁੰਦੀ, ਵਿਚਰਨ ਜਾ ਰਹੀ ਇੱਕ ਨਵੇਂ ਜੀਵਨ 'ਚ। ਕਦੇ ਕਦੇ ਦਿਲ ਦੇ ਘੁੱਪ ਹਨੇਰੇ 'ਚੋਂ ਲਿਸ਼ਕੋਰ ਮਾਰਦੀ ਕਿਰਨ ਇੱਕ ਉਦਾਸੀ ਦੀ। ਉਹਨੂੰ ਸ਼ੱਕ ਹੁੰਦਾ ਕੁਝ ਮਾੜਾ ਵਾਪਰ ਜਾਣ ਦਾ, ਪਰ ਹੁਣ ਰੁਕਣਾ ਅਸੰਭਵ। ਤੋੜਨਾ ਨਹੀਂ ਚਾਹੁੰਦੀ ਗੋਰੇ ਨਾਲ ਕੀਤਾ ਪਹਿਲਾ ਇਕਰਾਰ। ਦੀਵੇ ਬਲਦੇ ਸੀ ਉਹਦੇ ਹਿਰਦੇ 'ਚ, ਆਸ ਤੇ ਖੁਸ਼ੀ ਦੇ, ਪਰ ਇਹਨਾਂ ਦੀਵਿਆਂ ਦੀ ਲੋ ਹੇਠਾਂ ਕੰਬਦੇ ਸੀ ਡਰਦੇ ਪਰਛਾਵੇਂ ਵੀ। ਕਮਾਲ ਦਾ ਜੇਰਾ ਸੀ ਦਮੋ ਦਾ। ਸ਼ਾਮ ਨੂੰ ਪੁੱਜ ਗਈ ਗੋਰੇ ਕੋਲ ਪਠਾਨਕੋਟ। ਤੀਜੇ ਦਿਨ ਸਵੇਰੇ ਸੈਂਟਰਲ ਬੰਬੇ ਜਾ ਉਤਰੀ। ਹੈਰਾਨ ਹੋਈ ਜਾਂਦੀ ਦਮੋ ਮਹਾਨਗਰ ਦੀ ਭੀੜ ਤੇ ਬਿਲਡਿੰਗਾਂ ਵੇਖ ਕੇ। ਟੈਕਸੀ ਲੈ ਕੇ ਪੁੱਜੇ ਗੋਰੇ ਦੇ ਦੋਸਤ ਅਜੀਤ ਸਿੰਘ ਡਰਾਈਵਰ ਦੇ ਘਰ। ਅਜੀਤ ਨਾਲ ਗੋਰੇ ਦੀ ਰਿਸ਼ਤੇਦਾਰਾਂ 'ਚੋਂ ਕੋਈ ਇੰਗੜੀ ਸਿੰਗੜੀ ਹੁੰਦੀ ਏ, ਤੇ ਉਹ ਕਈ ਸਾਲਾਂ ਤੋਂ ਰਹਿ ਰਿਹਾ ਬੰਬੇ ਪਰਿਵਾਰ ਸਮੇਤ। ਗੋਰੇ ਨੇ ਕਰਕੇ ਫੋਨ ਮਾਰਿਆ ਹੁੰਦਾ ਤਰਲਾ 2-4 ਦਿਨ ਰਹਿਣ ਲਈ, ਤੇ ਦਮੋ ਨੂੰ ਆਪਣੀ ਨਵੀਂ ਵਿਆਹੀ ਤੀਵੀਂ ਦੱਸਿਆ। ਜੀਤੇ ਨੇ ਉਹਨਾਂ ਦਾ ਦਿਲੋਂ ਸਵਾਗਤ ਕੀਤਾ। ਜੀਤੇ ਦੀ ਘਰ ਵਾਲੀ ਮਨਜੀਤ ਬੜੀ ਹੁਸੀਨ ਤੇ ਦਿਆਲੂ ਔਰਤ ਹੁੰਦੀ। ਉਹਨੇ ਚੁੱਕ ਲਿਆ ਹੱਥਾਂ ਤੇ ਦਮੋ ਨੂੰ। ਅਗਲੇ ਦਿਨ ਗਏ ਦੋਵੇਂ ਕਮਰਾ ਲੱਭਣ। ਇੱਕ ਤਰ੍ਹਾਂ ਦੀ ਖੋਲੀ, ਢਾਰਾ, ਛੰਨ, ਕੁੱਲੀ, ਘੋਰਨਾ। ਉਹਨਾਂ 'ਚ ਇੱਕ ਖੋਲੀ ਪਸੰਦ ਕੀਤੀ, ਭਾਤ ਬਾਜ਼ਾਰ 'ਚ, ਜਿੱਥੇ ਦਾਣਾ ਬੰਦਰ ਦਾ ਇਲਾਕਾ ਮੁੱਕਦਾ। ਟੀਨ ਦੀ ਬਣੀ ਛੱਤ ਵਾਲੀ, 15 ਗੁਣਾ 20 ਫੁੱਟ ਦੀ ਮਸਾਂ। 2 ਮੰਜੀਆਂ ਡਾਹ ਕੇ ਥੋੜੀ ਜਿਹੀ ਥਾਂ ਬਚਦੀ। ਅੱਗੇ ਤੰਗ ਜਿਹਾ ਵਿਹੜਾ, ਬਾਹਰ ਟੀਨ ਦਾ ਹੀ ਟੁੱਟਾ ਜਿਹਾ ਜੰਗਾਲ ਖਾਦਾ ਨਿੱਕਾ ਜਿਹਾ ਦਰਵਾਜ਼ਾ। ਜੰਦਰਾ ਮਾਰਿਆ ਜਾ ਸਕਦਾ ਹੈ। ਬਿਜਲੀ ਸਰਕਾਰੀ, ਪਾਣੀ ਮੁੱਲ। ਜੀਤੇ ਦਾ ਘਰ ਇੱਥੋਂ ਨੇੜੇ ਪੈਂਦਾ। 2 ਮਹੀਨੇ ਦਾ ਐਡਵਾਂਸ ਕਿਰਾਇਆ ਦੇਣਾ ਪਿਆ। ਅਗਲੇ ਦਿਨ ਲੈ ਆਇਆ ਦਮੋ ਨੂੰ ਖੋਲੀ 'ਚ। ਕਮਰਾ ਵੇਖ ਕੇ ਉਹ ਜ਼ਖਮੀ ਜਿਹਾ ਹੱਸੀ, ਮਜ਼ਾਕੀਆ ਵੀ, ਖੁਦ ਨੂੰ ਤੰਗ ਕਰਨ ਵਾਂਗ। ਇੱਕੋ ਇੱਕ ਟੁੱਟੀ ਜਿਹੀ ਮੁੰਜ ਦੀ ਮੰਜੀ ਤੇ ਬੈਠ ਗਈ। ਘਾਗ ਗੋਰਾ ਤਾੜ ਗਿਆ। ਦਮੋ ਪਰੇਸ਼ਾਨ ਹੋ ਗਈ। ਖੁਸ਼ ਕਰਨ ਲਈ ਕਹਿਣ ਲੱਗਾ, ਜਲਦੀ ਮਿਲ ਜੂ ਕੋਈ ਵਧੀਆ ਕੁਆਟਰ ਜਾਂ ਫਲੈਟ। ਹਾਲ ਦੀ ਘੜੀ ਰਾਣੋ ਇਸੇ ਨੂੰ ਸਮਝ ਲੈ, ਨੂਰਪੁਰ ਵਾਲੀ ਕੋਠੀ। ਬੱਲੋ ਇਹ ਬੰਬੇ ਨਗਰੀ ਹੈ, ਇੱਥੇ ਲੱਖਾਂ ਲੋਕ ਨੰਗੇਜ ਢੱਕ ਕੇ ਮੌਸਮ ਨਾਲ ਸੌਂਦੇ ਨੇ ਤਾਰਿਆਂ ਦੀ ਛਾਂ ਹੇਠਾਂ। ਸਮਝ ਲੈ ਚੰਗੇ ਰਹੇ ਆ ਕਿ ਕਮਰਾ ਮਿਲ ਗਿਆ, ਜਲਦੀ ਸਭ ਠੀਕ ਹੋ ਜਾਊ। ਦਮੋ ਨੂੰ ਅਚਾਨਕ ਯਾਦ ਆਇਆ। ਉਸ ਪੁੱਛਿਆ, ਜਿੱਥੇ ਤੂੰ ਪਹਿਲਾਂ ਰਹਿੰਦਾ ਸੀ ਉਹ ਕਮਰਾ ਕਿੱਥੇ ਹੈ? ਗੋਰੇ ਆਖਿਆ, ਉਸ ਕੰਪਨੀ ਨਾਲ ਝਗੜਾ ਹੋ ਗਿਆ ਸੀ ਮੇਰਾ, ਉਹਨਾਂ ਫਲੈਟ ਵਾਪਸ ਲੈ ਲਿਆ, ਸ਼ਾਇਦ ਫੇਰ ਮਿਲ ਜਾਏ। ਉਹ ਬਾਜ਼ਾਰ ਚਲਾ ਗਿਆ, ਰਸੋਈ ਦਾ ਸਮਾਨ ਤੇ ਸਟੋਵ ਲੈਣ। ਚਾਦਰਾਂ ਤੇ ਦਰੀਆਂ ਵੀ ਲੈਣੀਆਂ ਹੁੰਦੀਆਂ। ਦਮੋ ਨੇ ਉਦਾਸ ਨਜ਼ਰਾਂ ਕੰਧਾਂ ਵੱਲ ਫੇਰੀਆਂ। ਕਾਲੀਆਂ ਧੁਆਂਖੀਆਂ, ਉਧੜੇ ਪਲਸਤਰ, ਸਿੱਲੀਆਂ, ਮੁਸ਼ਕ ਮਾਰਦੀਆਂ ਕੰਧਾਂ, ਖੱਡੇ ਪਏ ਹੋਏ ਫਰਸ਼ ਵਿੱਚ, 2-2 ਮੀਟਰ ਲੰਮੇ ਜਾਲੇ ਲਟਕਦੇ ਛੱਤਾਂ ਨਾਲ। ਗੋਰਾ ਕਮਰਾ ਆਖਦਾ। ਦਮੋ ਹੱਸਦੀ। ਕਨਾਲ ਕੋਠੀ 'ਚ ਰਹਿਣ ਵਾਲੀ 2 ਮਰਲੇ 'ਚ ਕਿਵੇਂ ਰਹੇ?
ਖੋਲੀ ਵੀ ਮਾੜੇ ਜੱਟ ਦੇ ਕਰਜ਼ੇ ਨਾਲ ਬਣਾਏ ਬੰਬੀ ਵਾਲੇ ਕੋਠੇ ਵਰਗੀ। ਰਾਤ ਨੂੰ ਗੋਰਾ ਪੈਣ ਲੱਗਾ, ਦਮੋ ਨਾਲ ਉੱਠ ਕੇ ਬੈਠ ਗਈ। ਪਹਿਲਾਂ ਵਿਆਹ ਤਾਂ ਕਰਵਾ ਲਈਏ, ਇਸ ਤਰ੍ਹਾਂ ਹੁੰਦੀ ਏ ਬੇਸ਼ਗਨੀ। ਗੋਰੇ ਆਖਿਆ, ਕੱਲ ਆਪਾਂ ਕਰਾ ਹੀ ਲੈਣਾ ਵਿਆਹ। ਮਜਬੂਰ ਦਮੋ ਚੁੱਪ ਹੋ ਗਈ। ਗੋਰੇ ਨੇ ਦਮੋ ਦੇ ਨਿੱਘ ਦਾ ਆਨੰਦ ਮਾਣਿਆ। ਸਵੇਰ ਨੂੰ ਸਵੇਰ ਹੀ ਨਾ ਸਮਝਿਆ, ਉਹਦਾ ਮਨ ਉਛਲ ਰਿਹਾ ਸੀ ਖੁਸ਼ੀ ਨਾਲ। ਦਮੋ ਵਰਗੀ ਹੁਸੀਨ ਕੁੜੀ ਦਾ ਸਾਥ, ਦੂਜਾ ਦਮੋ ਦੇ ਪੈਸੇ ਤੇ ਜ਼ਮੀਨ ਮਿਲ ਜਾਣ ਦੀ ਖੁਸ਼ੀ। ਕਹਿਣ ਲੱਗਾ ਦਮੋ ਨੂੰ, ਦਿਲ ਤੇ ਨਾ ਲਾ ਬਹੁਤਾ, ਖੋਲੀ ਦੇ ਮੌਸਮ ਨੂੰ 2-4 ਦਿਨਾਂ ਤੱਕ ਸਭ ਠੀਕ ਹੋ ਜਾਊਗਾ। ਆਸ ਹੁੰਦੀ ਹੈ ਉਹਨੂੰ ਵੀ ਜਲਦੀ ਦਮੋ ਹਜ਼ਾਰਾਂ ਰੁਪਏ ਦੇ ਦੇਗੀ। ਦੂਜੇ ਪਾਸੇ ਦਮੋ ਨੇ ਭਵਿੱਖ 'ਚ ਮਾੜੀ ਹੋਣ ਦੇ ਵਾਪਰਨ ਦਾ ਲਾ ਲਿਆ ਅੰਦਾਜ਼ਾ। ਦਿਲ ਦੇ ਕਿਸੇ ਪਾਸੇ ਸ਼ੋਰ ਹੋਇਆ, ਦਮੋ ਤੂੰ ਫੇਰ ਲੁੱਟੀ ਗਈ। ਕਿੱਥੇ ਵਿਆਹ ਦੀ ਆਸ ਨਾ ਹੋਣੀ, ਕਿੱਥੇ ਮਿਲ ਜਾਣੀ ਦਮੋ ਵਰਗੀ ਮਾਲਦਾਰ ਕੁੜੀ। ਹੁਣ ਰੰਨ ਤੇ ਧਨ ਸਮਝਦਾ ਮੁੱਠੀ 'ਚ। ਵਧੇਰੇ ਸਮਾਂ ਮੰਨਣ ਲਈ ਦਮੋ ਦੇ ਹੁਸਨ ਨੂੰ ਉਹ ਡੁੱਬ ਗਿਆ ਨਸ਼ੇ 'ਚ ਪੂਰੀ ਤਰ੍ਹਾਂ। ਚਿਰਾਂ ਤੋਂ ਫੀਮ ਖਾਂਦਾ, ਸਮੈਕ ਪੀਂਦਾ। ਦਮੋ ਦੀ ਦਿੱਖ ਬੜੀ ਸੈਕਸੀ, ਕੁਦਰਤੀ ਹੁਸਨ ਨਾਲ ਮਾਲਾ ਮਾਲ। ਇਹ ਵੱਡਾ ਕਾਰਨ ਉਹਦੇ ਖਹਿੜਾ ਨਾ ਚੜਦਾ, ਰੱਜ ਕੇ ਵੀ ਭੁੱਖੇ ਹੋਣ ਦਾ ਅਹਿਸਾਸ ਰਹਿੰਦਾ। ਦਮੋ ਨੇ ਕਈ ਵਾਰ ਚੇਤਾ ਕਰਾਇਆ ਵਿਆਹ ਦਾ, ਉਹ ਆਲਾ ਟਾਲਾ ਮਾਰ ਛੱਡਦਾ। ਹੌਲੀ ਹੌਲੀ ਜਿਵੇਂ ਭੁੱਲ ਹੀ ਗਿਆ ਦਮੋ ਨੂੰ। ਆਖਰ ਤਾਂ ਉਹ ਵੀ ਹੁੰਦੀ ਹੈ ਖੂਬਸੂਰਤ ਮੁਟਿਆਰ ਪੰਜਾਬ ਦੀ। ਕਿਸੇ ਵੀ ਹਾਲਤ 'ਚ ਉਹ ਗੋਰੇ ਨੂੰ ਪੂਰਨ ਆਪਾ ਪੇਸ਼ ਕਰਦੀ, ਕਿਤੇ ਉਹ ਨਾ ਆਉਣ ਦਿੰਦੀ। ਦਿਲੋਂ ਪਤੀ ਮੰਨ ਕੇ ਉਹਦੇ ਹਵਾਲੇ ਕਰਦੀ ਆਪਣਾ ਆਪ। ਦਮੋ ਨੂੰ ਰੋਜ਼ਾਨਾ ਮਹਿਸੂਸ ਹੁੰਦਾ ਜਿਵੇਂ ਖੁਦਕੁਸ਼ੀ ਕਰ ਲੈਂਦੇ ਹੋਣ ਉਹਦੇ ਕੁਝ ਹਾਸੇ, ਜਦੋਂ ਰਾਤ ਨੂੰ ਪਿਘਲ ਕੇ ਜਿਸਮਾਂ ਦੇ ਨਿੱਘ 'ਚ ਸੌਂ ਜਾਂਦੀ। ਸਵੇਰੇ ਇੰਜ ਲੱਗਦਾ ਜਿਵੇਂ ਹਾਸਿਆਂ ਦੇ ਜ਼ਖਮੀ ਟੁਕੜੇ ਖਿਲ ਰਹੇ ਹੋਣ ਸਾਰੀ ਖੋਲੀ ਵਿੱਚ। ਗੋਰਾ ਕਰਦਾ ਹੁੰਦਾ ਡਰਾਈਵਰੀ, ਕਈ ਵਾਰ ਫੜਿਆ ਗਿਆ ਮਾਲ ਚੋਰੀ ਕਰਦਾ। ਜਿਸ ਟਰਾਂਸਪੋਰਟ ਵਿੱਚ ਵੀ ਜਾਂਦਾ ਚੋਰੀ ਕਰਦਾ ਫੜਿਆ ਜਾਂਦਾ। ਹੁਣ ਉਹਨੂੰ ਕੋਈ ਵੀ ਦਿੰਦਾ ਨਾ ਨੌਕਰੀ। ਨਸ਼ਿਆਂ ਬਦਲੇ ਦੂਜੇ ਡਰਾਈਵਰਾਂ ਨਾਲ ਚੱਕਰ ਲਾ ਦਿੰਦਾ। ਦਮੋ ਨੂੰ ਆਖ ਛੱਡਿਆ ਲੋਕਲ ਗੱਡੀ ਤੇ ਨੌਕਰੀ ਕਰਦਾ। ਸਵੇਰੇ ਘਰੋਂ ਨਿਕਲਦਾ, ਹਨੇਰੇ ਪਏ ਆਉਂਦਾ। ਦਮੋ ਵਾਸਤੇ ਲਿਆਉਂਦਾ ਕਦੇ ਇਡਲੀ ਡੋਸਾ, ਕਦੇ ਸਾਂਬਰ ਵੜਾ, ਕਦੇ ਬੰਗਾਲੀ ਰਸਗੁੱਲੇ, ਕਦੇ ਕੋਈ ਮਠਿਆਈ। ਉਸ ਨਾਲ ਰਾਤ ਗੁਜ਼ਾਰਦਾ। ਹਰ ਰਾਤ ਨਵਾਂ ਮੁਕਲਾਵਾ, ਤਾਜ਼ੀ ਖੁੰਡ ਚੁਕਾਈ। ਇਹ 2 ਮਹੀਨਿਆਂ 'ਚ ਕਈ ਵਾਰ ਜ਼ੋਰ ਪਾਇਆ ਦਮੋ ਨੇ ਵਿਆਹ ਕਰਨ ਲਈ। ਫਿਰ ਜਿੱਦ ਵੀ ਕੀਤੀ। ਗੋਰਾ ਆਖਦਾ 4 ਫੇਰੇ ਲਿਆਂ ਕੀ ਹੋ ਜੂ, ਅਸੀਂ ਹਾਂ ਹੀ ਪਤੀ ਪਤਨੀ। ਦੱਸ ਨਹੀਂ, ਪਰ ਦਮੋ ਜਾ ਕੇ ਕਿਸੇ ਗੁਰਦੁਆਰੇ ਫੇਰੇ ਜ਼ਰੂਰ ਲੈਣਾ ਚਾਹੁੰਦੀ, ਮਨ ਦੀ ਤਸੱਲੀ ਵਾਸਤੇ, ਸਮਾਜਿਕ ਮਨਜ਼ੂਰੀ ਲੈਣ ਲਈ ਵੀ। ਤੀਜੇ ਮਹੀਨੇ ਹੀ ਕੰਗਾਲ ਹੋ ਗਿਆ ਗੋਰਾ, ਚਿੱਟਾ ਨੰਗ। ਨਸ਼ਿਆਂ ਤੋਂ ਵੀ ਅੱਤਰ ਹੋ ਗਿਆ। ਮਹੀਨਾ ਭਰ ਬਿਮਾਰ ਵੀ ਬੜਾ ਰਿਹਾ। ਹੁਣ ਤਾਂ ਨਸ਼ੇ ਬਗੈਰ ਦਿਸਦੀ ਨਾ ਦਮੋ ਵੀ। ਸਿਹਤ ਆਏ ਦਿਨ ਜਾਂਦੀ ਵਿਗੜਦੀ, ਖੁਰਾਕ ਨਾ ਹੋਣ ਦੇ ਬਰਾਬਰ। ਦਮੋ ਨੂੰ ਉਹ ਬਿੰਦਰ ਵਰਗਾ ਦਿਸਦਾ, ਸਰੀਰ ਖੋਖਲਾ ਕਰਤਾ ਹੋਇਆ ਨਸ਼ਿਆਂ ਨੇ। ਹਾਲਤ ਇੰਨੀ ਪਤਲੀ ਹੋ ਗਈ, ਇੱਕ ਦਿਨ ਦਮੋ ਨੇ ਰੋਟੀ ਵੱਲੋਂ ਕਿਹਾ, 2 ਦਿਨਾਂ ਤੋਂ ਭੁੱਖੀ, ਚੜੇ ਹੋਏ ਆਂਦਰਾਂ ਨੂੰ ਵੱਟ। ਉਹ ਤਾਂ ਉੱਧੜ ਕੇ ਪੈ ਗਿਆ ਦਮੋ ਦੇ ਗਲ। ਵੱਡਾ ਗੁੱਸਾ, ਉਹ ਪੈਸੇ ਕਿਉਂ ਨਹੀਂ ਦਿੰਦੀ? ਉਹਦੇ ਮੂੰਹੋਂ ਸੱਚ ਨਿਕਲਿਆ। ਰੋਟੀ ਖਾਣੀ ਸੀ ਤਾਂ ਪੈਸੇ ਲੈ ਆਉਂਦੀ, ਤਾਂ ਕਿ ਤੂੰ ਸਾਰੇ ਬਰਬਾਦ ਕਰ ਦਿੰਦਾ। ਤੂੰ ਕੋਈ ਕੰਮ ਕਿਉਂ ਨਹੀਂ ਕਰਦਾ? ਆ ਕੋਈ ਰਹਿਣ ਥੋੜਾ। ਦਮੋ ਨੇ ਸਲਾਹ ਦੇਣ ਵਾਂਗ ਕੀਤੀ ਗੱਲ। ਸੁਣ ਕੇ ਗੋਰੇ ਦਾ ਗੁੱਸਾ ਚੰਗਿਆੜੇ ਵਾਂਗ ਛਿੜਨ ਲੱਗਾ। ਮੈਂ ਬਹੁਤੀਆਂ ਗੱਲਾਂ ਨਹੀਂ ਜਾਣਦਾ, ਚੱਲ ਲਿਆ ਦੂੰ ਰੋਟੀ, ਪਹਿਲਾਂ ਇੱਧਰ ਆ। ਉਹ ਦਮੋ ਨੂੰ ਫੜ ਕੇ ਬਾਹੋਂ ਮੰਜੀ ਵੱਲ ਖਿੱਚਿਆ। ਪਹਿਲਾਂ ਸਾਰੇ ਨਸ਼ੇ ਛੱਡ, ਫੇਰ ਆਊਂ ਤੇਰੇ ਕੋਲ। ਹਰਾਮਜ਼ਾਦੀ ਕੁੱਤੀ ਭੌਂਕਦੀ ਹੈ ਮੇਰੇ ਸਾਹਮਣੇ। ਸੁਣ ਕੇ ਦਮੋ ਹੱਕੀ ਬੱਕੀ ਰਹਿ ਗਈ। ਅੱਜ ਵੇਖ ਲਿਆ ਗੋਰੇ ਦਾ ਅਸਲੀ ਰੂਪ। ਸ਼ਰਾਫਤ ਦਾ ਮੇਕਅਪ ਲੱਥ ਗਿਆ ਚਿਹਰੇ ਤੋਂ। ਖੋਲੀ ਦਾ ਮਾਹੌਲ ਹੋ ਗਿਆ ਬੋਝਲ। ਨਫ਼ਰਤ ਦੀ ਗੰਧਲੀ ਹਵਾ ਟਕਰਾਈ ਕੰਧਾਂ ਨਾਲ। ਡਰ ਕੇ ਸ਼ੀਸ਼ਾ ਫਰਸ਼ ਤੇ ਡਿੱਗ ਪਿਆ। ਦਮੋ ਦਾ ਜਿਵੇਂ ਅੰਗ ਅੰਗ ਲਹੂ ਲੁਹਾਨ ਹੋ ਗਿਆ। ਸਾਹਾਂ 'ਚ ਅੱਗ ਦੀ ਲੱਪ ਰਲ ਗਈ। 4 ਚੁਫੇਰਾ ਘੁੰਮਦਾ, ਧਰਤੀ ਡੋਲਦੀ। ਹੁਣ ਤਾਂ ਕਣ ਕਣ ਮਰ ਰਹੀ ਦਮੋ ਅਲਾਣੀ ਮੁੰਜ ਦੀ ਚਿੱਖੀ ਮੰਜੀ ਤੇ ਪਈ ਹੋਈ। ਉਹਦੇ ਸੁੰਦਰ ਨੈਣਾਂ 'ਚ ਕਦੇ ਹੁੰਦੀ ਸੀ ਚੜ੍ਹਦੇ ਸੂਰਜ ਦੀ ਲਾਲੀ। ਗੁਲਾਬ ਟਹਿਕਦੇ ਸੀ ਉਹਦੇ ਸ਼ਰਾਬੀ ਹੋਠਾਂ ਤੇ। ਖਤਮ ਹੋਣ ਲੱਗਾ ਹੌਲੀ ਹੌਲੀ ਹੁਸਨ ਦਾ ਕੀਮਤੀ ਖਜ਼ਾਨਾ। ਦਮੋ ਨੂੰ ਮਹਿਸੂਸ ਹੋਇਆ ਵੀ ਦਿਸਣ ਵਾਲਾ ਰਾਹ ਉਹਦੇ ਨੈਣਾਂ ਨੂੰ ਸਾਰਾ ਡੁੱਬ ਗਿਆ ਸੀ ਉਹਦੇ ਨੈਣਾਂ ਦੇ ਪਾਣੀ 'ਚ। ਵੱਡਾ ਦੁਖਾਂਤ ਸੀ, ਅਜ਼ਾਬ ਸੀ। ਗੋਰੇ ਵੱਲੋਂ ਜ਼ਬਰਦਸਤੀ ਫਰੋਲਣਾ ਉਹਦੇ ਸਰੀਰ ਨੂੰ, ਮਨ ਮਰਜ਼ੀ ਕਰਨੀ। ਮਹਿਸੂਸ ਹੁੰਦਾ ਜਿਵੇਂ ਕੋਈ ਪਾੜ ਰਿਹਾ ਹੋਵੇ ਉਹਦੇ ਜਿਸਮ ਨੂੰ ਕੁਹਾੜੇ ਨਾਲ। ਲੜ ਝਗੜ ਕੇ, ਗਾਲ ਮੰਦਾ ਕਰਕੇ ਗੋਰਾ 2 ਮਹੀਨੇ 'ਚ ਖਾ ਗਿਆ 20,000 ਵੀ। ਖਿਝ ਖੱਪ ਕੇ ਡਰਦੀ ਦਮੋ ਦੇ ਦਿੰਦੀ ਜਿੰਨੇ ਮੰਗਦਾ। ਜਦੋਂ ਹੁੰਦੇ ਕੋਲ ਪੈਸੇ, ਉਹ ਸੇਠ ਬਣ ਜਾਂਦਾ। 10 ਦੀ ਥਾਂ 20 ਖਰਚਦਾ। ਬੜਾ ਖੁਸ਼ ਹੋ ਕੇ ਭਲਾ ਆਦਮੀ ਲੱਗਦਾ। ਖਾਲਸ ਅਫੀਮ ਖਾਂਦਾ, ਮਹਿੰਗੀ ਵਿਸਕੀ ਪੀਂਦਾ। ਦਮੋ ਅਜੇ ਵੀ ਸੋਚਦੀ ਸ਼ਾਇਦ ਵਾਪਸ ਮੁੜ ਪਵੇ, ਸੁਧਰ ਜਾਵੇ। ਇਹ ਵਹਿਮ ਹੁੰਦਾ ਦਮੋ ਦਾ। ਔਰਤ ਦੇ ਨਸ਼ੇ ਦੀ ਜਿਸ ਖੁਮਾਰੀ ਦੇ ਜੰਗਲ 'ਚੋਂ ਗਵਾਚ ਗਿਆ ਸੀ, ਉੱਥੋਂ ਸ਼ਾਇਦ ਹੀ ਕੋਈ ਬਾਹਰ ਨਿਕਲਿਆ ਹੋਵੇ ਮਾਈ ਦਾ ਲਾਲ। 6 ਮਹੀਨੇ 'ਚ ਗੋਰੇ ਦੀ ਸ਼ਕਲ ਸੜਕ ਤੇ ਗੱਡੇ ਲੁੱਕ ਦੇ ਚਿੱਬੇ ਡਰਮ ਵਰਗੀ ਹੋ ਗਈ। ਮੱਖੀਆਂ ਨਾ ਉੱਡਦੀਆਂ ਮੂੰਹ ਤੋਂ। ਦਮੋ ਸੋਚਦੀ ਏ ਤਾਂ ਬਿੰਦਰ ਦਾ ਵੀ ਉਸਤਾਦ ਨਿਕਲਿਆ। ਪਿੰਡ
ਕਿਵੇਂ ਭਰਮਾ ਲਿਆ ਮੈਨੂੰ, ਪਿਆਰ ਦਾ ਚੋਗਾ ਪਾ ਕੇ ਸਿਪਲਾ ਬਣ ਕੇ ਲੁੱਟ ਲਿਆ ਮੈਨੂੰ। ਵਿਆਹ ਨਹੀਂ ਕਰਾਇਆ, ਸਗੋਂ ਚੰਗਾ ਹੋਇਆ। ਪੈਸੇ ਮੁੱਕੇ ਤਾਂ ਗੋਰਾ ਫੇਰ ਪੈ ਗਿਆ ਮੰਜੀ ਤੇ। ਮਾਹੌਲ ਫੇਰ ਬੇਮੌਸਮਾ ਹੋ ਗਿਆ। ਖੋਲੀ 'ਚ ਛਾਇਆ ਰਹਿੰਦਾ ਮੌਤ ਵਰਗਾ ਸन्नाटा, ਇੱਕ ਸਹਿਮ, ਇੱਕ ਓਪਰਾ ਬਣ। ਦਮੋ ਦੇ ਦਿਲ ਦਾ ਵਹਿਮ ਬੁੱਕ ਦੇ ਪਾਣੀ ਵਾਂਗ ਕਿਰਦਾ ਰਿਹਾ ਉਹਦੀ ਸੋਚ 'ਚੋਂ। ਜਦੋਂ ਬੁੱਕ ਹੋ ਗਿਆ ਖਾਲੀ, ਪ੍ਰਾਣ ਤਿਆਗ ਦਿੱਤੇ ਉਹਦੇ ਵਿਸ਼ਵਾਸ ਨੇ। ਹੁਣ ਦਮੋ ਸੋਚਦੀ, ਮੇਲ ਮੁਲਾਕਾਤਾਂ ਨਾਲ ਅਸਲੀ ਪਛਾਣ ਨਹੀਂ ਹੋ ਸਕਦੀ ਆਦਮੀ ਦੀ। ਬੀਵੀ ਬਣ ਕੇ ਹੀ ਜਾਣ ਸਕਦੀ ਹੈ ਔਰਤ ਮਰਦ ਦੀ ਖਸਲਤ ਨੂੰ, ਉਹਦਾ ਅਸਲੀ ਰੂਪ, ਉਹਦੀ ਚੰਗਿਆਈ, ਬੁਰਾਈ, ਕਮੀਨਗੀ, ਉਹਦੀ ਅਸਲੀ ਸ਼ਕਲ। ਸੁੱਚੇ ਨੂੰ ਯਾਦ ਕਰਕੇ ਸੋਚਦੀ, ਇਸੇ ਸ਼ਹਿਰ 'ਚ ਰਹਿੰਦਾ ਹੋਊ ਕਿਧਰੇ, ਪਰ ਇਸ ਮਹਾਨਗਰ 'ਚ ਕਿਵੇਂ ਕੋਈ ਲੱਭੇ ਕਿਸੇ ਨੂੰ ਬਗੈਰ ਪਤੇ ਟਿਕਾਣੇ ਦੇ। ਉਦੋਂ ਦਮੋ ਨੂੰ ਗਹਿਰਾ ਸਦਮਾ ਲੱਗਾ ਜਦੋਂ ਅਟੈਚੀ 'ਚੋਂ ਕੀਮਤੀ ਸੂਟ ਤੇ ਸੋਨੇ ਦੇ ਗਹਿਣੇ ਵੀ ਗੋਰਾ ਚੋਰੀ ਕਰਕੇ ਲੈ ਗਿਆ। ਬੋਲਦੀ ਨਾ, ਹੁੰਗਾਰਾ ਭਰਦੀ, ਘੂਰਦੀ ਰਹਿੰਦੀ ਖਿਲਾਰ ਨੂੰ ਸੁੰਨੀਆਂ ਵੀਰਾਨ ਨਜ਼ਰਾਂ ਨਾਲ। ਹੁਣ ਵਿਸਰ ਗਏ ਸੁੱਚਾ ਤੇ ਸੀਰਤ ਵੀ। ਸੱਸੀ ਨਾ ਰੇਖਾ ਕਦੇ ਯਾਦ ਆਉਂਦੇ। ਸੁੰਨ ਹੋ ਗਿਆ ਦਿਮਾਗ। ਇਹਨਾਂ ਦਿਨਾਂ 'ਚ ਇੱਕ ਹੋਰ ਬਿਪਤਾ ਪੈ ਗਈ। ਦਮੋ ਨੂੰ ਗਰਭ ਠਹਿਰ ਗਿਆ। ਖਿਆਲ ਤਾਂ ਬੜਾ ਰੱਖਿਆ, ਫਿਕਰਾਂ ਸੰਸਿਆਂ ਨੇ ਮੱਤ ਮਾਰ ਰੱਖੀ। ਇਸ ਪਾਸੇ ਸੋਚਿਆ ਹੀ ਨਾ, ਗਰਭ ਰੋਕੂ ਗੋਲੀਆਂ ਲੰਮੇ ਸਮੇਂ ਤੋਂ ਖਿਆਲ ਰਿਹਾ ਨਾ ਖਾਣ ਦਾ। ਗੋਰਾ ਬੜਾ ਫਿਕਰਵਾਨ ਹੋਇਆ, ਬੱਚਾ ਨਹੀਂ ਚਾਹੁੰਦਾ, ਸੋਚਦਾ ਗੁਜ਼ਾਰਾ ਤਾਂ ਆਪਣਾ ਮੁਸ਼ਕਿਲ ਹੁੰਦਾ, ਬੱਚਾ ਪਾਲਣਾ ਕਿਤੇ ਸੌਖਾ ਪਿਆ। ਨਾਲੇ ਜੇ ਹੋ ਗਿਆ ਬੱਚਾ ਮੈਂ ਤਾਂ ਪੱਕਾ ਬੱਝ ਜੂ ਇਸ ਨਾਲ। ਤੇ ਇਹ ਮਾਸ਼ੀ ਮੈਂ ਜੱਟ, ਇਹ ਤਾਂ ਸ਼ੁਗਲ ਮੇਲਾ ਕਰਨਾ ਦਿਨ ਚਾਰ। ਰਾਮਜ਼ਾਦੀ ਬਹੁਤਾ ਨਹੀਂ ਤਾਂ ਲੈ ਆਉਂਦੀ 1-2 ਲੱਖ ਹੀ, ਆਪਣਾ ਨਸ਼ਾ ਪਾਣੀ ਤਾਂ ਚੱਲਦਾ ਸੌਖਾ। ਉਹਨੇ ਸਬੱਬੀ ਮਿਲੇ ਕੈਲੇ ਨਾਲ ਗੱਲ ਕੀਤੀ। ਯਾਰ ਤੀਵੀਂ ਖਲੋ ਜੇ, ਹੈ ਕੋਈ ਸੌਖਾ ਇਲਾਜ ਸਫਾਈ ਦਾ? ਓਏ ਸਦਕੇ ਜਾਵਾਂ, ਕਰਤੀ ਭਾਬੀ ਨਵੇਂ ਦੁੱਧ, ਨਹੀਂ ਰੀਸਾਂ ਓਏ ਨੰਗੋਰੀ ਸ਼ਾਨ ਦੀਆਂ। ਮਜ਼ਾਕ ਨਹੀਂ ਯਾਰ, ਜਵਾਕ ਪਾਲਣ ਦੀ ਹਿੰਮਤ ਨਹੀਂ ਹੈਗੀ ਅਜੇ। ਕਿਸ ਡਾਕਟਰ ਕੋਲ ਜਾਵਾਂ? ਉਹਨਾਂ ਭਰੇ ਪੈਗ ਖਾਲੀ ਕੀਤੇ। ਬਿੰਦ ਝੱਟ ਬੋਲਿਆ ਨਾ ਕੋਈ ਵੀ। ਕੈਲਾ ਨੀਵੀਂ ਆਵਾਜ਼ 'ਚ ਬੋਲਿਆ, ਵੇਖ ਮਿੱਤਰਾ, ਜੇ ਹੈਗਾ 1-2 ਮਹੀਨੇ ਦਾ ਗਰਭ, ਫਿਕਰ ਦੀ ਫਿਰ ਲੋੜ ਕੋਈ ਨਹੀਂ। ਪੀ ਕੇ ਬੋਤਲ, ਖਾ ਕੇ ਮੋਟਾ ਮਾਵਾ, ਲਾ ਕੇ ਸੂਟੇ ਸਮੈਕ ਦੇ, ਫਿਰ ਭਾਬੀ ਨਾਲ। ਡਾਕਟਰ ਨੇ ਘੱਟ ਨਹੀਂ ਲੈਣਾ 2000 ਤੋਂ, ਹੋਰ ਖਰਚੇ ਵੱਧ। ਸਲਾਹ ਦਿੱਤੀ ਕੈਲੇ ਨੇ। ਲੈ ਇਹ ਤਾਂ ਫਿਰ ਅੱਜ ਹੀ ਹੋ ਜੂ। ਗੋਰੇ ਸੁੱਖ ਦਾ ਸਾਹ ਲਿਆ। ਗੋਰਾ ਹੋਇਆ ਨਾ ਬੋਲਾ। 10 ਵਜੇ ਘਰ ਪੁੱਜਾ। ਦਮੋ ਦੇ ਮੂੰਹ ਤੇ ਬਦਬੂ ਦਾ ਬੁੱਲਾ ਵੱਜਾ। ਹੋਟਲ ਤੋਂ ਲਿਆਂਦੀ ਰੋਟੀ ਫੜਾਈ, ਆਪ ਮੰਜੀ ਤੇ ਬਹਿ ਗਿਆ। ਮੈਦੇ ਦੀਆਂ 4 ਰੋਟੀਆਂ ਚਮੜਾ ਬਣੀਆਂ, ਸੁੱਕ ਕੇ ਮਸੀਂ 2 ਹੀ ਖਾ ਸਕੀ ਪਾਣੀ ਦੇ ਘੁੱਟਾਂ ਨਾਲ। 2 ਸਵੇਰ ਲਈ ਸਾਂਭ ਲੀਆਂ। ਪਾਣੀ ਪੀ ਕੇ ਗਲਾਸ ਰੱਖਿਆ। ਬਾਂਹ ਫੜ ਲਈ ਗੋਰੇ ਨੇ। ਕੀ ਨੇਰੀ ਆ ਗਈ, ਕਿਤੇ ਭੱਜ ਨਹੀਂ ਚੱਲੀ ਮੈਂ? ਦਮੋ ਨੇ ਬਾਂਹ ਛੁਡਾਈ। ਤੂੰ ਇੱਧਰ ਆ, ਨਖਰੇ ਕਰਦੀ ਸਾਲੇ, ਗੋਰਾ ਤੱਤਾ ਬੋਲਿਆ। ਗੋਰੇ ਦੇ ਮੋਟੇ ਨਸ਼ੀਲੇ ਦਿਮਾਗ 'ਚ ਫਸੀ ਹੋਈ ਕੈਲੇ ਦੀ ਗੱਲ ਫਾਨੇ ਵਾਂਗ ਇੱਕ ਨਾ ਸੁਣੀ ਦਮੋ ਦੀ। ਉਸ ਬੜਾ ਰੋਕਿਆ, ਹੁੰਗਰਾ ਮਾਰਦਿਆਂ ਘਿੱਗੀ ਵੱਜ ਗਈ। ਸੰਗ ਬਹਿ ਗਿਆ, ਮੱਛੀ ਵਾਂਗ ਤੜਫੀ, ਲੱਤਾਂ ਬਾਹਾਂ ਮਾਰੀਆਂ, ਆਖਰ ਬੇਹੋਸ਼ ਹੋ ਗਈ। ਬਣ ਕੇ ਡਾਕਟਰ ਗੋਰਾ ਕਰਦਾ ਰਿਹਾ ਇਲਾਜ। ਅਗਲੇ ਦਿਨ ਸੂਰਜ ਚੜ੍ਹਿਆ, ਅੱਖ ਖੁੱਲੀ ਗੋਰੇ ਦੀ, ਵੇਖਿਆ ਦਮੋ ਪਈ ਹੋਈ ਅਲਫ ਨੰਗੀ। ਹੜਬੜਾ ਕੇ ਉੱਠਿਆ, ਸੋਚਦਾ ਇੰਨੀ ਦੇਰ ਤਾਂ ਸੁੱਤੀ ਨਹੀਂ ਕਦੇ ਵੀ। ਪੀਲੇ ਭੂਖ ਹੋ ਗਏ, ਮੱਖਣ ਵਰਗੇ ਚਿਹਰੇ ਤੋਂ ਤਿਲਕਦੀ ਨਜ਼ਰ ਉਹ ਚੋਟੀਆਂ, ਬਰਫਾਨੀ ਚੋਟੀਆਂ ਤੇ ਜਾ ਪਹੁੰਚੀ। ਮੈਦੇ ਦੀ ਤੌਣ ਵਰਗੀ ਢਿੱਡ ਤੋਂ ਤਿਲਕਦੀ ਠਹਿਰ ਗਈ ਧੁੰਨੀ ਤੋਂ ਹੇਠਾਂ। ਜਦੋਂ ਵੇਖਿਆ ਖੂਨ ਹੀ ਖੂਨ। ਉਸ ਵੇਲੇ ਯਾਦ ਆਇਆ ਕੈਲਾ। ਸੋਚਦਾ ਚੰਗਾ ਹੋਇਆ ਜੱਬ ਮੁੱਕਾ, ਖਹਿੜਾ ਛੁੱਟਾ ਲਾਮਤ ਤੋਂ। ਬੱਚੇ ਪਾਲਣੇ ਕਿਤੇ ਸੌਖੇ ਆ। ਦੁਸ਼ਮਣਾਂ ਵਾਂਗ ਝੰਜੋੜਿਆ ਉਹਨੇ ਦਮੋ ਨੂੰ। ਬੇਹੋਸ਼ ਦਮੋ ਕਿਵੇਂ ਉੱਠਦੀ, ਹੁੰਗਾਰਾ ਭਰਦੀ, ਗੁੱਸੇ ਨਾਲ ਛਿੱਟੇ ਮਾਰੇ ਮੂੰਹ ਤੇ ਪਾਣੀ ਦੇ, ਆਵਾਜ਼ਾਂ ਮਾਰੀਆਂ ਉੱਚੀ ਉੱਚੀ, ਸਭ ਬੇਕਾਰ। ਉਹ ਡਰ ਗਿਆ। ਡਾਕਟਰ ਵੱਲ ਜਾਵਾਂ, ਪਰ ਪੈਸੇ? ਦਮੋ ਨੇ ਹੇਠਾਂ ਸਫ ਤੇ ਪਾਇਆ। ਮੰਜੀ ਤੋਂ ਚਾਦਰ ਚੁੱਕੀ, ਭਿੱਜੀ ਖੂਨ ਨਾਲ ਸੁੰਨ ਹੋ ਗਿਆ। ਪੈਰਾਂ ਤੱਕ ਵੇਖ ਕੇ ਫਰਸ਼ ਤੇ ਲੱਗੀ ਛੱਪੜੀ ਖੂਨ ਦੀ, ਕਿਤੇ ਮਾਰੀ ਨਾ ਜਾਵੇ। ਸਗੋਂ ਥਿੜਕ ਗਿਆ ਸੋਚ ਕੇ, ਕੰਬਣ ਲੱਗਾ ਡਰ ਨਾਲ। ਆਵੇ ਨਾ ਸਮਝ ਹੁਣ ਕਰੇ ਕੀ। ਮਾਵਾ ਖਾ ਕੇ ਮੋਟਾ, ਪਹਿਲਾਂ ਫਰਸ਼ ਕੀਤਾ ਸਾਫ਼, ਫਿਰ ਸੂਟ ਬਦਲਿਆ ਦਮੋ ਦਾ। ਗੋਰੇ ਦੀ ਨਜ਼ਰ ਕੋਕੇ ਤੇ ਪਈ, ਫਿਰ ਟੌਪਸਾਂ ਤੇ ਜੰਮ ਗਈ। ਬਗੈਰ ਕਿਸੇ ਦੇਰੀ ਦੇ ਲਾਹ ਕੇ ਪਾਲੇ ਜੇਬ 'ਚ। ਫਿਰ ਉਹ ਜੀਤੇ ਦੀ ਖੋਲੀ ਵੱਲ ਦੌੜਿਆ। ਉਹ ਮਦਰਾਸ ਗਿਆ ਸੀ। ਉਹਦੀ ਪਤਨੀ ਮਨਜੀਤ ਦਾ ਤਰਲਾ ਕੀਤਾ, ਰੋਵੇ ਤੇ ਹੱਥ ਜੋੜੇ। ਕੋਕਾ ਤੇ ਟੌਪਸਾਂ ਨੂੰ ਦਿੱਤੇ, ਬਈ ਵੇਚ ਕੇ ਪ੍ਰਬੰਧ ਕਰੇ ਪੈਸਿਆਂ ਦਾ, ਕਿਸੇ ਤਰ੍ਹਾਂ ਬਚਾ ਲਏ ਦਮੋ ਨੂੰ। ਕਤਲ ਦਾ ਕੇਸ ਬਣ ਸਕਦਾ ਹੈ। ਮਨਜੀਤ ਨਾਲ ਗੋਰਾ ਲੰਮੇ ਸਮੇਂ ਤੋਂ ਗੁੱਸੇ ਨਾਰਾਜ਼ ਹੁੰਦਾ, ਫਿਰ ਵੀ ਸਮੇਂ ਦੀ ਨਜ਼ਾਕਤ ਵੇਖ ਕੇ ਉਹ ਭਲੀ ਤੀਵੀਂ ਭੱਜੀ ਆਈ। ਦਮੋ ਦੀ ਹਾਲਤ ਵੇਖ ਕੇ ਉਹ ਵੀ ਸਹਿਮ ਗਈ। ਪਲ ਛਿਨ ਬੁੱਲ ਟੁੱਕਦੀ ਸੋਚਦੀ ਰਹੀ, ਇਹ ਹਾਲਤ ਕਿੰਜ ਬਣੀ, ਚੱਕਰ ਕੀ ਹੋਇਆ? ਨਗਰ ਗਈ ਕੁੜੀ, ਪੁੱਜੀ ਹੋਈ ਕੰਢੇ ਮੌਤ ਤੇ। ਮਨ ਆਪਣੀ ਧਰਤੀ ਤੇ ਉਹਨੇ ਬੀਜੀ ਸੀ ਹਮੇਸ਼ਾ ਫਸਲ ਪਿਆਰ ਦੀ। ਇੱਕ ਲਾਚਾਰ ਕੁੜੀ ਨੂੰ ਬਚਾਉਣਾ ਉਸ ਧਰਮ ਸਮਝਿਆ ਆਪਣਾ। ਅੰਗੜਾਈ ਲਈ ਉਸ ਵਿਚਲੀ ਪੰਜਾਬਣ ਨੇ। ਗੋਰੇ ਨੂੰ ਹੌਸਲਾ ਦਿੱਤਾ, ਟੈਕਸੀ ਮੰਗਵਾਈ, ਦਮੋ ਨੂੰ ਲੈ ਗਈ ਆਪਣੇ ਫੈਮਿਲੀ ਡਾਕਟਰ ਕੋਲ।
डॉक्टर ने चेकअप किया, दसिया प्रेगनेंट छोकरी के साथ रेप किया गया। कम से कम 3 या 4 आदमी ने। सुन के मनजीत डर गई, गुस्सा भी आया पर बोली नहीं। गुजराती डॉक्टर की मेहनत काम आई। शाम तक होश आ गई दमो नूं। 4 बोतलां खून ते 10 बोतलां ग्लूकोज चढ़िया। सारा खर्चा किया मनजीत ने। राती घर जांदी मनजीत हौसला देगी, मैं तैनूं मरन नहीं देंदी, फिकर की लोड़ कोई नहीं, सवेरे आऊँ मैं। साजरे सौ जा तू आराम नाल भैन बन के, हुण तू काफ़ी ठीक है। गोरा पी के बोतल खा के रोटी होटल तो मारदा रहा घराड़े। सारी रात हस्पताल के वरांडे च उस भाणे छण ते कणियां पैंदियां। तीजे दिन दमो हो गई काफ़ी ठीक। जिंद सरक पई जिवें लक्कड़ दे वजूद विच। गोरे नूं वेख के भर गई नफरत नाल। दिल गया तरेड़िया शीशे वांग। फिरदा रहा वो आस पासे पर वेख्या ना दमो ने उस वल। मुरझाए कुमलाए नैणां चों लग गया चोण पानी। डॉक्टर ने अंदर सद्या गोरे ते मनजीत नूं। चेतावनी दी, छोकरी जवान थी सो बच गई। 2-4 महीने अच्छी खुराक दो, फ्रूट और दूध बहुत ज़रूरी। दवाई दे के क्या, ये 1 हफ्ता दिन में 3 दफ़ा। एक बार चेक ज़रूर करा जाना। हाँ, अब 2 महीना परहेज करना सेक्स का। तार के बिल हॉस्पिटल का मनजीत लै आई दमो नूं खोली विच। लटाता मंजी ते मनजीत बैठ गई कोल। पर्स चों कोका ते टॉप्स कड्ढे दमो दी तली ते रखदियां कहंदी, आ ले भैण, पैसिਆਂ ਦਾ ਕੀ ਆ, बथेरे आउंदे ਜਾਂਦੇ ਰਹਿੰਦੇ ਆ, शुक्र है तू बच गई। नहीं ਇਹ ਤੁਸੀਂ ਰੱਖ ਲਓ, ਵੇਚ ਕੇ ਪੈਸੇ ਪੂਰੇ ਕਰ ਲੈਣੇ। ਮਸੀਂ ਬੋਲੀ। ਨਾ ਮੇਰੀ ਰਾਣੋ, ਉਹਦਾ ਹੱਥ ਪਿੱਛੇ ਕਰਦਿਆਂ, ਤੂੰ ਮੇਰੀ ਛੋਟੀ ਭੈਣਾ ਵਰਗੀ ਹੈ, ਨੱਕੋਂ ਕੰਨੋਂ ਬੁੱਚੀ, ਕਿਤੇ ਚੰਗੀ ਲੱਗੇਂਗੀ। ਰੱਬ ਤੇਰੀ ਸੁੰਦਰਤਾ ਸਲਾਮਤ ਰੱਖੇ। ਦਮੋਂ ਡੜਿਆ ਕੇ ਉਹਦੇ ਗਲ ਚੰਬੜ ਗਈ। ਲੱਗਾ ਜਿਵੇਂ ਮਨਜੀਤ ਉਹਦੀ ਸਕੀ ਭੈਣ ਹੋਵੇ। ਮਾਣ ਹੋਇਆ ਉਹਦਾ ਵੀ ਕੋਈ ਹੈ ਹਮਦਰਦੀ। ਦਿਲ ਬਰੀਆਂ ਦਿਲਾਸੇ ਦਿੰਦੀ ਮਨਜੀਤ ਚਲੀ ਗਈ। ਦਮੋਂ ਸੋਚਿਆ ਕਿਸੇ ਦਿਨ ਦੱਸੇਗੀ ਆਪਣੀ ਕਹਾਣੀ ਉਹਨੂੰ, ਸ਼ਾਇਦ ਹੋਈ ਜਾਵੇ ਛੁਟਕਾਰਾ ਇਸ ਜਲਾਦ ਤੋਂ। ਮੈਨੂੰ ਕੱਢ ਲਿਆ ਵਿਚਾਰੀ ਨੇ ਮੌਤ ਦੇ ਮੂੰਹ ਚੋਂ। ਜ਼ਰੂਰ ਗੱਲ ਕਰਦੀਆਂ ਇਸ ਨਾਲ, ਉਮੀਦ ਹੈ ਮਦਦ ਕਰੂ। 2-4 ਦਿਨ ਮਨਜੀਤ ਲੈਂਦੀ ਰਹੀ ਖਬਰਸਾਰ, ਖਾਣ ਲਈ ਲੈ ਆਉਂਦੀ ਫਲ ਖਿਚੜੀ। ਫਿਰ ਉਹ ਵੀ ਫਸ ਗਈ ਘਰ ਦੇ ਖਲਜਗਣਾ 'ਚ। ਦੱਸ ਨਾ ਸਕੀ ਦਮੋਂ ਆਪਣੀ ਕਹਾਣੀ। ਸੋਚਿਆ ਕਿਸੇ ਦਿਨ ਖੁਦ ਜਾਊਂ ਉਹਦੇ ਘਰ। ਦਮੋਂ ਬੋਲਦੀ ਨਾ ਗੱਲ ਕਰਦੀ, ਗੁੰਮਸੁੰਮ ਸੋਚੀ ਪਈ ਰਹਿੰਦੀ। ਗੋਰੇ ਵੱਲੋਂ ਐਸਾ ਵਿਹਾਰ ਦਾ ਸਦਮਾ ਲੱਗਾ ਭਾਰੀ। ਸਭ ਸੋਚਾਂ ਸਮਝਾਂ ਹੋ ਗਈਆਂ ਬੇਕਾਰ। ਉਹਨੂੰ ਆਪਣੇ ਜਿਸਮ 'ਚੋਂ ਬੋ ਆਉਂਦੀ ਗਲੇ ਸੜੇ ਮੁਰਦੇ ਦੀ। ਗੋਰੇ ਦੀ ਜ਼ਮੀਰ ਬਲ ਗਈ। ਨਸ਼ਿਆਂ ਦੀ ਭੱਠੀ 'ਚ ਦਮੋਂ ਨਾਲ ਕੀਤਾ ਵਪਾਰਕ ਇਸ਼ਕ ਹੋ ਗਿਆ ਨੰਗਾ। ਸੋਚ ਜਾਗ ਪਈ ਜੱਟਵਾਦੀ। ਉਹਦੇ ਸੁਪਨੇ ਗਏ ਸਰਾਪੇ, ਚਾਲਾਂ ਫੇਲ ਹੋ ਗਈਆਂ। ਸੋਚ ਕੇ ਆਇਆ ਹੁੰਦਾ ਦਮੋਂ ਕੋਲ ਲੱਖਾਂ ਰੁਪਏ ਹੈ, ਜੋ ਸਾਰਾ ਹੁਣ ਮੇਰਾ ਹੈ ਤੇ ਜਿੱਥੇ ਮਰਜ਼ੀ ਵਰਤੂੰ ਖਰਚੂੰ। ਪਰ ਕੋਈ ਪੇਸ਼ ਨਾ ਜਾਣ ਦਿੱਤੀ ਦਮੋਂ ਨੇ। ਉਹ ਤਾਂ ਗੋਰੇ ਨੂੰ ਕਮਾਊ ਮਰਦ ਸਮਝ ਕੇ ਆਈ ਹੁੰਦੀ ਨਾਲ, ਸੱਚੇ ਦਿਲੋਂ ਉਹਦੀ ਬੀਵੀ ਬਣ ਕੇ। ਦਮੋਂ ਨਾਲ ਹਮਦਰਦੀ ਕੋਈ ਨਾ ਰਹੀ ਗੋਰੇ ਦੀ। ਹੁਣ ਉਹ ਵੱਡੀ ਦੁਸ਼ਮਣ ਲੱਗਦੀ। ਧੋਖੇਬਾਜ਼, ਫਰੇਬੀ, ਮਰਦਾਂ ਦੀ ਭੁੱਖੀ, ਉਹਦੀ ਮੰਗਤਿਆਂ ਵਰਗੀ ਹਾਲਤ ਦੀ ਜ਼ਿੰਮੇਵਾਰ। ਸੋਚਦਾ ਪੈਸੇ ਇੰਨੇ ਮਾਂ ਦੀਆਂ ਟੰਗਾਂ 'ਚ ਦੇਣੇ ਆ, ਪਤੀ ਤੋਂ ਵੱਧ ਕੌਣ ਨੇੜੇ ਹੋ ਸਕਦਾ। ਮੈਨੂੰ ਤਾਂ ਸਮਝਦੀ ਆ ਦੱਲਾ, ਇੱਕ ਵਾਰ ਤਾਂ ਸਬਕ ਸਿਖਾ ਦੂੰ ਕੁੱਤੀ ਮਾਸ਼ੀ ਨੂੰ। ਐਸਾ ਕਲਵੱਤਰ ਫੇਰੂ, ਸਾਰਾ ਪੈਸਾ ਇੱਥੇ ਲਿਆਊ, ਜ਼ਮੀਨ ਵੀ ਵੇਚ ਆਊ, ਕਰਦਾ ਇਹਦਾ ਇਲਾਜ, ਪਾਉਣਾ ਨੱਥ। ਅਖੀਰ ਉਹਨੇ ਨੌਕਰੀ ਕਰ ਲਈ ਹੋਟਲ ਦੇ ਵੇਟਰ ਦੀ। ਆਪ ਖਾ ਕੇ ਦਮੋਂ ਲਈ ਲੈ ਆਉਂਦਾ, ਅੱਠੀ ਪੈਰੀ ਨਸ਼ਾ ਪੱਤਾ ਸੇਠ ਦਿੰਦਾ, ਪਗਾਰ ਪਰ ਕੋਈ ਨਾ। ਗੋਰਾ ਲੀਚੜ ਤੇ ਜਲੀਲ ਹੋ ਗਿਆ। ਹੁਣ ਤਾਂ ਸਿਰਫ ਆਪਣੇ ਨਸ਼ੇ ਬਾਰੇ ਸੋਚਦਾ। ਨਸ਼ਾ ਨਾ ਮਿਲਦਾ ਖਿੱਲਰ ਪੱਲਰ ਜਾਂਦਾ, ਮੁੱਕੀਆਂ ਮਾਰਦਾ, ਢਿੱਡ 'ਚ ਰੌਲਾ ਪਾਉਂਦਾ, ਗਾਲਾਂ ਕੱਢਦਾ। ਨਸ਼ੇ ਦਾ ਟੁੱਟਿਆ ਤੇ ਭੁੱਖ ਦਾ ਸਤਾਇਆ ਗੋਰਾ ਹੁਣ ਰੋਜ਼ਾਨਾ ਝਗੜਦਾ। ਪਿੰਡ ਵਾਲਾ ਰੂਪ ਬਦਲ ਗਿਆ ਗਿਰਗਟ ਵਾਂਗ। ਅਮਲੀ ਜਨਾਨੀ ਖੁੱਸੀ ਤਾਂ ਜਰ ਸਕਦਾ, ਪਰ ਨਸ਼ੇ ਦੀ ਤੋਟ ਨਹੀਂ। ਦਮੋਂ ਬਾਰੇ ਸੋਚਦਾ ਭੈੜੀਆਂ ਗੱਲਾਂ। ਅਖੀਰ ਜਦੋਂ ਆਈ ਨਾ ਦਮੋਂ ਕਿਸੇ ਰਾਹ ਤੇ ਮੁੱਕ ਗਈ ਆਸ ਪੈਸੇ ਮਿਲਣ ਦੀ, ਉਹ ਦਮੋਂ ਰਾਹੀਂ ਪੈਸਾ ਕਮਾਉਣ ਦੀਆਂ ਸੋਚਣ ਲੱਗਾ। ਕਮੀਨੀਆਂ ਦਲੀਲਾਂ ਲੱਭਣ ਲੱਗਾ, ਢੰਗ ਕੋਈ ਤਰੀਕਾ। ਦਮੋਂ ਸੋਚਦੀ ਫਰਕ ਹੈਗਾ ਬਿੰਦਰ ਤੇ ਗੋਰੇ 'ਚ। ਬਿੰਦੇ ਨੇ ਮਾਰਨਾ ਤਾਂ ਕੀ, ਕਦੇ ਬੋਲਦਾ ਨਹੀਂ ਰਿਹਾ ਉੱਚਾ ਵੀ। ਸੋਚਾ ਤਾਂ ਜਾਂਦਾ ਰਿਹਾ ਜਾਨ ਵਾਰਨ ਤੱਕ। ਲੱਗਦਾ ਹੁਣ ਤਾਂ ਮੈਂ ਇੱਥੇ ਹੀ ਮਰੂੰ। ਇੱਕ ਦਿਨ ਦੁਪਹਿਰ ਵੇਲੇ ਅਚਾਨਕ ਆ ਗਿਆ ਗੋਰਾ ਖੋਲੀ 'ਚ, ਕੁਝ ਸਮਾਂ ਪਹਿਲਾਂ ਹੀ ਨਹਾ ਕੇ। ਪਾਏ ਹੁੰਦੇ ਦਮੋਂ ਨੇ ਟੌਪਸ ਤੇ ਕੋਕਾ। ਸ਼ੀਸ਼ਾ ਵੇਖਿਆ, ਤਸੱਲੀ ਹੋਈ ਤੱਕ ਕੇ। ਉਹ ਪਹਿਲਾਂ ਵਾਂਗ ਹੀ ਹੁਸੀਨ, ਰੰਗ ਬੜਾ ਥੋੜਾ ਜ਼ਰੂਰ ਫਿੱਕਾ ਪੈ ਗਿਆ। ਗੋਰੇ ਦਾ ਜ਼ਾਲਮਾਨਾ ਵਿਹਾਰ ਵੀ ਕੁਝ ਨਾ ਵਿਗਾੜ ਸਕੇ ਉਹਦੀ ਸੁੰਦਰਤਾ ਦਾ। ਭੁੱਲ ਗਈ ਚੇਤਾ ਗੋਰੇ ਦੇ ਤੱਕ ਲੈਣ ਦਾ। ਕੁੰਡਾ ਖੁੱਲਦਿਆਂ ਹੀ ਵੇਖ ਲਿਆ ਗੋਰੇ ਨੇ। ਹੈਰਾਨ ਵੀ ਹੋਇਆ, ਇਹ ਕਿੱਥੋਂ ਆ ਗਏ ਇਸ ਕੋਲ? ਮੈਂ ਤਾਂ ਦਿੱਤੇ ਸੀ ਮਨਜੀਤ ਨੂੰ। ਹਾਂ, ਹੋ ਸਕਦਾ ਮੋੜ ਤੇ ਹੁਣ ਉਹਨੇ। ਦਿਲ 'ਚ ਸੋਚਦਾ ਕਿਤੇ ਉਹ ਵੀ ਆਏ ਹੁਣ ਤਾਂ ਹੱਥ ਫੇਰੇਗਾ ਇਹਨਾਂ ਤੇ ਗੋਰੇ ਦਾ। ਜਲਦੀ ਇਸ ਕਰਕੇ ਆਇਆ ਹੁੰਦਾ। ਹੋਟਲ ਵਾਲੇ ਸੇਠ ਨੇ ਕੱਢ ਦਿੱਤਾ ਨੌਕਰੀ ਤੋਂ। ਨਾ ਆਪ ਰੋਟੀ ਖਾਧੀ, ਨਾ ਦਮੋਂ ਲਈ ਲਿਆਇਆ। ਆਉਂਦਾ ਹੀ ਜਾ ਪਿਆ ਅੰਦਰ ਇੱਕ ਮੰਜੀ ਤੇ, ਕੁਝ ਸੋਚਦਾ, ਸਕੀਮਾਂ ਘੜਦਾ। ਕੋਕਾ ਤੇ ਟੌਪਸ ਖੁੱਬੇ ਪਏ ਨੇ ਦਿਲ 'ਚ ਕਟਾਰ ਬਣ ਕੇ।
ਮੈਂ ਮਰਨ ਡਿਆ ਨਸ਼ੇ ਤੋਂ, ਇਹ ਗਹਿਣੇ ਪਾ ਕੇ ਸੋਨੇ ਦੇ ਵਿਖਾਲਾ ਕਰਦੀ ਫਿਰਦੂ ਆਪਣੇ ਰੂਪ ਦਾ। ਹੌਲੀ ਜਿਹੀ ਉੱਠ ਕੇ ਗਿਆ, ਦਮੋ ਦੇ ਨੇੜੇ ਹੌਸਲਾ ਕਰਕੇ ਅਮਲੀਆਂ ਵਾਂਗ ਬੋਲਿਆ ਖਰਬਾ ਜਿਹਾ, ਲਿਆ ਕੋਕਾ ਤੇ ਟਾਪਸ, ਮੈਨੂੰ ਲੋੜ ਹੈ ਕੁਝ ਪੈਸਿਆਂ ਦੀ। ਵੇਖਿਆ ਦਮੋ ਨੇ ਘੂਰ ਕੇ, ਬਲ ਉੱਠੀਆਂ ਮੱਥੇ ਦੀਆਂ ਤਿਉੜੀਆਂ ਲਾਟਾਂ ਵਾਂਗ। ਫਿਰ ਬੋਲੀ ਬੜੇ ਪਿਆਰ ਨਾਲ, ਗੋਰੇ ਇਹ ਦੋਵੇਂ ਗਹਿਣੇ ਇੱਕ ਮਾਂ ਦਾ, ਦੂਜਾ ਸਮਝ ਲੈ, ਪਤਾ ਤੈਨੂੰ ਸਾਰਾ, ਇਹ ਨਹੀਂ ਮੈਂ ਦੇ ਸਕਦੀ, ਕਦੇ ਵੀ ਨਹੀਂ। ਨਸ਼ੇ ਤੇ ਪੈਸਿਆਂ ਤੋਂ ਟੁੱਟੇ ਗੋਰੇ ਦਾ ਚੜ ਗਿਆ ਪਾਰਾ ਅਸਮਾਨ ਨੂੰ। ਤੇਰੀ ਉਹ ਭੈਣ ਦੀ ਕੁੱਤੀ ਜਾਤ, ਕਿਵੇਂ ਨਹੀਂ ਦੇਣੇ? ਤੂੰ ਲੈ ਆਉਂਦੀ 2-4 ਲੱਖ ਤਾਂ ਜਾਨ ਨਿਕਲਦੀ ਸੀ ਤੇਰੀ। ਉਹ ਮੁੜ ਕੇ ਉੱਠਿਆ ਮੰਜੀ ਤੋਂ, ਨੁੱਕਰੇ ਪਈ ਸੁੱਟੀ ਫੜ ਲਈ। ਅਜੇ ਲਾਰੀ ਮਾਰਨ ਲਈ ਦਮੋ ਨੇ ਅੱਗੋਂ ਬੋਚ ਲਈ। ਸ਼ੋਲਾ ਬਣੇ ਨੈਣਾਂ 'ਚ ਗੁੱਸਾ ਕਟਕਦਾ ਕੜ ਕੇ ਬੋਲੀ, ਖਬਰਦਾਰ ਜੇ ਲਾਇਆ ਮੈਨੂੰ ਹੱਥ, ਨਹੀਂ ਤਾਂ ਸਬਕ ਸਿਖਾ ਦੂੰ ਐਸਾ, ਹਰਾਮੀਆਂ ਭੁੱਲੇਗਾ ਨਾ ਸਾਰੀ ਜ਼ਿੰਦਗੀ। ਅੱਜ ਰਹੀ ਨਾ ਦਮੋ ਆਪਣੇ ਆਪ 'ਚੋਂ, ਤਿਆਰ ਹੋਈ ਬੈਠੀ ਸੀ ਮਿਲਣ ਜਾਣ ਲਈ ਮਨਜੀਤ ਨੂੰ, ਵੀ ਜੇ ਉਹ ਟਿਕਟ ਲੈ ਦੇ ਜਾਣ ਦੀ ਤੇ ਮੈਂ ਜਾ ਕੇ ਪੈਸੇ ਭੇਜ ਦੂੰ। ਅੱਜ ਗੱਲ ਹੀ ਗੋਰੇ ਨੇ ਐਸੀ ਕਰਤੀ, ਸਾਰਾ ਮੂਡ ਹੋ ਗਿਆ ਸੁਆਹ। ਖੋਲੀ 'ਚ ਜੋ ਹੈ ਸੀ ਸਭ ਵੇਚ ਦਿੱਤਾ ਹੋਇਆ ਗੋਰੇ ਨੇ। ਇੱਕ ਬੈਗ ਤੇ 2 ਛੋਟੇ ਟੈਚੀ, ਇਹੀ ਜਾਇਦਾਦ ਹੁੰਦੀ ਮਾਵਾਂ ਦੀ, ਹੁੰਦੀ ਦੋਵਾਂ ਦੀ। ਹਾਂ, ਮੰਜੀ ਵਾਣ ਦੀ ਖਟਮਲਾਮ ਵਾਲੀ ਮੁਫਤ ਜ਼ਰੂਰ ਸੀ, ਥੋੜੇ ਬਹੁਤੇ ਭਾਂਡੇ ਤੇ ਸਟੋਵ ਹੈਗਾ ਸੀ। ਸਬਕ ਕੀ ਕਰ ਲੈਂਗੇ ਤੂੰ ਮਾਸ਼ੀਏ? ਦਮੋ ਜਾਣਾ ਨਹੀਂ ਚਾਹੁੰਦੀ ਹੁੰਦੀ ਇਸ ਹੱਦ ਤੱਕ, ਪਰ ਗੁੱਸਾ ਬਣ ਗਿਆ ਚੰਡਾਲ। ਉਹਨੇ ਵੱਟ ਕੇ ਕਚੀਚੀ ਫੜ ਲਿਆ ਗੋਰੇ ਨੂੰ ਧੌਣ ਤੋਂ, ਪੁਆਟਣੀ ਦੇ ਕੇ ਸੁੱਟ ਲਿਆ ਗੋਡਿਆਂ ਹੇਠ। ਇੱਕ ਗੋਡਾ ਹਿੱਕ ਤੇ ਦੂਜਾ ਪਸਲੀਆਂ 'ਚ। ਅਜੇ 1-2 ਗੋਡੇ ਮਾਰੇ ਵੱਖੀਆਂ 'ਚ। ਮਿਆਂ ਕੁੱਟਿਆ ਗੋਰਾ ਲੱਗਾ ਹਾਏ ਹਾਏ ਕਰ। ਇੱਕ ਹੋਰ ਝੁੱਟੀ ਲਾਈ ਦਮੋ ਨੇ, ਗੁੱਸਾ ਨਹੀਂ ਸੀ ਉਤਰ ਰਿਹਾ। ਕੁੱਟ-ਕੁੱਟ ਕਰਤਾ ਫਲੂਦੇ ਵਰਗਾ। ਅਖੀਰ ਮੰਗ ਕੇ ਮਾਫੀ ਛੁਟਕਾਰਾ ਕਰਾਇਆ ਗੋਰੇ ਨੇ। ਦਮੋ ਨੇ ਧੂ ਕੇ ਮਰੇ ਕੁੱਤੇ ਅੰਗ ਸਿੱਟਤਾ ਵਿਹੜੇ 'ਚ। ਕੁੰਡਾ ਮਾਰ ਕੇ ਪਈ ਰਹੀ ਅੰਦਰ ਭੁੱਖੀ। ਅੱਧੀ ਰਾਤ ਤੱਕ ਮਾਰਦਾ ਰਿਹਾ ਹੁੰਗਰਾਂ ਗੋਰਾ। ਤੜਕੇ ਝੱਟ ਦੀ ਨੀਂਦ ਆ ਗਈ ਦਮੋ ਨੂੰ। ਇਸੇ ਸਮੇਂ ਪੱਤਰਾ ਵਾਚ ਗਿਆ ਹੋਇਆ ਗੋਰਾ। ਜਦੋਂ ਦਮੋ ਜਾਗੀ 11 ਵੱਜ ਗਏ ਹੋਏ ਦਿਨ ਦੇ। ਕਰਕੇ ਯਾਦ ਘਟਨਾ ਰਾਤ ਵਾਲੀ ਉਹ ਖੁਸ਼ ਵੀ ਹੋਈ, ਪਛਤਾਈ ਵੀ। ਦਿਲ ਨੇ ਕਿਹਾ, ਗੋਰਾ ਸਿਰੇ ਦਾ ਹਰਾਮੀ ਤੇ ਧੋਖੇਬਾਜ਼, ਕੀ ਭਰੋਸਾ ਅਮਲੀ ਦਾ, ਨਸ਼ੇ ਖਾਤਰ ਹੀ ਵੇਚਦੇ ਮੈਨੂੰ। ਕੰਬ ਗਈ ਉਹ ਪੈਰਾਂ ਤੱਕ, ਮੁੜਕੋ ਮੁੜਕੀ ਸਾਹੋ ਸਾਈ ਅਥਰੂ ਛਲਕ ਪਏ ਆਪ ਮੁਹਾਰੇ। ਦਮੋ ਨੇ ਅੰਦਾਜ਼ਾ ਲਾਇਆ ਜ਼ਰੂਰ ਕੋਈ ਨਵਾਂ ਪੰਗਾ ਖੜਾ ਕਰੇਗਾ, ਪਰ ਨਹੀਂ। ਗੋਰਾ ਆਇਆ, ਉਸ ਲਈ ਖਾਣਾ ਵੀ ਲਿਆਇਆ ਤਾਜ਼ਾ। ਡੋਲ ਕੋਲ ਆ ਕੇ ਬਹਿ ਗਿਆ, ਮਾਫੀਆਂ ਮੰਗੇ, ਹੱਥ ਜੋੜੇ, ਕਹਿੰਦਾ ਇੱਕ ਵਾਰ ਮਾਫ ਕਰ ਦੇ, ਫੇਰ ਨਹੀਂ ਚੁੱਕਦਾ ਹੱਥ ਕਦੇ ਤੇਰੇ ਤੇ। ਗੁੱਸਾ ਤਾਂ ਬੜਾ ਹੁੰਦਾ ਦਮੋ ਨੂੰ, ਪਰ ਚਾਹੁੰਦੀ ਨਹੀਂ ਝਗੜੇ ਨੂੰ ਹੋਰ ਵਧਾਉਣਾ। ਭੱਜਣਾ ਚਾਹੁੰਦੀ ਇਸ ਨਰਕ 'ਚ। ਇਹ ਵੀ ਜਾਣਦੀ ਗੋਰੇ ਦੇ ਹੰਝੂ ਮਗਰ ਮੱਚਦੇ ਨੇ। ਤੇ ਫਿਰ ਹਕੀਕਤ ਜਲਦੀ ਆ ਗਈ ਸਾਹਮਣੇ। ਪਲਾਨ ਬਣਾਈ ਗੋਰੇ ਦੇ ਸ਼ੈਤਾਨ ਦਿਮਾਗ ਨੇ। ਦਮੋ ਸਾਹਮਣੇ ਬਣਿਆ ਰਹਿਣ ਵਾਲਾ ਭਿੱਜੀ ਬਿੱਲੀ, ਵੱਡੀ ਸਜ਼ਾ ਦੇਣਾ ਚਾਹੁੰਦਾ। ਅੰਦਰੋਂ ਅੰਦਰ ਗੁੱਸਾ ਤੇ ਰੋਹ ਭਖਿਆ ਜੰਗਲੀ ਅੱਗ ਵਾਂਗ। ਗੋਰੇ ਮਨ 'ਚ ਵਿਚਾਰਿਆ, ਲਿਆਵਾਂਗਾ ਇੰਨੇ ਆਦਮੀ ਇਸ ਨਾਲ ਸੌਣ ਲਈ। ਮਜਬੂਰ ਹੋਈ ਆ ਜਾਏਗੀ ਰਾਹ ਤੇ, ਨਾ ਹੋਈ ਰਜਾਮੰਦ ਵੇਚ ਦਿਆਂਗਾ ਕੋਠੇ ਵਾਲੀਆਂ ਕੋਲ। 5-6 ਲੱਖ ਤਾਂ ਮਾਮੂਲੀ ਐਡੀ ਸੁੰਦਰ ਕੁੜੀ ਦਾ। ਫਿਰ ਰਹੂ ਨਾ ਖਰਚੇ ਦੀ ਘਾਟ। ਇਹ ਕਿਸਬ ਹੈ ਨਹੀਂ ਬੰਦੇ ਕੋਲ। ਹਾਂ ਇੰਜ ਹੀ ਕਰੂ, ਇਹ ਕਿਹੜੀ ਮੇਰੀ ਵਿਆਹੀ ਹੋਈ ਹੈ। ਵੱਡਾ ਗੁੱਸਾ ਹੁੰਦਾ ਦਮੋ ਦੀ ਕੁੱਟ ਦਾ। ਧੰਨਵਾਦ।